KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ ਤੇ ਮੰਗਲਵਾਰ ਦਾ ਦਿਨ ਹੈ 30 ਜੂਨ ਵਰਾ 2020 ਦਾ। 16 ਹਾੜ ਨਾਨਕਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਛੋਟੇ ਛੋਟੇ ਕਈ ਵਿਸ਼ੇ ਨੇ, ਖਬਰਾਂ ਨੇ। ਕਰੋਨੇ ਤੋਂ ਬਾਅਦ ਜਿਹੜੇ ਪਿਛਲੇ 3 ਮਹੀਨੇ ਲੰਘੇ ਜਾਂ ਸਭ ਕੁਝ ਬੰਦ ਹੋਇਆ, ਜਿਹੜੇ ਤੁਹਾਡੇ ਸਮਾਜਿਕ ਰੁਝੇਵੇਂ ਸੀ, ਜਿਹੜੇ ਪਰਿਵਾਰਾਂ ਦੇ ਕੁਝ ਰੁਝੇਵੇਂ ਸੀ, ਪਰਿਵਾਰਾਂ ਦੇ ਵਿੱਚ ਕੋਈ ਫੰਕਸ਼ਨ ਸੀ, ਕੋਈ ਦਿਨ ਸੀ, ਉਹ ਕਿਵੇਂ ਮਨਾਏ, ਕਿਉਂ ਜੇ ਮਨਾਏ, ਫਰਕ ਕੀ ਪਿਆ? ਕਮਰਸ਼ੀਅਲ ਹਿੱਸੇ ਤੋਂ ਪਰਾਂ ਹੋ ਕੇ ਜਦ ਘਰਾਂ ਦੇ ਵਿੱਚ ਜੁੜ ਕੇ ਬੈਠੇ, ਇਸ ਤਰ੍ਹਾਂ ਦਾ ਸਮਾਂ ਲੱਗਿਆ। ਕਿਸੇ ਦੇ ਸੰਸਕਾਰ ਤੇ ਗਏ ਨਾ, ਨਹੀਂ ਗਏ, ਮਤਲਬ ਘਰ ਦੇ ਜੀਆਂ ਨੇ ਕੀਤਾ। ਕੋਈ ਵਿਆਹ ਹੋਇਆ, ਕਿਹੋ ਜਿਹਾ ਹੋਇਆ? ਤੁਹਾਡਾ ਤਜਰਬਾ ਕਿਹੋ ਜਿਹਾ ਹੋਇਆ? ਇਹਦੇ ਤੇ ਗੱਲਬਾਤ ਅੱਜ ਮੈਂ ਕਰਨੀ ਹੈ। ਮਹਿਸੂਸ ਕੀ ਕੀਤਾ, ਚੰਗਾ ਲੱਗਿਆ, ਮਾੜਾ ਲੱਗਿਆ, ਇਹਦੇ ਤੇ ਗੱਲ ਹੋਏਗੀ। ਸਰੀ ਦੀ RCMP ਆ ਰਹੀ ਹੈ, ਸਰੀ ਦੇ ਵਿੱਚ ਸਰੀ ਪੁਲਿਸ ਆ ਰਹੀ ਹੈ, RCMP ਜਾ ਰਹੀ ਹੈ। ਸਰੀ ਪੁਲਿਸ ਦਾ ਮੂੰਹ ਮੱਥਾ ਕਿਹੋ ਜਿਹਾ ਹੋਵੇ? ਬੋਰਡ ਤਾਂ ਉਹਨਾਂ ਨੇ ਬਣਾ ਦਿੱਤਾ, ਪਰ ਕਿਹੋ ਜਿਹਾ ਮੂੰਹ ਮੱਥਾ ਚਾਹੁੰਦੇ ਹੋ ਤੁਸੀਂ? ਕਿਹੋ ਜਿਹੀ ਪੁਲਿਸ ਹੋਵੇ, ਕਿਹੋ ਜਿਹੀ ਉਹ 'ਚ ਭਰਤੀ ਹੋਵੇ, ਕਿਹੋ ਜਿਹਾ ਰੰਗ ਬੰਨ ਹੋਵੇ, ਕੀ ਔਰ ਪੁਲਿਸ ਦਾ ਚੀਫ ਕਿਹੋ ਜਿਹਾ ਹੋਵੇ? ਪੁਲਿਸ ਚੀਫ ਕੌਣ ਹੋਵੇ? ਪੰਜਾਬੀ ਹੋਵੇ ਕੋਈ, ਜਾਂ ਕੋਈ ਗੋਰਾ ਹੋਵੇ, ਜਾਂ ਕੋਈ ਮਾਈਨੋਰਿਟੀਜ਼ ਦੇ ਵਿੱਚੋਂ ਹੋਵੇ? ਕਿਉਂ, ਕੌਣ ਚੀਫ ਹੋਵੇ ਇਸ ਸ਼ਹਿਰ ਦਾ ਜਿੱਥੇ ਸਾਡੀ ਸਭ ਤੋਂ ਵੱਡੀ ਵਸੋਂ ਹੈ, ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਪਸੰਦੀਦਾ ਸ਼ਹਿਰ ਹੈ, ਜਿਸ 'ਚ 12-15 ਹਜ਼ਾਰ ਬਾਹਰਲੇ ਲੋਕ ਆ ਕੇ ਹਰ ਸਾਲ ਵੱਸਦੇ ਹੈ। ਫਾਸਟੈਸਟ ਗਰੋਇੰਗ ਸਿਟੀ ਹੈ, ਪਾਰਕਾਂ ਦਾ ਸ਼ਹਿਰ ਹੈ। ਇਸ ਸ਼ਹਿਰ ਦੇ ਵਿੱਚ ਦੁਨੀਆ ਦੇ ਵੱਡੇ ਇਕੱਠ ਹੁੰਦੇ ਨੇ। ਇੱਥੇ ਦਾ ਨਗਰ ਕੀਰਤਨ ਦੁਨੀਆ ਦੇ ਵਿੱਚ ਇੱਕ ਵਿਲੱਖਣ ਹੁੰਦਾ, ਜਿੱਥੇ 1.5 ਮਿਲੀਅਨ ਸੰਗਤ ਇਕੱਠੀ ਹੁੰਦੀ ਹੈ। ਪਰ ਇਸ ਦੀ ਪੁਲਿਸ ਜਿਹੜੀ ਹੁਣ ਅਸੀਂ ਢਾਹ ਕੇ ਨਵੀਂ ਚੀਜ਼ ਉਸਾਰ ਰਹੇ ਹਾਂ, ਘਰ ਢਾਹ ਕੇ ਜੇ ਨਵਾਂ ਬਣਾਉਣਾ ਤਾਂ ਉਹਦੀ ਪਲੈਨਿੰਗ ਕਰਦੇ ਹਾਂ ਵੀ ਕਿੱਥੇ ਖਿੜਕੀ ਲਾਉਣੀ ਹੈ, ਕਿੱਥੇ ਦਰਵਾਜ਼ਾ, ਘਰ ਦਾ ਕਮਰੇ ਕਿਹੋ ਜਿਹੇ ਹੋਣ, ਕਿੱਥੇ ਕਿੱਥੇ ਇਹਦੇ ਵਿੱਚ ਸਾਡੀ ਰਸੋਈ ਕਿੱਥੇ ਆ, ਬਹਿਣ ਦੀ ਜਗ੍ਹਾ ਕਿੱਥੇ ਹੈ। ਅਰਬੀ ਬੰਦੇ ਬਾਹਰ ਖੜ ਕੇ ਕਹਿੰਦੇ ਹੁੰਦੇ ਨੇ ਵੇ ਦਰੇਸ਼ਾ ਕਹਿੰਦੇ ਨੇ ਦਰਵਾਜ਼ੇ, ਵਿੰਡੋ ਨੂੰ। ਬਾਬ ਕਹਿੰਦੇ ਨੇ ਦਰਵਾਜ਼ੇ ਨੂੰ। ਮਤਾਬ ਕਹਿੰਦੇ ਨੇ ਰਸੋਈ ਨੂੰ। ਮਕਤਬ ਕਹਿੰਦੇ ਨੇ ਦਫ਼ਤਰ ਨੂੰ। ਸੌਣ ਨੂੰ ਹਗਰਮਲ ਨੋਮ ਕਹਿੰਦੇ ਨੇ, ਜਿੱਥੇ ਸੋਣਾ। ਉਹ ਬਹਿ ਬਾਹਰ ਖੜ ਕੇ ਨਾ, ਫਿਰ ਕੰਦੂਰਾ ਚੱਕ ਕੇ, ਜਿਹੜਾ ਬਾਬਿਆਂ ਦਾ ਆਪਣੇ ਚਿੱਟਾ ਹੁੰਦਾ, ਦੋਨੇ ਹੱਥਾਂ ਨਾਲ ਚੱਕ ਕੇ ਨਾ ਢਾਕ ਤੇ ਰੱਖ ਲੈਂਦੇ ਨੇ ਮੁੱਕੀਆਂ। ਥੱਲੇ ਉਹਨਾਂ ਦੇ ਚਾਦਰ ਲਾਈ ਹੁੰਦੀ ਹੈ, ਤਹਿਮਤ ਲਾਈ ਹੁੰਦੀ ਹੈ, ਤੇ ਉਹ ਜਿਹੜੀ ਬੰਨੀ ਹੁੰਦੀ ਹੈ ਧੋਤੀ, ਉਹ ਬੈਲਟ ਨਾਲ ਬੰਨੀ ਹੁੰਦੀ ਹੈ। ਤੇ ਕੰਦੂਰਾ ਚੱਕ ਕੇ ਖੜ ਜਾਂਦੇ ਨੇ, ਤੇ ਫਿਰ ਉਹ ਦੱਸਦੇ ਆ ਇੱਥੇ ਆ ਇਹਦੇ ਬੰਖਾ ਸ਼ਬਦ ਜਿਹੜਾ ਆਪਾਂ ਕਹਿੰਦੇ ਆ, ਅਰਬੀ 'ਚ ਬੰਖਾ ਕਹਿੰਦੇ ਨੇ ਉਹਨੂੰ। ਬੰਖਾ ਜਿਹੜੀ ਹਵਾ ਦੇ ਬੰਖਾ, ਉੱਥੋਂ ਬਹੁਤ ਸ਼ਬਦ ਆਏ ਨੇ ਆਪਣੇ। ਐਨੀਵੇਜ਼, ਜਦ ਘਰਨਾਮਾ ਬਣਾਉਣਾ ਤਾਂ ਉਹਦੀ ਪਲੈਨਿੰਗ ਹੈ ਜਿਹੜੀ ਵੀ ਇੱਥੇ ਮੈਨੂੰ ਆਹ ਚਾਹੀਦਾ, ਪੁਰਾਣੇ ਘਰ ਮੈਨੂੰ ਆਹ ਤੰਗੀਆਂ ਨਹੀਂ, ਇਹਦੀਆਂ ਤੰਗੀਆਂ ਦੂਰ ਕਰਨੀਆਂ। ਬਹੁਤ ਸਾਰੀ RCMP ਦੇ ਪੰਜਾਬੀ ਮੁੰਡੇ ਵੀ ਸ਼ਿਫਟ ਹੋਣਗੇ ਪੁਲਿਸ ਦੇ ਵਿੱਚ ਇੱਧਰ, ਕਿਉਂਕਿ ਉਹਨਾਂ ਦੀ ਪੈਨਸ਼ਨ ਦੀ ਵੀ ਗੱਲ ਕਰ ਲਈ ਹੈ ਮੇਅਰ ਉਹਨਾਂ ਨੇ। ਪਰ ਪੁਲਿਸ ਚੀਫ ਦੇ ਆਲੇ ਦੁਆਲੇ ਗੱਲ ਬਹੁਤ ਜਾਣੀ ਆ। ਪੁਲਿਸ ਚੀਫ ਇਸ ਸ਼ਹਿਰ ਦਾ ਉਹ ਕੌਣ ਹੋਵੇ, ਇਹਦੇ ਤੇ ਗੱਲ ਹੋਣੀ ਹੈ। 1844 247 1550 184424715550 ਔਨ ਏਅਰ ਨੰਬਰ ਹੈ। KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਪ੍ਰੋਗਰਾਮ ਦਾ। YouTube ਤੇ ਪਾਇਆ ਹੁੰਦਾ ਹੈ। ਲੋਕ ਸੱਥ ਦੇ ਥੱਲੇ LOKSATTH ਦਫ਼ਤਰ ਦਾ ਨੰਬਰ ਹੈ ਨਿੰਮੀ ਡੌਲਾ ਜੀ ਦਾ 604 440 6462। info@KRPradio.com ਦਫ਼ਤਰ ਦੀ ਈਮੇਲ ਹੈ। WhatsApp ਟੈਕਸਟ ਲਈ ਤੁਹਾਡਾ ਸੁਨੇਹਾ, ਕੋਈ ਕੰਸਰਨ ਮੇਰੇ ਤੱਕ ਭੇਜਣਾ ਹੋਵੇ 604 729 1224 6047291224। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਅਕਾਊਂਟ ਹੈ ਜਿਹੜਾ HRJIT ਸਿੰਘ ਗਿੱਲ, ਉੱਥੇ ਤੇ harjeet.g@krpradio.com ਈਮੇਲ ਹੈ। ਤੁਹਾਡਾ ਸੁਨੇਹਾ ਤੁਸੀਂ ਭੇਜਦੇ ਹੋ। ਈਮੇਲ ਫੇਰ ਦੇਖ ਲਿਓ। ਕੰਸਰਨ ਹੋਮ ਸਪੋਰਟ ਜਿਹੜੇ ਵਰਕਰਸ ਨੇ ਉਹਨਾਂ ਵੱਲੋਂ ਬੜੇ ਆ ਰਹੇ ਨੇ, ਧੰਨਵਾਦ, ਤੁਸੀਂ ਮਾਣ ਦਿੰਦੇ ਹੋ। HRJIT.g@krpradio.com ਜਿਹੜਾ ਤੁਸੀਂ ਭੇਜ ਰਹੇ ਹੋ, ਇਹ ਇੱਕ ਇਨਸਾਈਡ ਰਿਪੋਰਟ ਮਿਲਦੀ ਹੈ ਤੇ ਉੱਥੋਂ ਤੁਹਾਡੇ ਲਈ ਲੜਨਾ ਸੌਖਾ ਹੋ ਜੂ। ਪਰ ਇਹਨੂੰ ਨੈਕਸਟ ਲੈਵਲ ਤੇ ਲਿਜਾਣ ਲਈ ਇਸਨੂੰ ਆਪਾਂ ਨੂੰ ਇੱਕ ਫਾਰਮੇਸ਼ਨ ਕਰਨੀ ਪੈਣੀ ਹੈ, ਜਿਹਦੇ ਵਿੱਚ ਅੱਗੇ ਆ ਕੇ ਕਿਸੇ ਨੂੰ ਵਲੰਟੀਅਰ ਲਈ 3 ਜਾਂ 4 ਜਣਿਆਂ ਨੂੰ ਜਿਹੜੇ ਅੰਗਰੇਜ਼ੀ ਬੋਲ ਸਕਦੇ ਹੋਣ, ਗੱਲ ਕਰਨੇ ਹੋਣ, ਕੰਸਟੀਟਿਊਸ਼ਨ ਦਾ ਪਤਾ ਹੋਵੇ, ਉਹਨਾਂ ਨੂੰ ਅੱਗੇ ਇਹਦੇ 'ਚ ਆਉਣਾ ਪੈਣਾ। ਯੈਸ, ਮੈਂ ਨਾਲ ਤੁਹਾਡੇ ਚੱਲਣਾ ਹੈ, ਪਰ ਇਹਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣ ਲਈ ਕਿਤੇ ਜਿੱਥੇ ਬਹਿਣਾ ਹੈ, ਗੱਲ ਕਰਨੀ ਹੈ,
ਉਹਦੇ ਲਈ ਯੂਨੀਅਨ ਵੀ ਹੈ, ਯੂਨੀਅਨ ਦੇ ਨਾਲ ਯੂਨੀਅਨ ਦੇ ਰੈਪ ਜੇ ਕੰਮ ਕਰਦੇ ਰਹਿੰਦੇ ਤਾਂ ਇਹ ਸਮਾਂ ਨਹੀਂ ਸੀ ਆਉਣਾ, ਪਰ ਇਹਦਾ ਹੱਲ ਛੇਤੀ ਹੋ ਜਾਣਾ। ਪਰ ਆਪਣੇ ਆਪ ਪਹਿਲਾਂ ਪੈਰ ਗੱਡ ਕੇ ਖੜਨਾ, ਥੰਮੀਆਂ ਦੇ ਗਈਆਂ ਦੇ ਨਹੀਂ ਬੰਦਾ ਖੜਾ ਹੁੰਦਾ, ਆਪ ਖੜਨਾ ਪੈਂਦਾ ਕਾਇਮ ਹੋ ਕੇ। ਇਸ ਤਰ੍ਹਾਂ ਹੀ ਖੜਨਾ, ਭਾਵੇਂ ਸੱਚ ਬੋਲੇ ਭਾਵੇਂ ਝੂਠ ਔਖੇ, ਲੱਖ ਰਚਦਾ ਵੱਡੇ ਢੋਂਗ ਹੋਵੇ। ਭਾਵੇਂ ਸੱਚ ਬੋਲੇ ਭਾਵੇਂ ਝੂਠ ਆਖੇ, ਲੱਖ ਰਚਦਾ ਵੱਡੇ ਢੋਂਗ ਹੋਵੇ। ਤੇਰੀ ਹਾਜ਼ਰੀ ਸੋਹਣਿਆ ਨੱਢਿਆ ਵੇ, ਕੱਚੇ ਦੁੱਧ ਚ ਪਿਸਿਆ ਲੌਂਗ ਹੋ ਸਿਰੇ ਲਾਤੀ। ਤੇਰੇ ਨਕਸ਼ ਜੋ ਫੁੱਲ ਕੋਈ ਦੋਧੀਆਂ ਦਾ, ਲੰਮਾ ਲੰਝਾ ਹਸੀਨ ਉੱਤੋਂ ਢਾਂਗਿਆ ਵੇ। ਸਾਡੇ ਦਿਲ ਦੀਆਂ ਸੋਲ ਪਪੀਸੀਆਂ ਨੂੰ ਡੂੰਘੇ ਨੈਣਾ ਦੇ ਦਾਤ ਨੇ ਛਾਂਗਿਆ ਵੇ। ਤਾਂਗਾ ਫੁੱਲ ਪਿੱਪਲ ਹੋ ਗਈਆਂ, ਹਾਲੇ ਕੱਲ ਕਰੂੰਬਲਾਂ ਕੱਚੀਆਂ ਸੀ। ਵਿੱਚ ਇਸ਼ਕ ਦੇ ਕੁੜੀਆਂ ਮੁੱਕੀਆਂ, ਜੋ ਮੈਨੂੰ ਲੱਗਦਾ ਸਾਰੀਆਂ ਹੀ ਸੱਚੀਆਂ ਸੀ। ਜਿਹਦੀ ਸਾਬਤੀ ਨਾ ਕਦੇ ਰੱਬ ਆਵੇ, ਜਿਹਦੀ ਸਾਬਤੀ ਨਾ ਕਦੇ ਹੱਥ ਆਵੇ। ਹੁੰਦਾ ਇਸ਼ਕ ਹੈ ਬਾਟੇ ਅਖਰੋਟ ਵਰਗਾ, ਜਦੋਂ ਖੰਭ ਫੁੱਟਣ ਹੋਵੇ ਅੱਖ ਤਾਜ਼ੀ। ਇਹ ਤਾਂ ਅੱਚ ਵੀ ਖੋਰੇ ਬੋਟ ਵਰਗਾ, ਜਿਵੇਂ ਕਿਸੇ ਬੋਟ ਨੂੰ ਅੱਚ ਵੀ ਲੱਗੀ ਹੋ। ਬੁੱਝੀਆਂ ਸ਼ਾਮਾਂ ਦੇ ਤੰਦਣੇ ਬੜੇ ਲੰਮੇ, ਨੱਕੇ ਸੂਈ ਦੇ ਖੁੱਲੇ ਮੈਦਾਨ ਹੁੰਦੇ। ਚੜ੍ਹਦੀ ਉਮਰ ਦੇ ਦੂਰੀਆਂ ਹਾਣ ਕੋਲੋਂ ਐਵੇਂ ਹੌਕਿਆਂ ਦੀ ਹੀ ਖਾਣ ਹੁੰਦੇ। ਧੁੱਪ ਵਿੱਚ ਫਕੀਰੀਆਂ ਘੁਲ ਜਾਣ, ਟਾਂਕੇ ਹੋਸ਼ ਹਮੇਲਾਂ ਦੇ ਟੁੱਟ ਜਾਂਦੇ। ਜਦੋਂ ਇਸ਼ਕ ਦਾ ਬੁੰਗਾ ਤਮੀਰ ਹੋ ਜਾਏ, ਕੋਠੇ ਅਕਲ ਵਾਲੇ ਪਿੱਛੇ ਛੁੱਟ ਜਾਂਦੇ। ਅਸੀਂ ਮਹਿਰਮਾ ਤਪਦਿਆਂ ਸੂਰਜਾਂ ਨੂੰ, ਨੱਤੀ ਤੇਰੀ ਦੇ ਮੇਚ ਦਾ ਕਰ ਲਿਆ। ਤੈਨੂੰ ਬਾਹਾਂ ਦੇ ਵਿੱਚ ਤਾਂ ਭਰਿਆ ਨਾ, ਤੇਰੇ ਪਿੰਡ ਦਾ ਰੇਤਾ ਹੀ ਭਰ ਲਿਆ ਹੈ। ਲੋਆਂ ਲੱਗ ਕੇ ਸ਼ੈਲ ਅੰਗੂਰੀਆਂ ਨੂੰ, ਬਾਗੋਂ ਇਸ਼ਕ ਦੇ ਟਪਕਦਾ ਰਸ ਹੁੰਦਾ। ਮੇਵੇ ਮਿਸ਼ਰੀਆਂ ਰਹਿ ਜਾਣ ਇੱਕ ਪਾਸੇ, ਫੇਰ ਤਾਂ ਰੋੜਾਂ ਦਾ ਮਜ਼ਾ ਵੀ ਨਹੀਂ ਦੱਸ ਹੁੰਦਾ। ਮੇਵੇ ਮਿਸ਼ਰੀਆਂ ਰਹਿ ਜਾਣ ਇੱਕ ਪਾਸੇ, ਫੇਰ ਤਾਂ ਰੋੜਾਂ ਦਾ ਮਜ਼ਾ ਵੀ ਨਹੀਂ ਦੱਸ ਹੁੰਦਾ। ਰਾਣੀ ਤਤਲਾ ਹਰਮਨਜੀਤ ਇਉਂ ਲਿਖਦਾ, ਡੂੰਗੀ ਬਾਤ ਕਰਤਾ ਹੈ। CBC ਦੀ ਤੋੜ ਲਈਏ ਪਹਿਲਾਂ, ਜਿਨ੍ਹਾਂ ਨੇ 2 ਮਹੀਨੇ ਪਹਿਲਾਂ ਇੰਸ਼ੋਰੈਂਸ ਕਟਾ ਦਿੱਤਾ, ਗੱਡੀਆਂ ਦਾ ਖੜਾ ਦਿੱਤਾ ਘਰੇ, ਤੇ ਵੀ COVID-19 ਕਰਕੇ ਕਾਹਨੂੰ ਦੇਣਾ $250-300 $1000 ਬਚੂ। ਜਦ ਹੁਣ ਇੰਸ਼ੋਰੈਂਸ ਕਰਾਉਣ ਗਏ, $20 ਪ੍ਰੀਮੀਅਮ ਜਿਹੜਾ ਵਧਿਆ ਕਿਉਂ? ਲਾਇਬਿਲਿਟੀ ਇੰਸ਼ੋਰੈਂਸ, ਜਿਹੜੀ ਲਾਇਬਿਲਿਟੀ ਇੰਸ਼ੋਰੈਂਸ ਵਧਾ ਦਿੱਤੀ। ਇਹ ਸਾਡੀ ਕਰਾਉਣ ਕਾਰਪੋਰੇਸ਼ਨ ਪੁੱਠਾ ਕਿਉਂ ਚੱਲਦੀ ਹੈ, ਮੈਨੂੰ ਸਮਝ ਨਹੀਂ ਆਉਂਦੀ। ਬਾਕੀ ਸੂਬਿਆਂ ਦੇ ਵਿੱਚ ਰਿਬੇਟ ਮਿਲ ਰਹੇ ਨੇ, ਡਿਸਕਾਊਂਟ ਮਿਲ ਰਹੇ ਨੇ, ਚੈੱਕ ਘਰੇ ਭੇਜ ਰਹੇ ਨੇ $20-25 ਦਾ। ਇਹ ਗਾਰਬੇਜ ਬਿਨ ਚ ਲੱਗੀ ਅੱਗ ਆ ਜਿਹੜੀ, ਜਿਹਦੇ ਤੇ ਰਾਜਨੀਤੀ ਨੇ ਪੂਰੀਆਂ ਹੀ ਰੋਟੀਆਂ ਸੇਕੀਆਂ ਪਹਿਲਿਆਂ ਨੇ। ਹੁਣ ਵਾਲਿਆਂ ਦਾ ਸ਼ੁਕਰ ਹੈ ਡੇਵਿਡ ਈਬੀ ਨੇ ਐਟਲੀਸਟ ਇਹਦੇ ਤੇ ਗਾਂ ਨੂੰ ਪਾਬੰਦੀ ਲਾਈ ਆ ਵੀ ਇਹਦੇ ਵਿੱਚੋਂ ਕੋਈ ਕਮਾਈ ਨਹੀਂ ਕਰ ਸਕਦਾ। ਇਹਦੇ ਵਿੱਚੋਂ ਲਿਜਾ ਕੇ ਆਪਣੇ ਰਜਿਸਟਰ ਜਿਹੜੇ ਨੇ ਟੇਢੀ ਲਾਈਨ ਦੀ, ਉਹਨਾਂ ਤੇ ਲਕੀਰ ਮਾਰ ਸਕਦੇ। ਇਹ ਹੁਣ ਪਰ $20 ਇੱਕ ਗੱਡੀ ਦਾ ਇੰਸ਼ੋਰੈਂਸ ਵੱਧ ਗਿਆ। ਹੁਣੇ ਮੈਨੂੰ ਪਤਾ ਲੱਗਿਆ, ਤੇ ਜਿਹੜੇ ਇੰਸ਼ੋਰੈਂਸ ਕਰਨ ਵਾਲੇ ਬੈਠੇ ਆ, ਜਾਂ ਉਹਨਾਂ ਨੂੰ ਪੁੱਛਦਾ 20 ਕਾਹਦਾ ਵਧਿਆ, ਉਹ ਕਹਿੰਦੇ ਭਾਜੀ ਸਾਨੂੰ ਤਾਂ ਆਪ ਨਹੀਂ ਪਤਾ। ਤੇ ਫਿਰ ਪਤਾ ਕਿਹਨੂੰ ਹੈ? ਹੋਰ ਕਿਹਨੂੰ ਪਤਾ ਹੈ? ਜਦ ਤੁਸੀਂ ਬਹਿਨੇ ਹੋ, ਤੁਸੀਂ ਇੱਕ ਕੰਮ ਕਰਦੇ ਹੋ, ਤੁਹਾਡਾ ਪ੍ਰੋਫੈਸ਼ਨ ਆ ਇਹ, $2-2 ਮਿਲੀਅਨ ਏਜੰਸੀ ਤੇ ਲਾ ਕੇ ਬੈਠੇ ਹੋ, ਤੇ ਕਿਹਨੂੰ ਪਤਾ ਉਹ ਇੰਸ਼ੋਰੈਂਸ ਦੇ ਬਾਰੇ? ਖਾਸ ਤੌਰ ਤੇ ਘਰਾਂ ਦਾ ਜਿਹੜਾ ਇੰਸ਼ੋਰੈਂਸ ਹੈ, ਉਹਦੇ ਬਾਰੇ ਜ਼ਰੂਰ 2 ਜਗ੍ਹਾ ਤੋਂ 3 ਜਗ੍ਹਾ ਤੋਂ ਘੱਟੋ ਘੱਟ ਕੋਟੇਸ਼ਨ ਲਿਆ ਕਰੋ, ਘੱਟੋ ਘੱਟ। ਤੇ ਉਹਦੇ ਵਿੱਚ ਕਵਰ ਕੀ ਹੈ, ਕੀ ਹੈ ਉਹਦੇ ਵਿੱਚ, ਕਿਹੜੀਆਂ ਮੁਸ਼ਕਲਾਂ ਨੇ, ਘਰ ਦੀ ਕਾਸਟ ਕਿੰਨੀ ਪਾਈ ਹੈ, ਇਹਨੂੰ ਸਾਰਿਆਂ ਨੂੰ ਚੈੱਕ ਕਰਿਆ ਕਰੋ। ਇਹ ਛੱਡ ਦਿਓ, ਜਿੰਨਾ ਮਰਜ਼ੀ ਮਾਣ ਕਿਸੇ ਤੋਂ ਕਰ ਲਓ, ਪਰ ਪੈਸੇ ਧੇਲੇ ਦੇ ਮਾਮਲੇ ਦੇ ਵਿੱਚ ਆਪਣੀ ਦਰਿਆਵਤ ਜ਼ਰੂਰ ਕਰੋ। ਇਹ ਬਹੁਤ ਜ਼ਰੂਰੀ ਹੈ। ਔਰ ਇੰਸ਼ੋਰੈਂਸ ਇੱਕ ਅਜਿਹੀ ਚੀਜ਼ ਹੈ ਜਿਹਦੀਆਂ ਫਾਈਨ ਲਾਈਨਸ, ਚਾਹੇ ਪਾਰਦਰਸ਼ੀ ਲੈਂਸ ਲਾ ਕੇ ਨਾ ਵੇਖੋ, ਪੜ੍ਹ ਲਓ, ਉਹਦੇ ਤੇ ਦਸਤਖਤ ਕਰਨ। ਘੁੱਗੀਆਂ ਮਾਰਨ ਵਾਲਾ ਸਮਾਂ ਲੰਘ ਗਿਆ। ਜਦ ਕੋਈ ਪੇਪਰ ਤੇ ਘੁੱਗੀ ਮਰਾ, ਪੇਪਰ ਲੈ ਆਓ ਘਰੇ, ਦੂਜੇ ਦਿਨ ਘੁੱਗੀ ਮਰਾ ਲਓ। ਐਗਰੀਮੈਂਟ ਤੇ ਸਾਈਨ ਕਰਨ ਤੋਂ ਪਹਿਲਾਂ, ਕਿਸੇ ਤੇ ਵੀ ਕੋਈ ਨੌਕਰੀ ਦੇ ਉਹਦੇ ਤੇ ਦਸਤਖਤ ਕਰਨ ਤੋਂ ਪਹਿਲਾਂ ਵਕੀਲ ਨੂੰ ਪੜ੍ਹਾ ਲਓ, ਕਿਸੇ ਨੂੰ ਦੇ ਦਿਓ $100 ਅੱਧੇ ਘੰਟੇ ਦਾ, ਅਲੱਥਾ ਕਰਕੇ ਦੇ ਦੂ ਤੁਹਾਨੂੰ। ਦਸਤਖਤ ਤਾਂ ਕਰਿਓ, ਦਸਤਖਤ ਹੋਣ ਤੋਂ ਬਾਅਦ ਜਦ ਇਹ ਕਹਿਣਾ ਕੰਸੈਂਟ ਕਰਕੇ ਵੀ ਮੈਨੂੰ ਪਤਾ ਨਹੀਂ ਸੀ, ਫਿਰ ਉਹਦਾ ਕੋਈ ਹੀਲਾ ਪਹਿਲਾਂ ਹੀ ਹੁੰਦਾ ਹਰ ਇੱਕ ਚੀਜ਼ ਦਾ। ਸੋ ਇੰਸ਼ੋਰੈਂਸ ਇਹ $20-22 $25 ਵਧੇ ਨੇ, ਜਿਹੜੇ ਹੁਣ ਕਟਾ ਕੇ ਕਰਾ ਰਹੇ ਨੇ। ਉਹਦਾ ਹੁਣ ਕਾਰਨ ਲਿਖਿਆ ਹੋਇਆ ਲਾਇਬਿਲਿਟੀ ਇੰਸ਼ੋਰੈਂਸ। ਤੇ ਹੁਣ ਜਦ ਗੱਡੀਆਂ ਪਿਛਲੇ 3 ਮਹੀਨੇ ਤੋਂ, ਮਾਰਚ, ਅਪ੍ਰੈਲ, ਮਈ, ਜੂਨ, 4 ਮਹੀਨੇ ਤੋਂ, ਮਾਰਚ ਦਾ ਲਾ ਲਓ,
अप्रैल मई जून 3 महीने खड़ियां रह गई, काम बाहर चलता नहीं, ते ओहदे च हुण खड़ियां दे खर्चे वध गए। ये चैक करो, जब इंश्योरेंस रीन्यू करा रहे हो, कट्टिया होया हुण दोबारा करा रहे हो काम ते जाण लई, उहनूं सवार के चैक करियो कि की हो रहा, क्यों वधिया। दूजी खबर, कनेडा ने हुण सुन लियो, जिन्ने फॉरन ट्रैवलर्स ने उन्हां ते 31 जुलाई तक जिहड़ा बैन एक्सटेंड कर दिता। कनेडियन सिटीजन, परमानेंट रेजिडेंट्स ते अमेरिकनस वो आ सकते आ। तुहाडे विजिट वीजे वाले जां कोई तुहाडे वर्क परमिट वाले, सुपर वीजे वाले, इहदा चैक कर लियो टिकटां बुक कराउण तो पहलां। 31 जुलाई तक कनेडा ने बैन वधा दिता। यूरोपीयन नेशन ने, यूरोपीयन यूनीयन ने अज बैन चक दिता है। उन्होंने सूची छाप दी है कि इत्थे कौन कौन आ सकता है अमरीका तो बिना, पर साडे वाले पासे 31 जुलाई तक वध गया। तो यह मतलब 31 जुलाई तक ही तुहाडा बॉर्डर भी नॉन एसेंशियल सर्विसेज के लिए बंद होएगा। आदतां पै गईयां, इत्थों ही सब कुछ घरां दा चल रहा है, घरां दा दुध इत्थों चल रहा, गैस इत्थों चल रही है, शॉपिंग इत्थों हो रही है। तो इहदे ते ही हुण समा इहो जिहा अपना आउणा, देश नूं प्यार करके देश दे लई ही सानूं ये काम करना पैना। ये छड्ड दिओ, हुण ये करना पैना आपां नूं। $20-50 महीने का खर्चा जिहड़ा वधदा है वो बचाउंदे सी आपां, गैस भी पाउण जांदे सी, दुध भी सारे लैण जांदे सी आपां। हुण भी सरिया ही है, 3 महीने हो गए। तो मेरे ख्याल सानू भी अपने देश का हुण सोचना चाहिए इस समय ते भी असी बॉर्डर ते एवें जबकदे ना फिरीए, एवें तलाशियां लैंदे फिरीए ते घूर के वो गल्लां करदे, काहनूं फसना उत्ते। कोई फर्क नहीं, 20-50 सेंट एक गैलन का फर्क है थोड़े दुध का। $3 की उत्थों मिलती है तो $4 की होगी, मेरे ख्याल $4.5 की तुहानूं इत्थों मिल जाती है। गैस बिल्कुल सस्ती है। गैस स्टेशन वालियां नूं भी बेनती है भी ये 90-90 सेंट नूं जिहड़ियां बेचदे रहे हुण $1.5 नूं फेर होगी। किहड़ा मैकेनिज्म है जिहड़ा तुसीं चक दिंदे हो, कित्थों चूंडी वड़ दिंदे हो। हुण इन्हां ने कहना साडे पिछों जा वधाउंदे ने, सानूं वधाउणी पैंदी है। पर चेंजेस आ रही हैं, ट्रांजिशन हो रही है। आउण वाले 5-7 सालां दे विच गड्डियां जिहड़ियां हाईब्रिड ते इलैक्ट्रिक कारां, ट्रकां की गल हो रही है। कैलीफोर्निया दे विच भी 2045 तक ट्रकर जिहड़े ट्रक ने वो टोटली जीरो जिहड़े पोल्यूशन वाले हो जाने ने। बिल्कुल कोई ट्रक जिहड़ा कन्वेंशनल रहना नहीं, ये हो रहा। उन्होंने कल कैलीफोर्निया जिहड़ी एयर वाली एक डिपार्टमेंट है, उन्होंने ये जिहड़ा कल डिकलेयर किया। एनीवेज, पर हुण ये बहुत वड्डे तुहाडे सवाल ने, हर रोज़ आउंदे ने भी साडे मापे सुपरवीजर ते गए ने, विजिट वीज़ा लोकां दे कोल है ते चढ़ना इत्थे। PR ने जिहड़े उन्हां दा वीज़ा मिलिया, आ नहीं सकदे, PR आ सकदे। अज जिहड़ा हुण 31 जुलाई तक बैन एक्सटेंड होना, अज वो मुक रिहा जिहड़ा 1 महीने लई ओहो एक्सटेंड कर रहे ने। उहदे च PR सिटीजन, अमेरिकन सिटीजन वो आ सकदे। वो ये हुण जे कोई, क्योंकि फ्लाइट्स आउंदियां ने, एयर इंडिया की एक फ्लाइट दिल्ली तो शिकागो की कल बुक हुई है, किसी ने की है, वो हुई है 80,000 रुपइया दे विच। 80,000 रुपइया दे विच उही फ्लाइट बिल्कुल शिकागो तो पैरल टोरंटो में, जो तुसीं देखियो लेक तो दूसरे बन्ने टोरंटो है, कोई दूर नहीं पै रहा। दिल्ली तो शिकागो ते दिल्ली तो टोरंटो का कोई सफर नहीं। उत्थे जिहड़ी उतरदी है वो 1,70,000 च उतरदी है, डबल। हुण इहनूं की कहोगे, बढ़ांगा? यस, ये बढ़ांगा। हुण जिहने आउणा है, कल चौहान होनी दोस्त ने मिनीएपोलिस च, उन्हें अपने पेरेंट्स का कहते जी थोड़े क्यों महंगी है, मैनूं समझ नहीं, मैं दोनों मापियां का 1,60,000 कराया, मैं साढ़े 1,60,000 की एक आउंदी है। ते शिकागो ते टोरंटो नूं जे तुसीं पैरल करके वेखो, बिल्कुल कोई फर्क नहीं। वैनकूवर तो शिकागो भी 4 घंटे जहाज उतर जाता, 4 दे विच टोरंटो उतर जाता। टिकट देख लो, कैलीफोर्निया एयर रिसोर्सिस बोर्ड है, करमबीर ग्रेवाल उन्होंने दस्सिया, जिहड़ा जिन्हां ने कहा कि 2045 दे विच जिहड़ा ट्रक जीरो पोल्यूशन वाले आने। थैंक यू ग्रेवाल साहब।
CARB ਤੇ ਇਹ ਹੁਣ ਇਹ ਦੇਖ ਲਓ ਬਈ ਉੱਥੇ ਵੀ ਰੀਪੈਟਰੀਏਸ਼ਨ ਦੇ ਥੱਲੇ ਆ ਰਹੀਆਂ ਨੇ। ਅਮਰੀਕਾ ਨੇ ਸ਼ਾਇਦ ਖੋਲ ਦਿੱਤੀਆਂ ਹੁਣ ਫਲਾਈਟਾਂ, ਪਰ ਫਿਰ ਵੀ ਰੀਪੈਟਰੀਏਸ਼ਨ ਜਿਹੜੀਆਂ ਇਹ ਫਲਾਈਟਸ ਨੇ ਇਹਨਾਂ ਨੂੰ ਕਿਹਾ ਜਾਂਦਾ ਉਹ ਹੁੰਦੀਆਂ ਵੀ ਹਫ਼ਤੇ 'ਚ 2 ਆਈਆਂ, ਸਰਕਾਰਾਂ ਨੇ ਸੈੱਟ ਕੀਤੀਆਂ। ਭਾਰਤ ਦੇ ਤਾਂ ਲੋਕ 30-40 ਚੜ੍ਹਦੇ ਆ ਟੋਰਾਂਟੋ ਤੋਂ, ਗਾਹਾਂ $1000 ਦੇ ਵਿੱਚ 에ਅਰ ਕੈਨੇਡਾ ਵਾਲੇ ਬੈਠੇ ਨੇ ਸ਼ਿਕੰਜਾ ਗੱਡੀ ਵੀ ਆ ਜਾਓ ਵੈਨਕੂਵਰ ਜਾਣਾ 1000 'ਚ ਲਿਆਵਾਂਗੇ। ਭਾਰਤ ਨੂੰ ਇਹੀ ਟਿਕਟ 1400 'ਚ ਰਿਟਰਨ ਸੀ, ਉਹ ਕਹਿੰਦੇ 1000 'ਚ ਵੈਨਕੂਵਰ ਨੂੰ ਮਿਲਦੀ ਆ 4 ਘੰਟੇ 'ਚ, ਅਸੀਂ 19 ਘੰਟੇ ਕਾਹਦੇ ਲਈ ਤੁਰੇ ਫਿਰਨਾ 14-15 ਘੰਟੇ। ਸਾਡੇ ਜਹਾਜ਼ ਨਹੀਂ ਜਾਂਦੇ ਹੁਣ ਦਿੱਲੀ, ਜਿਹੜੇ ਜਾਂਦੇ ਸੀ ਡ੍ਰੀਮ ਲਾਈਨਰ, ਹੁਣ ਨਹੀਂ ਜਾਂਦੇ। ਇਹਦਾ ਹੱਲ ਹੁਣ ਲੋਕ ਕਰਨ। ਬਹੁਤ ਦੱਸਤਾ, ਬਹੁਤ ਸਮਝਾ ਦਿੱਤਾ ਹੈ, ਬਾਕੀ ਹੱਲ ਤਾਂ ਹੁਣ ਲੋਕਾਂ 'ਚ ਹੀ ਹੈ। ਮੇਰੇ ਖਿਆਲ ਮੀਡੀਆ ਦਾ ਤਾਂ ਇੰਨਾ ਹੀ ਕੰਮ ਹੈ ਜਿਹੜਾ ਇੰਨਾ ਕਰਦਾ, ਇਸ ਤੋਂ ਬਾਅਦ ਪਿੰਡ ਹੀ ਨਹੀਂ ਲੱਗ ਹੁੰਦਾ, ਕਿਉਂਕਿ ਹਰ ਰੋਜ਼ ਇੱਕ ਇਸ਼ੂ ਹੈ, ਕਿੱਥੇ ਕਿੱਥੇ ਅਸੀਂ ਖੜਾਂਗੇ। ਬਾਕੀ ਕਮਿਊਨਿਟੀ ਦਾ ਕੰਮ ਹੈ। ਕੱਲ੍ਹ ਨੂੰ ਇੱਕ ਇਕੱਠ ਜਿਹੜਾ 2 ਵਜੇ ਹਾਲੈਂਡ ਪਾਰਕ ਦੇ ਵਿੱਚ ਹੋ ਰਿਹਾ, ਉਹਦੇ 'ਚ ਉਹ ਪਰਿਵਾਰ ਜਿਹੜੇ ਨੇ ਵਾਪਸ ਲਿਆਉਣ ਲਈ, ਜਿਹੜੇ ਉੱਥੇ ਪਰਿਵਾਰ ਕੈਨੇਡੀਅਨ ਸਾਡੇ ਫਸੇ ਹੋਏ ਨੇ, ਉਹਨਾਂ ਨੂੰ ਕੱਲ੍ਹ ਉਹਦੇ ਲਈ ਇੱਕ ਰੈਲੀ ਹੋ ਰਹੀ ਹੈ 2 ਵਜੇ ਹਾਲੈਂਡ ਪਾਰਕ ਸਰੀ ਦੇ ਵਿੱਚ। ਤੇ ਇਹਦੇ ਤੇ ਕੈਨੇਡਾ ਡੇ ਤੇ ਇਸ ਦੇਸ਼ ਦੀਆਂ ਕਦਰਾਂ ਕੀਮਤਾਂ ਨੂੰ ਦੱਸਣ ਦੇ ਲਈ ਵੀ ਇਹ ਦੇਸ਼ ਕੀ ਹੈ, ਤੇ ਇਹ 'ਚ ਸੈਕੰਡ ਕਲਾਸ ਸਿਟੀਜ਼ਨ ਜਿਹੜੇ ਉਹ ਕਿਉਂ ਦਿਖਾਏ ਜਾ ਰਹੇ ਨੇ, ਉਹ ਉੱਥੇ ਜਿਹੜੇ ਬੈਠੇ ਆ ਉਹਨਾਂ ਨੂੰ ਕਿਉਂ ਨਹੀਂ ਇਹ ਲੈ ਕੇ ਆਂਦਾ ਜਾ ਰਿਹਾ, ਜਿਹੜੇ ਪੰਜਾਬ 'ਚ ਬੈਠੇ ਆ। ਹੁਣ ਇਹ ਕੰਮ ਜਿਹੜਾ ਠੰਡਾ ਪਿਆ ਹੋਇਆ, ਹੁਣ ਫਰਕ ਇਹ 'ਚ ਪਤਾ ਕੀ ਹੈ? ਫਰਕ ਇਹ ਹੈ ਵੀ ਜਿਹਦੇ ਇੱਥੇ ਨੇ ਉਹ ਕਹਿੰਦੇ ਯਾਰ ਛੱਡ, ਹੁਣ ਅਸੀਂ ਕੀ ਕਰੀਏ। ਇਹੀ ਕਮਿਊਨਿਟੀ ਦੀ ਗੱਲ ਹੈ। ਕਮਿਊਨਿਟੀ ਦੇ ਤੌਰ ਤੇ ਅਸੀਂ ਦੁੱਖ ਨਾਲ ਕਹਿ ਰਹੇ ਖੁਰ ਰਹੇ ਹਾਂ। 100 ਸਾਲ ਪਹਿਲਾਂ ਜਿੱਥੇ 10-10 ਸੈਂਟ ਘੰਟੇ ਦੀ ਦਿਹਾੜੀ ਕਰਦੇ ਸਾਡੇ ਬਜ਼ੁਰਗ, ਉਹਨਾਂ ਦਾ ਜਿਹੜਾ ਏਕਾ ਸੀ, ਅੱਜ ਅਸੀਂ ਲੱਖਾਂ 'ਚ ਹੈ। ਸਾਡੇ ਕਹਿੰਦੇ ਜਿਹਦੀ ਬਾਂਹ ਘਲਾੜੀ 'ਚ ਆ ਗਈ, ਬਾਈ ਸਾਹਿਬ ਪੁੱਠਾ ਪਟਾ ਚਾੜ ਕੇ ਕੱਢ ਲਾ ਬਾਹਰ, ਮੈਂ ਨਹੀਂ ਕੱਢ ਸਕਦਾ। ਇਹੀ ਕਾਰਨ ਆ ਸਾਡਾ ਹਰ ਰੋਜ਼। ਅੱਜ ਇੱਥੇ ਹੈਲਥ ਕੇਅਰ ਵਰਕਰਸ ਨਾਲ ਹੋ ਗਈ, ਉੱਥੇ ਪੋਰਟ ਤੇ ਟਰੱਕਰਸ ਨਾਲ ਹੋ ਗਈ, ਇੱਥੇ ਵਰਕਰਸ ਨਾਲ ਹੋ ਗਈ, ਇੱਥੇ ਫਲਾਣੇ ਨਾਲ ਹੋ ਗਈ, ਉੱਥੇ ਫਲਾਣੇ ਨਾਲ ਹੋ ਗਈ। ਤੇ ਉਸ ਸਮੇਂ ਸਾਡਾ ਕੋਈ ਵੀ ਰਿਪਰੈਜ਼ੈਂਟੇਸ਼ਨ ਸਾਡੀ ਹੈ ਨਹੀਂ ਸੀ, ਨਾ MLA, ਨਾ MP, ਨਾ ਕੌਂਸਲਰ। ਹੁਣ ਸਾਡੇ ਸਾਰੇ ਦੇਸ਼ 'ਚ ਕਿਤੇ ਨਾ ਕਿਤੇ ਅਸੀਂ ਗਿੱਟਾ ਫੜੀ ਬੈਠਿਆ, ਪਰ ਸਾਡਾ ਸੂਤ ਕੋਈ ਨਹੀਂ ਲੱਗਦਾ। ਗੱਲ ਸੁਣ ਲਓ ਬਹਿ ਕੇ, ਆਹ ਕਰ ਰਹੇ ਆ, ਇੰਨੇ ਮਿਲੀਅਨ ਉੱਥੇ ਆ ਗਿਆ, ਇੰਨੇ ਮਿਲੀਅਨ ਉੱਥੇ ਆ ਗਿਆ। ਗੱਲ ਅੰਦਰੋਂ ਮੈਂ ਤੁਰ ਫਿਰ ਕੇ ਮੇਲਾ ਵੇਖ ਕੇ ਹਟਿਆ ਸਾਲ ਪਹਿਲਾਂ। ਇਹਨਾਂ ਦੇ ਕੋਲ ਜਿਹੜਾ ਲਾਣਾ ਹੈ, ਇਹਨਾਂ ਦੇ ਕੋਲ ਕੱਖ ਨਹੀਂ, ਇਹ ਕੁਛ ਨਹੀਂ ਕਰ ਸਕਦੇ। ਵਿਪ ਪਾਰਟੀ ਪਲੇਟਫਾਰਮ, ਪਾਰਟੀ ਦੀਆਂ ਪਾਲਿਸੀਆਂ ਤੋਂ ਬਾਹਰ ਇੱਕ ਗੱਲ ਨਹੀਂ ਕਰ ਸਕਦੇ। ਇੱਕ ਗੱਲ ਉਹ ਕਰਨ ਨਹੀਂ ਦਿੰਦੇ। ਉਹ ਕਹਿੰਦਾ ਤੂੰ ਪਹਿਲਾਂ ਪਰਮਿਸ਼ਨ ਲੈ, ਉੱਥੇ ਈਵਨ ਪਾਰਲੀਮੈਂਟ 'ਚ ਬੋਲਣਾ ਹੈ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਬਈ ਮੈਂ ਬੋਲਣਾ। ਉਹ ਕਹਿੰਦਾ ਪਹਿਲਾਂ ਦੱਸ ਕੀ ਬੋਲਣਾ। ਇੱਥੇ 980 ਤੇ ਕਰਕੇ ਦੇਖ ਲਿਓ ਫੋਨ, ਗੱਲ ਚੱਲਦੀ ਹੋਊ, ਹੁਣ ਕੋਈ ਕਰਿਓ ਫੋਨ। ਉਹ ਕਹਿੰਦੇ ਹਾਂਜੀ ਕੀ ਨਾਂ ਹੈ? ਉਹ ਕਹਿੰਦਾ ਹਰਸਰਮੁਖ ਸਿੰਘ। ਉਹ ਕਹਿੰਦੀ ਕਲੀਅਰਲੀ ਦੱਸ। ਉਹ ਕਹਿੰਦਾ ਹਰਸਰਮੁਖ ਸਿੰਘ। ਹਾਂ ਬੋਲਣਾ ਕੀ ਹੈ? ਆਈ ਵਾਂਟ ਟੂ ਸੇ ਦਿਸ ਐਂਡ ਦਿਸ ਦਿਸ। ਉਹ ਕਹਿੰਦੀ ਨੋ ਦਿਸ ਇਜ਼ ਆਲਰੇਡੀ ਬੀਨ ਡਿਸਕਸਡ, ਥੈਂਕ ਯੂ, ਚੱਲ ਖਤਮ। ਉਹ ਤੇਰੀ ਗੱਲ ਇਹ ਜੀ ਪਹਿਲਾਂ ਹੋਊਗੀ, ਤੈਨੂੰ ਨਹੀਂ ਅਸੀਂ ਲਿਜਾ ਸਕਦੇ। ਜੇ ਗੱਲ ਕਰੋਗੇ, ਗੱਲ ਵਧੀਆ ਕਰੋਗੇ, ਜੇ ਇਹ ਜੀ ਉਹ ਕਹਿੰਦੇ ਚੱਲ ਲੈ ਆਉਣੇ ਤੈਨੂੰ, ਅਸੀਂ ਆਪਣੇ ਸਟੂਡੀਓ ਤੇ ਔਨ ਏਅਰ ਉਹੀ ਲੈ ਕੇ ਆਉਣਾ ਜਿਹਦਾ ਕੋਈ ਫਾਇਦਾ ਹੋ। ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ, ਅਸੀਂ ਹਰ ਰੋਜ਼ ਸਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਰਹੀ ਹੈ। ਇੱਕ ਵੀ ਜਗ੍ਹਾ ਦਿਖਾ ਦਿਓ ਜਿੱਥੇ ਸ਼ੋਸ਼ਣ ਨਹੀਂ ਹੋ ਰਿਹਾ, ਇੱਕ ਵੀ ਜਗ੍ਹਾ ਕੋਈ ਦਿਖਾਇਓ ਜਿੱਥੇ ਸਾਨੂੰ ਕਮਿਊਨਿਟੀ ਦੇ ਤੌਰ ਤੇ ਡਰੈਗ ਨਹੀਂ ਕੀਤਾ ਜਾ ਰਿਹਾ। ਉਹ 'ਚ 60% ਅਸੀਂ ਆਪਣੇ ਆਪ ਆਪਣਿਆਂ ਨੂੰ ਕਰਦੇ ਹਾਂ, 40% ਬਾਹਰਲੇ ਕਰਦੇ। 60%। ਪਿਛਲੇ ਮੰਗਲਵਾਰ ਦੀ ਗੱਲ ਤੋਰੀ, ਅੱਜ ਹਫ਼ਤਾ ਹੋ ਗਿਆ, ਹਰ ਰੋਜ਼ 50-50, 40-40 ਕਾਲਸ ਇਸੇ ਗੱਲ ਦੀਆਂ ਨੇ ਕਿ ਸਾਨੂੰ ਹੈਲਥ ਕੇਅਰ ਅਸੀਂ ਇੱਥੇ ਐ ਹੋ ਗਿਆ, ਇੱਥੇ ਐ ਹੋ ਗਿਆ। ਪਰ ਇਹ ਕਿੰਨੇ ਚਿਰ ਦਾ ਚੱਲਦਾ? 5 ਸਾਲ ਦਾ, 7 ਸਾਲ ਦਾ, 8 ਸਾਲ ਦਾ। ਕੋਈ ਕਿਉਂ ਨਹੀਂ ਬੋਲਿਆ? ਕੋਈ ਬੋਲਿਆ ਹੀ ਨਹੀਂ। ਬਸ ਹੁਣ ਮਾੜੀ ਜਿਹੀ ਗੱਲ ਕੀਤੀ ਤਾਂ ਹੁਣ ਆਪਾਂ ਸਾਰੇ ਬੋਲ ਰਹੇ ਹਾਂ, ਪਰ ਇਹਨਾਂ ਬੋਲਣ ਦਾ ਫਾਇਦਾ ਇਹੀ ਹੈ ਜੇ ਇਹਦਾ ਹੱਲ ਆਪਾਂ ਕਰ ਸਕੀਏ। ਹੱਲ ਤਾਂ ਕੀਤਾ ਜਾਊ, ਆਪਣੀ ਆਪਣੀ ਜਗ੍ਹਾ ਤੇ ਖੜਨਾ ਪੈਣਾ ਪੈਰ ਗੱਡ ਕੇ, ਤਾਂ ਹੋਣਾ। ਕਿਸੇ ਲਈ ਕਿਸੇ ਨੇ ਬੁਰਕੀ ਤੋੜ ਕੇ ਮੂੰਹ 'ਚ ਨਹੀਂ ਪਾਉਣੀ ਮਿੱਤਰਾ, ਆਪੇ ਹੀ ਕਰਨਾ ਪੈਣਾ। ਸਾਡਾ ਕੰਮ ਹੈ ਇਸ ਮਸਲੇ ਤੇ ਬੋਲਣਾ, ਅਵੇਅਰ ਕਰਨਾ।
पर असीं जद सित जिथे साडा शोषण हुंदा उत्थे ही खड़ो, ਉਹ ਕਹਿੰਦਾ बाकी काम छड्डे, पहला इज्जत लैनी, सत्कार दे, रोटी फेर कमा लांगे, रोटी दी कोई इशू नहीं। हाँ, कम्यूनिटी दे तौर ते जुना जिथे कम्यूनिटी नूं वरत के किते जगाड़ बन्नण दी गल है, ਉਹਦੇ ਤੋਂ भी बचो। जगाड़ बहुत बन्ने जा रहे हैं, ਉਹ एक बहुत वड्डा इशू है। हर तीजे दिन, हर चौथे दिन, हर 10वें दिन कुछ ना कुछ इत्थों ऐ खिच ला, इत्थों ऐ खिच ला। ਜਿਹੜੇ दिमाग पुट्ठे चलते हैं ना, ते असीं उन्होंने पता है भी किहड़ी जगह ते भटकना, आह गल क्यों, आह भटकणगे इत्थों क्यों, आह कहणगे आह होऊ, आह कहणगे आह होऊ, फाइनल आह नीति घाड़े जिन्होंने कहते हैं इस तरह सोचते भी अज तो 6 महीने नूं अज दी गल कीती, कित्थे खड़ू, उस गल ते जाके गल कर संभलीए। आपां कम्यूनिटी के तौर पर तकड़े होइए। जे 10-15 हज़ार जिहड़ा पंजाब च बैठा है, उत्थे बुरा हाल होया पिया कोविड-19 करके, वो सारे अपने परिवार के जी समझोगे। हाँ, मोरक्कन 15,000 आया मॉन्ट्रियल के एरिया च, उन्होंने MP सी, वो कहते एक नहीं सारी कम्यूनिटी आनी चाहिए। 15,000 मोरक्कन आया, 50 फ्लाइटां च कैसाब्लैंका तो चढ़ के फ्लाइटां, 50 फ्लाइटां। आप कहा मिनिस्टर ने 15,000 मोरक्कन लिया सी, तुसीं लिया के दसो तो 15 उत्थे बैठा होगा ना, है ही नहीं कोई। आ हुणे ही 5-4 घंटे में हो जाना शुरू, देख लियो ना, उत्थे है ही कोई नहीं, उत्थे आउणा ही नहीं कोई चाहुंदा, चल खत्म कहानी। पर ये संबंधी इकट्ठ हो रहा कल 2 बजे हॉलैंड पार्क च, पूरा ख्याल रखना। मैं कोशिश कर रहा तक्कर होना नाल भैन जी नाल गलबात करन दी, ते वो दसणगे तुहानूं। 11:44 होए ने। हैल्थ केयर वर्कर के इशूज़ ते एक अगला जिहड़ा इशू एबसफोर्ड की लॉन्ड्री का बहुत आ रहा है, बहुत डिटेल्ड जिहड़ी इनफॉर्मेशन आ रही है इकोटैक्स लॉन्ड्री की। ईमेल्स भेज रहे ने वर्कर उत्थे भी किस तरह साडा शोषण हुंदा है, किस तरह साडा सुपरवाइजर साडे ने जिहड़े वो प्रैशर करते हैं, किस तरह सानू जिहड़ा काम की कोई प्रॉब्लम नहीं, काम करते हैं, पर एक ब्रेकिंग पॉइंट तक ले जाके जब काम करना है, थ्रैट करना है बई नहीं फायर, ये कहने भी असी मालक नूं मिलना होगा, मालक नूं मिल लो, मालक किहड़ा कुछ नहीं कर सकता। तो बहुत डिटेल्ड इनफॉर्मेशन जिहड़ी है वो किसी ने भेजी है, जिहड़ी शॉकिंग है। हुण ये समझ लेना चाहिए जे गल चली है, गल किसी पासे चल पैनी है। हुण वो कहते पहला पंजाबियों तो बिना भी वर्कर सी, सारे चले गए, हुण सिर्फ पंजाबी होई जिहड़े वर्कर ने। ते काम जिहड़ा वो इन्ना प्रैशर च कराया जाता है। कई जिहड़े नौकरी किसी ने छड्डी है, उन्होंने भी लिखिया कि काम बहुत ज्यादा प्रैशर कर करके सुपरवाइजर है जिहड़ा है, उहदी ड्यूटी, मैनेजर की ड्यूटी ये हुंदी है भी चंगा वर्क एनवायरनमेंट होवे, काम भी प्रोडक्शन भी होनी है, ओहो मालकां नूं जवाबदेह है सुपरवाइजर। पर ਉਹਦਾ ਇਹ नहीं मतलब भी तुसी शमक लैनी है हत्थ 'ਚ, तुसी डंडा ਚੱਕਣਾ, तुसी घूरने ने। ਤੁਹਾਨੂੰ पता है भी पंजाबी ये कुड़ियां ਜਿਹੜੀਆਂ ਇਹ ਇਹਨਾਂ ਨੂੰ ਜ਼ਰੂਰਤ ਹੈ, ਕੋਈ ਕਿਸੇ ਨੂੰ ਘਰ ਦੀ ਮਹਿੰਗਾਈ ਹੈ, ਉਹਨੂੰ 4 ਪੈਸੇ ਚਾਹੀਦੇ ਨੇ, ਕਿਸੇ ਨੇ ਮਾਪਿਆਂ ਦੀ ਪੇਮੈਂਟ, ਮਾਪਿਆਂ ਦੀ ਜਿਹੜੀ ਇਨਕਮ ਬਣਾਉਣੀ ਹੈ, ਸੱਦਣਾ ਕਿਸੇ ਨੇ ਕੁਛ, ਕਿਸੇ ਦਾ ਹਰ ਇੱਕ ਦਾ ਕੋਈ ਨਾ ਕੋਈ ਪੰਗਾ। ਪਰ ਉਹਦੇ ਵਿੱਚ ਜਦ ਤੁਸੀਂ ਅਬਿਊਜ਼ ਕਰਨਾ ਹੈ, गलत शब्द बोलने ने, ते धक्के नाल काम वध कराउणा, प्रैशर करना है, प्रोडक्शन वध लैनी है, वो गल मारी है। सुपरवाइजर्स लिखिया होया, इहदा मतलब कई ने उत्थे झंडा बरदार ने जिहड़े। हुण ये सुपरवाइजर्स दा की है, इहदे च 2 गल्लां। एक तां मालक कोल नंबर, जिहड़ा नंबर बनाउण दे लई साडी कम्यूनिटी एक दूजे नूं ठिब्बी लाउंदी है, एक तां नंबर हो सकदा है, एक ये भी हो सकता है भी इन्ने वर्करां दे नाल साडा इन्ना कर दो, इन्ना बोनस। ये भी गल हो सकती, मालक ने कह दिता भी 20 बंदे इन्नी लॉन्ड्री करते हैं, तू ये 15 तो करा दे, 5 की जिहड़ी बचत करेगी या करेगा उहदे चों तैनूं इन्ने पैसे असीं देवांगे। ये पिछली गल हो सकती। काम करन वाला, काम कराउण वाले दी आपस विच संधि है, काम उहने कीता, पर ਅਸੀਂ इंटरवीन कित्थे करना जे सानू कोई मीडिया के तौर पर लिख के भेजदा कि सानू फलानी जगह ते साडे नाल बदसलूकी हो रही है, उस समय साडी ड्यूटी है मीडिया का यही काम है
ਹੋਰ ਮੀਡੀਆ ਦਾ ਕੋਈ ਕੰਮ ਨਹੀਂ। ਮੀਡੀਆ ਦਾ ਇਹੀ ਕੰਮ ਹੈ ਕਿ ਕਮਿਊਨਿਟੀ ਦੇ ਵਿੱਚ, ਲੋਕੈਲਿਟੀ ਦੇ ਵਿੱਚ, ਵਿਸੈਂਟੀ ਦੇ ਵਿੱਚ, ਤੁਹਾਡੇ ਸ਼ਹਿਰ 'ਚ, ਤੁਹਾਡੇ ਸੂਬੇ, ਤੁਹਾਡੇ ਦੇਸ਼ 'ਚ ਕੀ ਹੋ ਰਿਹਾ ਉਹਦੇ ਬਾਰੇ ਆਵਾਜ਼ ਚੱਕਣੀ। ਬਸ ਸਾਡਾ ਰੋਲ ਇੱਕ ਹੈ, ਚੰਗਾ ਕੀ ਮਾੜਾ ਕੀ, ਦੋਨੇ ਧਿਰਾਂ ਦੀ ਗੱਲ ਕਰਨੀ। ਦੂਜੀ ਧਿਰ ਹੈ ਜਿਹੜਾ ਕੋਈ ਸੁਣਦਾ ਹੈ, ਕੋਈ ਸੁਪਰਵਾਈਜ਼ਰ ਸੁਣਦਾ ਇਕੋ ਟੈਕਸ ਦਾ, ਫੋਨ ਕਰੋ, ਦੱਸੋ ਆ ਕੇ ਵੀ ਵਰਕਰ ਝੂਠ ਬੋਲਦੇ ਨੇ, ਮੈਂ ਸੱਚ ਬੋਲਦੀ ਹਾਂ ਜਾਂ ਬੋਲਦਾ। 1844 247 1550 ਇਸ ਤਰ੍ਹਾਂ ਹੀ ਦੂਜੇ ਵਰਕਰ ਨੇ ਜਿਨ੍ਹਾਂ ਦਾ ਸੁਪਰਵਾਈਜ਼ਰ, ਸਕੈਜੂਲਰ ਤੇ ਕੋਆਰਡੀਨੇਟਰ ਜਿਹੜੇ ਕਹਿੰਦੇ ਨੇ ਅਸੀਂ ਤੁਹਾਨੂੰ ਫਾਇਰ ਕਰਾਂਗੇ, ਤੁਸੀਂ ਬੋਲਦੇ ਹੋ ਜਾ ਕੇ ਰੇਡੀਓ ਤੇ, ਉਹਨਾਂ ਨੂੰ ਦਿਨਾ ਸਮਾਂ। ਹੁਣ ਲਾਈਨਾਂ ਖੁੱਲੀਆਂ, ਕਰੋ ਫੋਨ ਤੇ ਦੱਸੋ ਵੀ ਨਾ ਨਾ ਇਹ ਕੁੜੀਆਂ ਗਲਤ ਨੇ, ਇਹ ਲਾਉਂਡਰੀ 'ਚ ਕੰਮ ਕਰਨ ਵਾਲੀਆਂ ਗਲਤ ਨੇ। 184424715550 ਔਨ 에ਅਰ ਕਰੋ ਫੋਨ ਕਿ ਨਾ ਅਸੀਂ ਕੁਛ ਨਹੀਂ ਕਹਿੰਦੇ ਕੰਮ। ਹੁਣ ਜਿਹੜੀਆਂ ਇਹ ਰਾਈਟਿੰਗ ਦੇ ਵਿੱਚ ਹੈ ਪ੍ਰੋਪਰ, ਬੱਚੀ ਨੇ ਆਪਣੇ ਮਾਪੇ ਬਾਰੇ ਲਿਖਿਆ ਹੋਇਆ, ਕਹਿੰਦੇ ਮੈਨੂੰ ਪੰਜਾਬੀ 'ਚ ਮੇਰੇ ਬਾਪੂ ਜੀ ਨੇ ਲਿਖ ਕੇ, ਮੇਰੀ ਮਦਰ ਨੇ ਲਿਖ ਕੇ ਦਿੱਤਾ, ਸੌਰੀ ਮੈਂ ਅੱਗੇ ਇਸ ਨੂੰ ਤੁਹਾਡੇ ਲਈ ਇੰਗਲਿਸ਼ 'ਚ ਕਰਕੇ ਭੇਜਿਆ ਤੇ ਮੈਂ ਆਪਣੀ ਮਦਰ ਦੇ ਬਿਹਾਫ ਤੇ ਲਿਖ ਰਿਹਾ, ਉਹਦੇ ਫਰੈਂਡਸ ਦੇ ਲਈ ਲਿਖ ਰਿਹਾ, ਆਹ ਹੋ ਰਿਹਾ। ਮਤਲਬ ਕਿਹੜੀ ਯਾਰ ਕਮਿਊਨਿਟੀ ਤੇ ਕਿਹੜੇ ਤੁਸੀਂ ਗੱਲਾਂ 'ਚ ਤੁਰੇ ਫਿਰਦੇ ਹੋ। ਅਸੀਂ ਐਂ ਕਰ ਦਿੰਦੇ ਹਾਂ, ਅਸੀਂ ਤਾਂ ਫਿਰ ਅਸੀਂ ਤਾਂ ਕਿਲੇ ਫਤਿਹ ਕਰਨ ਵਾਲੀ ਕੌਮ ਆ, ਅਸੀਂ ਤਾਂ, ਤੁਸੀਂ ਸਾਡੇ 'ਚ ਰਹਿ ਕੀ ਗਿਆ, ਸਾਡੇ ਹੱਥ 'ਚ ਹੈ ਕੁਛ? ਹਰ ਇੱਕ ਵੱਡੇ ਦੀ ਗੱਲ ਕਰਦਾ, ਜਿਹੜਾ ਮਰਜ਼ੀ ਦੇਖ ਲਓ ਤੁਸੀਂ। ਔਰ ਇੰਨੀ ਖੁਸ਼ਾਮਦ, ਐਡਾ ਜਿਹੜਾ ਪਰਨਾ ਮੋਢੇ ਤੇ ਰੱਖਿਆ ਹੈ, ਡੋਲੂ ਹੱਥ 'ਚ ਫੜਿਆ ਹੋਇਆ, ਇੰਨਾ ਕੁਛ ਅਸੀਂ ਕਰਦੇ ਹਾਂ। ਅਸੀਂ ਕੱਢਣਾ ਕੀ ਹੈ ਇਹਦੇ 'ਚੋਂ? ਸਾਡੇ ਖੂਨ 'ਚ ਇੰਨੀ ਗਿਰਾਵਟ ਆ ਗਈ ਕਿ ਅਸੀਂ ਪੀੜ੍ਹੀਆਂ ਦੇ ਵਿੱਚੋਂ ਖੁਸ਼ਾਮਦ ਕਰਦੇ ਆ, ਉਹਨਾਂ ਤੇ ਸਾਡੇ ਖੂਨ 'ਚ ਪਈ ਹੈ। ਜ਼ਰੂਰਤ ਹੈ ਨਹੀਂ ਤੁਹਾਡੇ 'ਚ ਵੀ ਤੁਸੀਂ ਗੱਲ ਕਰ ਸਕੋ ਕਿਸੇ ਦੀ। ਇਹ ਕਿਉਂ ਸਾਲਾਂ ਦਾ ਇਹ ਹੋ ਰਿਹਾ? ਕਿਸੇ ਨੇ ਕਿਉਂ ਨਹੀਂ ਗੱਲ ਕੀਤੀ? ਮੈਂ ਤਾਂ ਹੈਰਾਨ ਹੈ, ਜਾਂ ਸਾਨੂੰ ਪਤਾ ਨਹੀਂ ਲੱਗਾ, ਜਾਂ ਜਿਹਨੂੰ ਪਤਾ ਲੱਗਾ ਉਹਨੇ ਕੀਤੀ ਨਹੀਂ। ਜਦੋਂ ਪਤਾ ਲੱਗ ਗਿਆ ਗੱਲ, ਸੋਮਵਾਰ ਨੂੰ ਗੱਲ ਪਤਾ ਲੱਗੀ, ਮੰਗਲਵਾਰ ਲੋਕਾਂ ਦੇ ਸਾਹਮਣੇ ਸੀ ਇੱਕ ਦਿਹਾੜੀ 'ਚ ਟੰਗ ਲਵੇ ਜਿਹੜਾ ਫਾਹੇ ਜਿਹਨੇ ਮੈਨੂੰ ਟੰਗਣਾ। ਜਿਹੜੀ ਗੱਲ ਸਹੀ ਆ ਉਹ ਸਹੀ ਆ। ਇਹ ਕਿਉਂ ਹੋ ਰਿਹਾ ਧੱਕਾ? ਕਿਉਂ ਵਰਕਰਾਂ ਨਾਲ ਧੱਕਾ ਹੋ ਰਿਹਾ? ਜੇ ਨਹੀਂ ਧੱਕਾ ਹੋ ਰਿਹਾ, ਸੁਪਰਵਾਈਜ਼ਰ ਦੱਸਣ ਵੀ ਇਹ ਵਰਕਰ ਕਿੱਥੇ ਗਲਤ ਨੇ। ਲਾਈਨਾਂ ਖੁੱਲੀਆਂ 184424715550 ਦੱਸੋ ਆ ਕੇ। ਲਾਉਂਡਰੀ ਵਾਲਾ ਕੋਈ ਸੁਪਰਵਾਈਜ਼ਰ ਦੱਸੇ ਆ ਕੇ ਵੀ ਨਾ ਇਹਦਾ ਕੰਮ ਨਹੀਂ ਕਰਦੀਆਂ, ਤਾਂ ਅਸੀਂ ਕੰਮ ਧੱਕੇ ਨਾਲ ਕਰਾਉਣੇ ਆ ਇਹਨਾਂ ਤੋਂ। ਹੱਡ ਹਰਾਮ ਨੇ ਕੰਮ ਨਹੀਂ ਕਰਦੀਆਂ। ਉਸ ਤਰ੍ਹਾਂ ਹੀ ਹੋਮ ਸਪੋਰਟ ਵਾਲੀਆਂ ਕੁੜੀਆਂ, ਰੈਜ਼ੀਡੈਂਟ ਕੇਅਰ ਅਟੈਂਡੈਂਟਸ, ਇਹ ਨਹੀਂ ਕੰਮ ਕਰਦੀਆਂ, ਇਹ ਗਲਤ ਕਰਦੀਆਂ, ਤੁਸੀਂ ਦੱਸੋ ਆ ਕੇ। ਪਰ ਆਹ ਲਾਉਂਡਰੀ ਦੀ ਗੱਲ ਜਿਹੜੀ ਹੈ, ਮੈਨੂੰ 4 ਦਿਨ ਹੋ ਗਏ ਸੁਣਦੇ ਨੂੰ। ਲਾਉਂਡਰੀ ਦਾ ਇੰਨਾ ਮੰਦਾ ਹਾਲ ਹੈ ਇਸ ਲਾਉਂਡਰੀ ਦਾ, ਜਿਹਦੇ 'ਚ ਕੰਮ ਕਰਦੇ ਨੇ, ਜਿੱਥੇ ਸਟਾਫ ਦੇ ਇਹਨਾਂ ਦੇ ਕੱਪੜੇ ਧੋਏ ਜਾਂਦੇ ਨੇ ਆਪਣੇ ਹਸਪੀਟਲ ਦੇ। ਤੇ ਕਿੱਦਾਂ ਹੁਣ ਇਸ ਸਮੇਂ ਆਹ ਜਿਹੜਾ ਸਮਾਂ ਚੱਲ ਰਿਹਾ, ਕਿੰਨੀ ਮੁਸ਼ਕਿਲ ਦਾ ਸਮਾਂ। ਪਰ ਉਹ ਵਰਕਰਸ ਦੇ ਨਾਲ ਮਤਲਬ 15 ਬੰਦਿਆਂ ਤੋਂ 20 ਬੰਦਿਆਂ ਦਾ ਕੰਮ ਕਰਾਇਆ ਜਾਂਦਾ। ਬਸ ਸਿੰਪਲ ਇਹ ਆ, ਜਦ ਭਜਾ ਕੇ ਹੰਭਾ ਕੇ ਡਿੱਗ ਪੈਣਾ ਕਿਸੇ ਨੇ, ਫਿਰ ਗੱਲ ਖਰਾਬ ਹੋਣੀ। ਇਹ ਨਹੀਂ ਹੈ ਕੰਮ ਕਰਨ ਦਾ। ਇਹ ਤਾਂ ਫਿਰ ਤੁਸੀਂ ਦਿਓ ਕੰਮ ਦੂਸਰੀ ਤਰੀਕੇ ਨਾਲ। ਇਹ ਕੰਮ ਦਿਓ ਫਿਰ ਠੇਕੇ ਤੇ, ਲਓ ਬਈ ਆਹ ਫੜੋ ਇੰਨੀ ਲਿਨਨ, ਇਹਨੂੰ ਸਾਫ਼ ਕਰ ਦਿਓ ਤੇ ਘਰ ਨੂੰ ਜਾਓ, ਤੇ ਕੰਟਰੈਕਟ ਤੇ ਦੋ। ਚਮਕੌਰ ਗਿੱਲ ਜੀ, ਲਾਈਨ ਨੰਬਰ 2। ਹਾਂਜੀ ਬਾਈ ਜੀ, ਲਾਉਂਡਰੀ ਚਮਕੌਰ ਗਿੱਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਅਸੀਂ ਨਾ ਹਾਂਜੀ, ਮੈਂ ਟਰੱਕ ਚਲਾਉਂਦਾ ਹੁੰਦਾ ਸੀਗਾ ਤੇ ਇੱਥੋਂ ਡਿਲੀਵਰੀਆਂ ਚੱਕਦਾ ਹੁੰਦਾ ਸੀ ਜੀ, ਇਕੋ ਟੈਕਸ ਲਾਉਂਡਰੀ ਤੋਂ। ਤੇ ਉੱਥੇ ਜਾਈਦਾ ਸੀਗਾ, ਅਸੀਂ ਤਕਰੀਬਨ 15-20 ਮਿੰਟ ਹੀ ਜਾਂਦੇ ਹੁੰਦੇ ਸੀਗੇ। ਪਰ ਉੱਥੇ ਸੁਪਰਵਾਈਜ਼ਰ ਜਿਹੜੇ ਉਹ ਵਰਕਰਾਂ ਨੂੰ ਐਂ ਦਬਕੇ ਮਾਰਦੇ, ਜਿਵੇਂ ਆਪਾਂ ਉੱਥੇ ਇੰਡੀਆ ਨਹੀਂ ਕਿਸੇ ਤੋਂ ਕੰਮ ਕਰਾਉਂਦੇ ਹੁੰਦੇ ਬਈ ਬੂਹੇ ਤੋਂ, ਤੇ ਫਾਰਮ ਖੇਤਾਂ ਜਿਵੇਂ ਆਪਾਂ ਦਬਕੇ ਮਾਰਦੇ, ਐਂ ਸੁਪਰਵਾਈਜ਼ਰ ਲੇਟ ਗਏ ਆਪਣੀਆਂ। ਉਹ ਵਰਕਰਾਂ ਨਾਲ ਹੁੰਦਾ, ਅਸੀਂ ਦੇਖਿਆ, ਆਪਦੀ ਅੱਖੀ ਦੇਖਿਆ ਵੀ ਬਹੁਤ ਬੁਰਾ ਹਾਲ ਉਹਨਾਂ ਦਾ, ਬਹੁਤ ਉਹਨਾਂ ਦਾ ਹੋ ਰਿਹਾ ਅਤਿਆਚਾਰ ਉਹਨਾਂ ਤੇ। ਥੈਂਕ ਯੂ ਗਿੱਲ ਸਾਹਿਬ, ਤੁਸੀਂ ਜੇ ਹਾਂਜੀ ਗਿੱਲ ਸਾਹਿਬ, ਇੰਨਾ ਹੀ ਦੱਸਣਾ ਤੁਹਾਨੂੰ ਵੀ ਉੱਥੇ ਮਾੜਾ ਹਾਲ ਹੀ ਆ। ਧੰਨਵਾਦ ਜੀ। ਕੋਈ ਨਾ, ਕੋਈ ਗੱਲ ਨਹੀਂ, ਚੰਗਾ ਹਾਲ ਵੀ ਹੋ ਜੂ। ਹੁਣ ਇੱਥੇ ਹੀ ਆਪਾਂ ਹਰਵੰਤ ਸਿੰਘ ਜੀ 3। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ। ਮੈਂ ਟਾਈਮ ਟੂ 4 ਦਾ ਇੱਥੇ ਆਇਆ ਹੋਇਆ, ਨਕਸ਼ੇ 'ਚ ਵੀ ਕੰਮ ਕੀਤਾ, ਫਾਰਮ 'ਚ ਵੀ ਕੰਮ ਕੀਤਾ, IWA 'ਚ ਵੀ ਕੰਮ ਕੀਤਾ। ਕੋਈ ਉਹਦੇ 'ਚੋਂ ਕੋਈ ਮਤਲਬ ਜਿੰਨਾ ਟਾਈਮ ਅਸੀਂ ਕੰਮ ਕੀਤਾ ਕੋਈ ਇਹੋ ਜਿਹਾ ਹੈ ਨਹੀਂ ਸੀ।
ਪਹਿਲੀ ਦਫਾ ਮੈਂ ਨਰਸ 'ਚ ਕੰਮ ਕੀਤਾ ਜੀ, 5-6 ਜਾਣੇ ਸੀ, 10 ਗੋਰੇ ਸੀ। ਈਵਨ ਗੋਰਿਆਂ ਦੇ ਸੁਪਰਵਾਈਜ਼ਰ ਵੀ ਸਾਡੇ ਨਾਲ ਕੰਮ ਕਰਦੇ ਰਹੇ। ਕੋਈ ਇਸ ਤਰ੍ਹਾਂ ਦੇ ਹੈ ਨਹੀਂ ਸੀ ਵੀ ਯੂਨੀਅਨ ਹੈਗੀ ਜਾਂ ਨਹੀਂ ਹੈਗੀ। ਬਹੁਤ ਟ੍ਰੀਟ ਗੁੱਡ ਕਰਦੇ ਸੀ, ਪੂਰੀ ਕਾਫੀ ਬ੍ਰੇਕ, ਪੂਰੀ ਲੰਚ, ਸਾਰਾ ਕੁਝ ਦਿੰਦੇ ਸੀ। ਤੇ IWS ਵੀ ਜਿੰਨੇ ਆਪਣੇ ਬੰਦਿਆਂ ਨੇ ਜਿਵੇਂ ਫਾਰਮ ਲਏ ਆ, ਬਿਜਨਸ ਨੇ ਸਾਡੇ ਨਾਲ ਕੰਮ ਕਰਦੇ ਰਹੇ ਆ, ਉਹਨਾਂ ਨੇ ਯੂਨੀਅਨ ਨੇ ਬਹੁਤ ਜ਼ਿਆਦਾ ਹੈਲਪ ਕੀਤੀ। ਪ੍ਰੋਬਲਮ ਇੱਥੇ ਖੜੀ ਹੁੰਦੀ ਆ ਜਦੋਂ ਆਪਣੇ ਬੰਦੇ ਵਿੱਚ ਸਾਰੇ ਰਲ ਕੇ ਆ ਗਿਆ, ਇੱਕ ਦੂਜੇ ਚੋੜੀਆਂ ਕਰਦੇ, ਜਾ ਦੱਸਦੇ ਆ ਤੂੰ ਆਹ ਕਰ ਲਾ, ਇਹਦੀ ਆਹ ਵੀਕਨੈਸ ਮੈਂ ਇਉਂ ਕਰ ਦੂੰ, ਇਹਨੂੰ ਹਟਾ ਦੇ, ਆਹ ਕਰਦੇ। ਉਦੋਂ ਇਹ ਗੱਲ ਚੀਜ਼ਾਂ ਮੈਂ 2000 ਤੋਂ ਬਾਅਦ ਸ਼ੁਰੂ ਹੋਈਆਂ, ਇਹ ਬਹੁਤ ਜ਼ਿਆਦਾ ਸ਼ੁਰੂ ਹੋਈਆਂ। ਪਹਿਲਾਂ ਹੋਊਗਾ ਥੋੜਾ ਕਰਾ, ਪਰ ਇੰਨਾ ਨਹੀਂ ਸੀ ਚਾਹੀਦਾ। ਟ੍ਰੀਟ ਜੇ ਫਾਰਮ ਵੀ ਕੰਮ ਕੀਤਾ, ਹਰ ਤਾਂ ਕੀਤਾ ਠੀਕ ਸੀ। ਹੁਣ ਜਿੰਨਾ ਚਿਰ ਆਪਣੇ ਬੰਦੇ ਸਾਰੇ ਹੋ ਜਾਂਦੇ, ਇੱਕ ਤਾਂ ਇਕੱਠੇ ਹੋ ਗਏ, ਇੱਥੇ ਮਿਕਸ ਜਾਂਦੇ ਨਹੀਂ ਹੁੰਦੇ, ਇਹ ਗੱਲਾਂ ਉਵੇਂ ਹੋਣੀਆਂ ਹੀ ਆ। ਜਿਹੜੇ ਗੋਰੇ ਆ ਉਹ ਰਾਈਟ ਲਈ ਲੜਦੇ ਆ, ਜੇ ਗੱਲ ਹੈ ਕਿ ਮੂੰਹ ਤੇ ਠੋਕ ਕੇ ਕਹਿੰਦੇ ਆ ਤੂੰ ਭਾਈ ਗਲਤ ਆ, ਆਪਣੇ ਜਾ ਕੇ ਕਹਿੰਦੇ ਆ ਵੀ ਇਹਨੂੰ ਹਟਾ ਦੇ, ਇਹਦੀ ਆਹ ਕਰਦੇ, ਉਹਦੀ ਚੀਜ਼ਾਂ ਦਾ ਲੈ ਰਿਹਾ ਬੈਨੀਫਿਟ, ਮਤਲਬ ਤੇ ਉਹ ਵਰਕਰਾਂ ਦਾ ਫਿਰ ਅਬਿਊਜ਼ ਹੋ ਰਿਹਾ ਇਸ ਚੀਜ਼ 'ਚ। ਸਾਰੇ ਬੰਦੇ ਆਪਣੇ ਹੁਣ ਬਿਜ਼ਨਸਮੈਨ ਬਣ ਗਏ, ਹੁਣ ਉਹ ਚੀਜ਼ ਆਪਦੀ ਭੁੱਲ ਗਏ ਆ, ਹੁਣ ਉਹਦੇ ਤੇ ਉਲਟ ਕੰਮ ਚੱਲ ਪਿਆ ਜੀ। ਸੋ ਇੰਨੇ ਕੁ ਮੇਰੇ ਵਿਚਾਰ ਸੀ ਜੀ। ਧੰਨਵਾਦ ਜੀ, ਧੰਨਵਾਦ ਜੀ। ਰਿਸ਼ਪਾਲ ਗਿੱਲ ਜੀ, ਲਾਈਨ ਨੰਬਰ 4। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਵੀਰ ਜੀ, ਮੇਰੀ ਵਾਈਫ ਉੱਥੇ ਕੰਮ ਕਰਦੀ ਰਹੀ ਹੈ 1.5 ਸਾਲ ਇਕੋ ਟੈਕਸ ਦੇ ਵਿੱਚ, ਤੇ ਉਹ ਮੈਨੂੰ ਕੋਈ ਕੰਮ ਨਹੀਂ ਸੀਗਾ। ਮੈਨੂੰ ਵੀ ਇੱਕ ਦਿਨ ਲੈ ਕੇ ਕਹਿੰਦੇ ਤੂੰ ਦੇਖ ਲਾ ਵੀ ਕੰਮ ਉੱਥੇ ਹੈਗਾ। ਤੇ ਮੈਂ ਇੱਕ ਦਿਨ ਲਾ ਕੇ ਹੀ ਮੈਂ ਉੱਥੇ ਕਿਹਾ, ਮੈਂ ਕਿਹਾ ਵੀ ਇਹ ਤਾਂ ਕੰਮ ਕਰਨ ਵਾਲਾ ਹੀ ਵੀ ਤੂੰ ਵੀ ਇੱਥੋਂ ਹਟ। ਅੱਛਾ ਜੀ। ਹਾਂਜੀ, ਉਹ ਜਿਹੜੀਆਂ ਸੁਪਰਵਾਈਜ਼ਰਾਂ ਨੇ, ਹੁਣ ਮੈਂ ਨਾਂ ਤਾਂ ਉਹਦਾ ਭੁੱਲ ਗਿਆ, 2-3 ਸਾਲ ਹੋ ਗਏ। ਇੱਕ ਲੇਡੀ ਹੈਗੀ ਆ ਉੱਥੇ, ਉਹ ਤਾਂ ਜਿਸ ਤਰ੍ਹਾਂ ਉਹ ਪਹਿਲੇ ਬਾਈ ਜੀ ਕਹਿ ਕੇ ਗਏ ਨੇ ਨਾ, ਉਹ ਤਾਂ ਕਹਿੰਦੀ ਆ ਢੂਹੀ ਕਿਉਂ ਸਿੱਧੀ ਕੀਤੀ ਹੈ, ਢੂਹੀ ਕਿਉਂ ਸਿੱਧੀ ਕੀਤੀ ਹੈ। ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਆਪਾਂ ਨੇ ਪਿਛਲੀ ਉਮਰ ਵੀ ਕੱਢਣੀ ਆ ਲਾਸਟ ਵਾਲੀ, ਵੀ ਤੂੰ ਇਹ ਕੰਮ ਛੱਡ ਦੇ, ਨਹੀਂ ਕੰਮ ਮਿਲੂਗਾ, ਮੈਂ ਕਿਹਾ ਆਪਾਂ ਇੰਡੀਆ ਮੁੜ ਜਾਵਾਂਗੇ। ਅੱਛਾ ਕੀ ਮਤਲਬ ਤੇਜ਼ ਕੰਮ ਕਰਾਇਆ ਜਾਂਦਾ, ਕਿੱਥੋਂ ਵਰਕਰ ਕਿਉਂ ਕਹਿ ਰਹੇ ਨੇ? ਉਹ ਕਹਿ ਰਹੇ ਨੇ ਵੀ ਤੁਸੀਂ 1 ਘੰਟੇ ਦੇ ਵਿੱਚ ਇੰਨਾ ਕੰਮ ਕਰਨਾ ਹੈ। ਜਿਹੜੇ ਹੁਣ ਉਹਨਾਂ ਨੇ ਆਪ ਦੇ ਬੰਦੇ ਨੇ 2-4 ਮੇਨ, ਉਹਨਾਂ ਦਾ ਉਹਨਾਂ ਨੇ 1 ਘੰਟਾ ਲਵਾ ਕੇ ਉਹਨਾਂ ਦੀ ਕਾਊਂਟਿੰਗ ਕਰਾ ਦੇਣੀ ਹੈ ਵੀ ਇਹ ਬੰਦੇ ਨੇ 1 ਘੰਟੇ 'ਚ ਇੰਨਾ ਕੰਮ ਕਰਤਾ। ਠੀਕ ਹੈ ਜੀ, ਇੰਨੇ ਪੀਸ ਕੱਢਦੇ। ਉਹ ਤੋਂ ਬਾਅਦ ਜਿਹੜੇ ਬੰਦੇ ਨੇ ਦੂਜੇ ਨੇ ਲਗਾਇਆ, ਉਹਨੇ ਕੰਟੀਨਿਊ 8 ਘੰਟੇ ਉਹਨੇ ਪੀਸ ਕਿਵੇਂ ਕੱਢ ਦੂਗਾ ਉਹ? ਤੁਸੀਂ ਦੱਸੋ ਵੀ 1 ਘੰਟੇ ਦੇ ਵਿੱਚ ਇੱਕ ਬੰਦਾ 1 ਘੰਟੇ ਲਈ ਫਾਸਟ ਕੰਮ ਕਰ ਦੂ, ਉਹ ਕੰਟੀਨਿਊ ਕਰਕੇ ਦਿਖਾਊਗਾ ਤਾਂ ਹੀ ਪਤਾ ਲੱਗੂਗਾ ਨਾ ਵੀ ਇਹ ਇੰਨੀ ਐਵਰੇਜ ਹੈਗੀ ਆ। ਉਹਨੇ ਤਾਂ ਘੰਟਾ ਲਾਇਆ। ਬਿਲਕੁਲ ਉੱਥੇ ਤੁਹਾਡੀ ਗੱਲ ਸੱਚੀ ਹੈ ਜਿਹੜੀ ਉਹ ਕਹਿ ਰਹੇ ਨੇ ਨਾ ਵੀ ਤੁਸੀਂ ਇੰਨੇ ਬੰਦਿਆਂ ਤੋਂ ਇੰਨਾ ਕੰਮ ਕਰਵਾ ਕੇ ਦਿਓ, ਉਹਦੇ ਵਿੱਚੋਂ ਉਹਨਾਂ ਨੂੰ ਜਿਹੜੇ ਸੁਪਰਵਾਈਜ਼ਰ ਨੇ ਉਹਨਾਂ ਨੂੰ ਐਕਸਟਰਾ ਕਮਿਸ਼ਨ ਜਾਂਦਾ। ਫਿਰ ਇਹੀ ਗੱਲ ਆ, ਮੈਂ ਬਲੀਵ ਕਰਦਾ ਵੀ ਇਹੀ ਗੱਲ ਆ ਉੱਥੇ। ਬਿਲਕੁਲ। ਥੈਂਕ ਯੂ ਗਿੱਲ ਸਾਹਿਬ। ਲਾਈਨ ਨੰਬਰ 5 ਨੌ ਨਹੀਂ ਜੀ, ਅਨੋ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 5 ਪੁਸ਼ਪਿੰਦਰ ਸਿੰਘ ਜੀ, ਲਾਈਨ ਨੰਬਰ 2। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਬਾਈ, ਹੁਣ ਕਈ ਦਿਨ ਹੋ ਗਏ ਆਪਾਂ ਵਰਕਫੋਰਸ ਫੈਸਿਲਿਟੀਆਂ ਦਾ ਕਿੰਨਾ ਕੁਛ ਨਿਕਲਿਆ ਆਉਂਦਾ ਹੈ, ਤੇ ਦੋਨੇ ਫੈਸਿਲਿਟੀਆਂ ਹੈਲਥ ਨਾਲ ਰਿਲੇਟਡ ਆ। ਇੱਕ ਬਹੁਤ ਵੱਡੀ ਗੱਲ ਇਹ ਆ ਵੀ ਜਿਹੜਾ ਇੱਕ ਹੈਲਥ ਮਤਲਬ ਕੋਵਿਡ ਦੇ ਮੱਦੇਨਜ਼ਰ ਇੱਕ ਕੱਪੜਾ ਹਸਪੀਟਲ 'ਚੋਂ ਜਾ ਰਿਹਾ, ਉਹਦੀ ਪ੍ਰੋਪਰ ਸੈਨੀਟਾਈਜੇਸ਼ਨ, ਪ੍ਰੋਪਰ ਵਾਸ਼ਿੰਗ ਚਾਹੀਦੀ ਆ। ਜੇ ਇੱਕ ਬੰਦੇ ਨੂੰ ਇੰਨਾ ਫੋਰਸ ਕਰਕੇ ਛੇਤੀ ਕੱਢਿਆ ਜਾ ਰਿਹਾ, ਇਹਦਾ ਬਹੁਤ ਵੱਡਾ ਇੱਕ ਹੈਲਥ ਹੈਜ਼ਰਡ ਵੀ ਆ ਦੋਨਾਂ ਲਈ, ਵਰਕਰ ਲਈ ਵੀ ਤੇ ਜਿਹਨੇ ਉਹ ਕੱਪੜਾ ਅੱਗੇ ਵਰਤਣਾ ਉਹਦੇ ਲਈ ਵੀ, ਕਿਉਂਕਿ ਤੁਸੀਂ ਪ੍ਰੋਪਰ ਉਹਦਾ ਪ੍ਰੋਸੀਜਰ ਹੀ ਫੋਲੋ ਨਹੀਂ ਕਰ ਰਹੇ। ਤੇ ਦੂਜੀ ਗੱਲ ਤੁਸੀਂ ਸੁਣਿਆ ਹੀ ਹੋਊਗਾ, ਆਪਾਂ ਆਮ ਗੱਲ ਕਰਦੇ ਆ, ਲੋਕ ਕਹਿੰਦੇ ਵੀ ਫਲਾਣੀ ਕੰਪਨੀ ਦਾ ਕੱਪੜਾ ਨਾ ਪਾਓ, ਉਹ ਸਲੇਵ ਲੇਬਰ ਯੂਜ਼ ਕਰਦੇ ਆ ਫਲਾਣੀ ਕੰਟਰੀ 'ਚ। ਫਿਰ ਸਾਡੀ ਇੱਕ ਗਵਰਨਮੈਂਟ ਦੀ ਐਡੀ ਵੱਡੀ ਇੰਸਟੀਟਿਊਸ਼ਨ ਏਦਾਂ ਦੇ ਸਲੇਵ ਵਰਕ ਕਰਨ ਵਾਲੀ ਕੰਪਨੀ ਨੂੰ ਕਿਵੇਂ ਠੇਕਾ ਦੇ ਸਕਦੀ ਆ ਕੰਮ ਦਾ? ਸੋ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਤਾਂ ਬਣਦੀ ਆ, ਇਕੱਲੀ ਕੰਪਨੀ ਨੂੰ ਕਹਿਣ ਨਾਲੋਂ ਜਿਹਨੇ ਉਹਨਾਂ ਨੂੰ ਕੰਮ ਦਿੱਤਾ ਉਹ ਵੀ ਇਨਸ਼ੋਰ ਕਰਨ ਕਿ ਜਿੱਥੇ ਅਸੀਂ ਕੰਮ ਦੇ ਰਹੇ ਹਾਂ ਉੱਥੇ ਪ੍ਰੋਪਰ ਜਿਹੜੀ ਪ੍ਰੋਸੀਜਰ ਆ ਉਹ ਫੋਲੋ ਹੁੰਦਾ ਜਾਂ ਨਹੀਂ ਹੁੰਦਾ। ਬਸ ਇੰਨੀ ਕਹਿਣਾ ਸੀ। ਧੰਨਵਾਦ ਜੀ। ਇਹ ਜਿਹੜਾ ਇਸ ਸਮੇਂ ਦਾ ਇਸ਼ੂ ਹੈ ਉਹ ਇਹ ਠੀਕ ਨਹੀਂ, ਇਹਦੇ 'ਚ ਗੜਬੜ ਹੈ।
ਈਵਨ ਹੈਲਥ ਕੇਅਰ ਵਰਕਰਸ ਨੂੰ ਵੀ ਲੈਂਗਲੀ ਲਾਂਚ ਦੇ ਵਿੱਚ ਉਹਨਾਂ ਨੂੰ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਅਸੀਂ OT ਦੇਣਾ ਹੈ, ਓਵਰ ਟਾਈਮ ਇੰਨਾ ਦੇਣਾ। ਉਹਨਾਂ ਦੇ ਵੀ ਸਾਰੇ ਮੈਸੇਜ ਆਏ ਪਏ ਨੇ, ਮੁੜ ਕੇ ਉਹ ਕਹਿੰਦੇ ਤੁਹਾਡੇ ਨਾਲ ਇਹ ਕੰਟਰੈਕਟ ਨਹੀਂ ਸਾਡਾ। ਤੇ ਫਿਰ ਇੱਕ ਆਮ ਵਰਕਰ ਤੇ ਹੈਲਥ ਕੇਅਰ ਤੇ ਉਸ ਤੋਂ ਬਾਅਦ COVID-19 ਦੇ ਨਾਲ ਜਿਹੜੇ ਪੀੜਿਤ ਨੇ ਉਹਨਾਂ ਨੂੰ ਸਰਵ ਕਰਨਾ ਹੀ ਕਿਤੇ ਸੌਖਾ। ਉਹਨਾਂ ਨੂੰ ਕੁਝ ਅਲੱਗ ਜੇ ਦਿੱਤਾ ਜਾ ਰਿਹਾ ਤਾਂ ਇਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ। ਜਿੱਦਣ ਆਪਾਂ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਦੀ ਗੱਲ ਚੱਲੀ ਉਸ ਦਿਨ ਹੀ ਇਹ ਲਾਟਰੀ ਦੀ ਗੱਲ ਸ਼ੁਰੂ ਹੋ। ਉਸ ਦੀ ਤੁਸੀਂ ਵੈਬਸਾਈਟ ਤੇ ਜਾਓ, ਹੱਸਦੇ ਖੇਡਦੇ ਚਿਹਰੇ ਤੇ ਫੈਸਿਲਿਟੀਆਂ, ਬਹੁਤ ਵੱਡਾ ਬਿਜ਼ਨਸ ਹੈ, ਉਹ ਇੱਕ ਪਰਿਵਾਰ ਦਾ ਬਿਜ਼ਨਸ ਹੈ। ਇਹ ਉਹ ਕੰਮ ਹੈ ਜਿਹੜਾ ਗਵਰਨਮੈਂਟ ਦਿੰਦੀ ਆ, ਫਰੇਜ਼ਰ ਹੈਲਥ ਦਿੰਦੀ ਹੈ। ਫਰੇਜ਼ਰ ਹੈਲਥ ਨੂੰ ਅਸੀਂ ਪੇ ਕਰਦੇ ਹਾਂ, ਗਵਰਨਮੈਂਟ ਅਸੀਂ ਟੈਕਸ ਦਿੰਦੇ ਹਾਂ, ਉਹਦੇ 'ਚ ਵਾਪਸ ਆਉਂਦਾ। ਇਹ ਜੇ ਤਾਂ ਪ੍ਰਾਈਵੇਟ ਹੋਵੇ ਸਾਨੂੰ ਕੋਈ ਰੌਲਾ ਨਹੀਂ, ਅਸੀਂ ਟੈਕਸ ਪੇਅਰ ਹਾਂ। ਜੇ ਸਾਡੇ ਟੈਕਸ ਪੇਅਰਸ ਦੇ ਵਿੱਚ ਦਿੱਤੀ ਹੋਈ ਇਸ ਫੈਸਿਲਿਟੀ 'ਚ ਇਹ ਸਾਡੇ ਇਹ ਕਮਿਊਨਿਟੀ ਨੂੰ ਤੰਗੀ ਹੋ ਰਹੀ ਹੈ, ਵਰਕਰਸ ਨੂੰ ਤੰਗੀ ਹੋ ਰਹੀ ਹੈ, ਫਿਰ ਉਹਦਾ ਜੇ ਪ੍ਰਾਈਵੇਟ ਹੋਵੇ ਸਾਡਾ ਰੌਲਾ ਨਹੀਂ। ਇਹ ਪਬਲਿਕ ਫੰਡਡ ਫੈਸਿਲਿਟੀਜ਼ ਨੇ ਤੇ ਉੱਥੇ ਪਬਲਿਕ ਦਾ ਟੈਕਸ ਪੇਅਰ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਇਹ ਜੇ ਨਾ ਕੋਈ ਬੋਲਦਾ ਬਸ ਇਸ ਤਰ੍ਹਾਂ ਚੱਲੀ ਜਾਣਾ ਸੀ। ਹੁਣੇ ਬੋਲ ਪਿਆ ਕੋਈ ਤਾਂ ਇਹ ਚੀਜ਼ਾਂ ਨਿਕਲ ਰਹੀਆਂ ਨੇ। ਹਰ ਰੋਜ਼ ਨਵੀਂ ਗੱਲ ਆ ਰਹੀ ਹੈ, ਹਰ ਰੋਜ਼ ਪਤਾ ਹੀ ਨਹੀਂ ਕਿੰਨੇ ਮੈਸੇਜ ਆ ਰਹੇ ਨੇ। ਮੇਰੇ ਤੇ ਤਾਂ ਟਰੈਕ ਨਹੀਂ ਹੋ ਰਿਹਾ WhatsApp ਤੇ SMS ਤੇ। ਉਹਦਾ ਕਾਰਨ ਕੀ ਹੈ? ਜਦ ਗੱਲ ਹੋ ਰਹੀ ਹੈ ਹੁਣ ਉਹਨਾਂ ਨੂੰ ਇਹਨਾਂ ਨੂੰ ਵਰਕਰਸ ਨੂੰ ਇਹ ਵੀ ਸਾਡੀ ਕੋਈ ਗੱਲ ਕਰ ਰਿਹਾ, ਅਸੀਂ ਹੋਰ ਇਹਨੂੰ ਜਿਹੜਾ ਕਰੀਏ, ਦੱਸੀਏ, ਇਹਨੂੰ ਫੀਡ ਕਰੀਏ ਕਿ ਆਹ ਮੇਰੇ ਨਾਲ ਹੁੰਦਾ। ਮੇਰੇ ਨਾਲ ਨਿੱਜੀ ਤੌਰ ਤੇ ਉਹ ਲਿਖਦੇ ਨੇ ਮੇਰਾ ਆਹ ਹੋਇਆ, ਮੇਰੇ ਨਾਲ ਆਹ ਹੋ ਗਿਆ, ਮੇਰੇ ਨਾਲ ਆਹ ਹੋ ਗਿਆ। ਇਨ ਜਨਰਲ ਆਪਾਂ ਨੂੰ ਕਰਨਾ ਪੈਣਾ ਹੈ ਵੀ ਕਿਸ ਤਰ੍ਹਾਂ ਇਹਨਾਂ ਦੇ ਵਰਕਿੰਗ ਆਵਰਸ ਹੋਣੇ ਨੇ, ਕਿਸ ਤਰ੍ਹਾਂ ਇਹਨਾਂ ਦਾ ਵਰਕ ਚਾਰਟ ਬਣਨਾ ਚਾਹੀਦਾ, ਕਿਹੜੀ ਇਹ ਏਰੀਆ 'ਚ ਰਹਿੰਦੇ ਨੇ, ਉੱਥੇ ਕਿੰਨੇ ਕਲਾਇੰਟਸ ਨੇ, ਉਹਨਾਂ ਦਾ ਸਮਾਂ ਕੀ ਹੈ, ਇਹ ਪਾਰਦਰਸ਼ੀ ਕਿਵੇਂ ਹੋਣ ਵੀ ਕਿਹਦੀ ਸਿਨਿਓਰਿਟੀ ਕਿੰਨੇ ਘੰਟੇ ਕਿਹਨੂੰ ਮਿਲੇ ਨੇ, ਕੌਣ ਜੌਬਸ ਓਪਨ ਜਿਹੜੀ ਪਰਮਾਨੈਂਟ ਪੋਜੀਸ਼ਨ ਉਹ 'ਚ ਕਿਹਨੂੰ ਨੌਕਰੀ ਮਿਲੀ ਹੈ, ਸੁਪਰਵਾਈਜ਼ਰ ਸਟਾਫ ਕਿਸ ਤਰ੍ਹਾਂ ਗੱਲ ਕਰ ਰਿਹਾ, ਕਿਸ ਤਰ੍ਹਾਂ ਜਦੋਂ ਸਪਲਾਈ ਲੈਣ ਜਾਂਦੇ ਨੇ ਉੱਥੇ ਉਹਨਾਂ ਨਾਲ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ। ਪਾਰਕਿੰਗ ਦੇ ਵਿੱਚ ਕਾਹਦੇ ਲਈ ਉਹ ਪਾਰਕਿੰਗ ਦਾ $5 ਦਾ ਉੱਥੇ ਪਾਉਣ ਬਈ ਕੀ ਗੱਲ, ਕਾਰਨ ਕੀ ਆ? ਉਹ ਅੱਧਾ ਘੰਟਾ ਜਾਣਾ ਉਹਨਾਂ ਨੇ, ਠੀਕ ਹੈ ਤੁਸੀਂ ਹਸਪੀਟਲ 'ਚ ਕਹਿ ਦਿੰਦੇ ਹੋ ਵੀ ਇੱਥੇ ਵਰਕਰ ਸਾਨੂੰ ਜੀ ਲੋੜ ਆ ਜੀ, ਇੱਥੋਂ ਪੈਸੇ ਅਸੀਂ ਕਮਾਉਣੇ ਆ, ਇੱਥੇ ਜੇ ਕੋਈ ਬਿਮਾਰ ਆ ਤਾਂ ਉਹ ਆ ਕੇ ਉਹਦੇ ਲਈ 5 ਦਿਨ ਦਾ $18 ਦਾ $19 ਦਾ ਪਾਸ ਕੀ ਕਰਨ ਲੱਗੇ ਹੋਏ ਆ। ਪਰ ਇਹ ਜਿਹੜਾ ਵਰਕਰ ਅੱਧਾ ਘੰਟਾ ਜਾਂਦਾ ਸੁਪਰਵਾਈਜ਼ਰ ਨੂੰ ਮਿਲਣ, ਕਿਸੇ ਨੂੰ ਆਪਣੇ ਤੋਂ ਸਪਲਾਈ ਲੈਣ, ਉਹਦੇ ਆਉਂਦਿਆਂ ਨੂੰ ਚਿੱਠੀ ਲਿਖ ਕੇ ਜਿਹੜੀ ਹੈ ਉਹ ਗੱਡੀ ਤੇ ਪਾਈ ਪਈ ਹੁੰਦੀ ਹੈ, ਲਿਖੀ ਪਈ ਦੇ ਚੱਕੋ $80 ਦੀ ਟਿਕਟ ਤੁਹਾਨੂੰ। ਮੈਂ ਕੱਲ ਵੀ ਕਿਹਾ ਸੀ, ਅੱਜ ਫੇਰ ਕਹਿਣਾ, ਇਹ ਇੱਕ ਰੈਕਡ ਦੇ ਨਾਲ ਕਹਿਣਾ ਹੈ। ਬਹੁਤ ਵੱਡੀ ਖਬਰ ਸੀ, ਲੋਅਰ ਦੇ 'ਚ ਇਨਵੋਲਵ ਹੋਏ ਨੇ। ਪ੍ਰਾਈਵੇਟ ਜਿੰਨੀਆਂ ਪਾਰਕਿੰਗ ਇਹਨਾਂ ਦੀ ਚਿੱਠੀ ਜੇ ਪਾੜ ਕੇ ਭਗਾ ਕੇ ਬਾਹਰ ਮਾਰਿਆ ਕਰੋ, ਕਿਸੇ ਨੂੰ ਨਹੀਂ ਪੇ ਕਰਨੀ, ਇਹਨਾਂ ਨੂੰ ਆਪੇ ਹੀ ਇਹ ਪੇ ਕਰਨ ਜਿਹੜੇ ਸਰਕਾਰ ਹੈ। ਜਦ ਤੁਸੀਂ ਉਹਦੇ ਤੇ ਲੈ ਲਈ ਟਿਕਟ, ਉਹ ਟਿਕਟ ਲੈ ਲਈ ਜਾਂ ਨਹੀਂ ਲਈ, ਜੇ ਤੁਹਾਨੂੰ ਟਿਕਟ ਮਿਲ ਗਈ ਤਾਂ ਉਹਨੂੰ ਬਿਲਕੁਲ ਕੋਈ ਪੇ ਨਹੀਂ। ਜਦ ਤੁਸੀਂ ਪਾਰਕਿੰਗ ਪੇ ਕੀਤੀ ਹੋਈ ਹੈ, ਹੁਣ ਇਹ ਜਿਹੜਾ ਕੇਸ ਹੋਇਆ ਸੀ ਉਹ ਪਾਰਕਿੰਗ ਪੇ ਕੀਤੀ ਹੋਈ ਸੀ ਤਾਂ ਉਹਨਾਂ ਨੂੰ $80 ਦੀ ਟਿਕਟ ਮਿਲ ਗਈ, ਉਹਦੇ ਬਾਅਦ ਉਹਨਾਂ ਨੇ ਲੋਅਰ ਕਰ ਲਿਆ। ਲੋਅਰ ਜਦ ਹਾਇਰ ਕੀਤਾ ਕਹਿੰਦਾ ਉਹ ਪ੍ਰਾਈਵੇਟ ਪਾਰਕਿੰਗ ਵਾਲੇ ਤੁਹਾਡੇ ਨਾ ਰੈਕਡ ਖਰਾਬ ਕਰ ਸਕਦੇ ਆ, ਨਾ ਕਲੈਕਸ਼ਨ ਏਜੰਸੀ ਤੱਕ ਭੇਜ ਸਕਦੇ ਆ, ਉਹ ਕੁਛ ਨਹੀਂ ਹੈ ਉਹਨਾਂ ਕੋਲ। ਯੈਸ ਗਵਰਨਮੈਂਟ ਕੋਲ ਹੈ, ਉਹ ਤੁਹਾਨੂੰ ਤੁਹਾਡਾ ਲਾਇਸੈਂਸ ਰੀਡ ਨਹੀਂ ਹੋਣ ਦਿੰਦੇ। ਜਦ ਤੁਸੀਂ ਇੰਸ਼ੋਰੈਂਸ ਕਰਾਉਣਾ ਜਦ ਉਹ ਤੁਹਾਨੂੰ ਲੈਣਗੇ। ਮਤਲਬ ਇਹ ਮਾੜੀਆਂ ਗੱਲਾਂ ਜਿਹੜਾ ਵਰਕਰ ਇਹ ਖੁਸ਼ ਨਹੀਂ, ਉਹਨੇ ਕੀ ਕਰਨਾ? ਪੁਸ਼ਪਿੰਦਰ ਉਹਨਾਂ ਦੀ ਗੱਲ ਠੀਕ ਹੈ, ਜਿਹੜਾ ਵਰਕਰ ਇਹ ਖੁਸ਼ ਨਹੀਂ ਉਹਨੇ ਕਿਹੋ ਜਿਹੀ ਲਾਉਂਡਰੀ ਕਰਨੀ ਹੈ? ਉਹ ਮੁੜ ਕੇ ਫੇਰ ਲੋਕਾਂ ਜਾਣੀ ਆ, ਉਹ ਚਾਦਰ ਕਿਹਨੇ ਵਿਛਾਉਣੀ? ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਦੱਸੋ। ਭਾਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਮੈਨੂੰ ਇਹਨਾਂ ਨੇ, ਮੈਂ ਜਿਹੜੀ ਪਹਿਲਾਂ ਕੋਵਿਡ ਟੀਮ ਦੇ ਨਾਲ ਪਹਿਲੀ ਟੀਮ ਦੇ ਵਿੱਚ ਆਪਣਾ ਜਿੱਦਾਂ ਨਾਮ ਪਾਇਆ ਸੀਗਾ, ਜਦੋਂ ਸਾਨੂੰ ਘੰਟੇ ਬਹੁਤ ਘੱਟ ਮਿਲਣ ਲੱਗ ਪਏ ਸੀ, ਫਿਰ ਇਹਨਾਂ ਦੇ ਵਿੱਚ ਇੱਕ ਆਪਸ਼ਨ ਆਈ ਸੀ ਵੀ ਤੁਸੀਂ ਕੋਵਿਡ ਵਾਲਿਆਂ ਨਾਲ ਜੇ ਕੰਮ ਕਰਨਾ ਆ ਤੇ ਤੁਹਾਨੂੰ ਘੰਟੇ ਵੀ ਪੂਰੇ ਮਿਲਣਗੇ। ਤੇ ਇਹਨਾਂ ਨੇ ਇੱਕ ਸਾਨੂੰ ਈਮੇਲ ਤੇ ਇੱਕ ਕੰਟਰੈਕਟ ਭੇਜਿਆ ਸੀਗਾ ਵੀ ਜੇ ਤੁਹਾਡੀਆਂ ਐਕਸਪੈਕਟੇਸ਼ਨਸ ਆ ਤੇ ਤੁਹਾਨੂੰ ਅਸੀਂ ਉਹਦੇ ਵਿੱਚ ਆਹ ਦਊਂਗੇ, ਹਨਾ, ਓਰੀਐਂਟੇਸ਼ਨ ਹੋਊਗੀ। ਤੇ ਅਸੀਂ ਵੀ ਚਲੋ ਹਨਾ ਵੀ ਅਸੀਂ ਕਿ ਇੱਥੇ ਤਾਂ ਬਹੁਤ ਘੰਟੇ ਘੱਟ ਆ, ਅਸੀਂ ਘਰ ਕਿਵੇਂ ਚਲਾਉਣਾ ਆ,
ਤੇ ਅਸੀਂ ਉਹ ਸਾਈਨ ਕਰ ਦਿੱਤਾ। ਉਹਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਵੀ ਤੁਹਾਨੂੰ ਜਿੱਦਾਂ 72 ਘੰਟੇ ਜਿਹੜੇ ਆ ਪਹਿਲੇ 2 ਵੀਕਾਂ ਦੇ 2 ਵੀਕਾਂ ਤੁਹਾਨੂੰ ਟਾਈਮਸ ਐਂਡ ਹਾਫ ਪੇ ਕਰਾਂਗੇ। ਤੇ ਅਸੀਂ ਬਹੁਤ ਸਾਰੀਆਂ ਕੁੜੀਆਂ ਸੀ ਜਿਨ੍ਹਾਂ ਨੇ ਗੋਰੀਆਂ ਸੀ, ਫਿਲੀਪੀਨਨ ਸੀਗੇ ਹਨਾ, ਜਾਂ ਪੰਜਾਬੀ ਕੁੜੀਆਂ ਬਹੁਤ। ਅਸੀਂ ਸੋਚਿਆ ਚਲੋ ਠੀਕ ਆ, ਚਲੋ ਪਹਿਲੀਆਂ 2 ਵੀਕਾਂ ਕਰੂੰਗੇ ਕੰਮ, ਫਿਰ ਚਲੋ ਸਾਨੂੰ 8-8 ਘੰਟੇ ਮਿਲੂਗੇ ਹਨਾ। ਚਲੋ ਅਸੀਂ ਸਾਈਨ ਕਰਕੇ ਟੀਮ ਦੇ ਵਿੱਚ ਆਏ। ਤੇ ਫਿਰ ਜਦੋਂ ਅਸੀਂ ਪੇ ਸਟੱਬਾਂ ਦੇਖੀਆਂ, ਪਹਿਲੀ ਪੇ ਸਟੱਬ ਆਈ ਉਹਦੇ ਵਿੱਚ ਕੋਈ ਟਾਈਮ ਪੇ ਨਹੀਂ ਕੀਤਾ ਸੀਗਾ, ਇਕੱਲੀ ਨੋਰਮਲ ਪੇ ਸੀਗੀ। ਫਿਰ ਅਸੀਂ ਵੇਟ ਕੀਤੀ, ਅਸੀਂ ਕਿਹਾ ਦੂਜੀ ਪੇ ਚੈੱਕ ਪੇ ਕਰਨਗੇ। ਜਦੋਂ ਅਸੀਂ ਉਹ ਦੇਖੀ ਉਹਦੇ ਵਿੱਚ ਵੀ ਨਥਿੰਗ, ਇਕੱਲੀ ਰੈਗੂਲਰ ਪੇ ਹਨਾ। ਸਾਨੂੰ ਹਰਟ ਹੋਇਆ, ਅਸੀਂ ਯੂਨੀਅਨ ਕੋਲੇ ਗਏ, ਅਸੀਂ ਇਹਨਾਂ ਨਾਲ ਕੰਟੈਕਟ ਕੀਤਾ, ਅਸੀਂ ਕਿਹਾ ਸਾਡੀ ਪੇ ਕਿੱਥੇ ਆ ਹਨਾ, ਤੁਸੀਂ ਸਾਨੂੰ ਆਹ ਲਿਖਿਆ ਸੀਗਾ ਵੀ ਤੁਹਾਨੂੰ 72 ਘੰਟਿਆਂ ਦਾ ਟਾਈਮ ਐਂਡ ਹਾਫ ਪੇ ਕਰੋਗੇ। ਤੇ ਕਹਿੰਦੇ ਅਸੀਂ ਤਾਂ ਕੰਟੈਕਟ ਬੈਕ ਹੀ ਲੈ ਲਿਆ। ਅਸੀਂ ਕਿਹਾ ਵੀ ਕਿਤੋਂ ਲੈ ਲਿਆ, ਤੁਸੀਂ ਸਾਨੂੰ ਦੱਸਿਆ ਤੁਸੀਂ ਉਹ ਕੰਟੈਕਟ ਵਾਪਸ ਲੈ ਲਿਆ ਹਨਾ। ਤੇ ਮੁੜ ਕੇ ਇਹਨਾਂ ਨੇ ਕਹਿੰਦੇ ਵੀ ਠੀਕ ਆ, ਮੁੜ ਕੇ ਇਹਨਾਂ ਨੇ ਇੱਕ ਹੋਰ ਈਮੇਲ ਕੱਢੀ, ਉਹਦੇ ਵਿੱਚ ਇਹਨਾਂ ਨੇ ਲਾਈਨ ਕੱਟ ਕੇ ਹੋਰ ਕੁੜੀਆਂ ਮੰਗੀਆਂ, ਕਿਉਂਕਿ ਬਹੁਤੀਆਂ ਕੁੜੀਆਂ ਵਾਪਸ ਜਾਣਾ ਚਾਹੁੰਦੀਆਂ ਸੀ ਵੀ ਜੋ ਇਹਨਾਂ ਨੇ ਕਿਹਾ ਸੀ ਉਹ ਤਾਂ ਕੀਤਾ ਹੀ ਨੀਗਾ ਹਨਾ। ਫਿਰ ਹੁਣ ਅਸੀਂ ਇਹਨਾਂ ਨੂੰ ਅਸੀਂ ਯੂਨੀਅਨ ਨੂੰ ਕਿਹਾ ਵੀ ਸਾਨੂੰ ਹਨਾ ਵੀ ਸਾਡਾ ਹੱਕ ਦਿਵਾਓ। ਯੂਨੀਅਨ ਕਹਿੰਦੀ ਸਾਡਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਹੀ ਨੀਗਾ, ਇਹ ਤਾਂ ਪਲਾਨ ਹੀ ਅਲੱਗ ਆ। ਫਿਰ ਮੈਂ ਯੂਨੀਅਨ ਨੂੰ ਕਿਹਾ ਵੀ ਤੁਸੀਂ ਸਾਤੋਂ ਪੇ ਕਾਹਤੇ ਕੱਟੀ ਆ ਜੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨਾਲ। ਅੱਛਾ, ਇਹਦੇ ਚ ਉਹ ਦੱਸਿਓ ਤੁਸੀਂ ਬਈ ਇਹ ਜਿਹੜਾ ਆਪਣਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ, ਤੁਸੀਂ ਮੈਨੂੰ ਉਹ ਕੰਟਰੈਕਟਸ ਵੀ ਉਹ ਭੇਜੇ ਨੇ, ਉਹ ਜਿਹੜਾ ਕਹਿੰਦੇ ਸੀ ਵੀ ਟਾਈਮ ਐਂਡ ਹਾਫ ਦੇਵਾਂਗੇ, ਉਹ ਕੋਈ ਨਹੀਂ ਪੇ ਕੀਤਾ? ਕੁਛ ਨਹੀਂ ਭਾਜੀ। ਤੇ ਸਾਨੂੰ ਜਦੋਂ ਅਸੀਂ ਹੁਣ ਕਹਿੰਦੇ ਆ, ਸਾਨੂੰ ਕਹਿੰਦੇ ਅਸੀਂ ਤਾਂ ਕੰਟਰੈਕਟ ਵਾਪਸ ਲੈ ਲਿਆ ਆ, ਅਸੀਂ ਨਹੀਂ ਕਰ ਸਕਦੇ। ਤੇ ਬਸ ਇੰਨੀ ਗੱਲ ਹੋਈ ਖਤਮ? ਨਹੀਂ, ਸਾਨੂੰ ਇਹਨਾਂ ਨੇ ਕੋਈ ਈਮੇਲ ਕੱਢੀ ਆ, ਨਾ ਹੀ ਇਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਕਿਤੋਂ ਕੰਟੈਕਟ ਵਾਪਸ ਲੈ ਲਿਆ, ਕਾਹਤੇ ਲੈ ਲਿਆ। ਤੁਸੀਂ ਪਹਿਲਾਂ ਕਿਹਾ ਕਾਹਤੇ, ਅਸੀਂ ਐਕਸਪੈਕਟ ਕੀਤਾ ਸੀ, ਅਸੀਂ ਕੁਛ ਆਪਣੀ ਫੈਮਲੀਆਂ ਨੂੰ ਕਿਹਾ, ਅਸੀਂ ਆਪਦੇ ਕੁੜੀਆਂ ਨੇ ਅਸੀਂ ਹਸਬੈਂਡ ਨੂੰ ਕਿਹਾ, ਜਾਂ ਜੋ ਵੀ ਮੁੰਡੇ ਕੰਮ ਕਰਦੇ ਉਹਨਾਂ ਨੇ ਆਪਦੇ ਘਰੇ ਦੱਸਿਆ ਹੋਊਗਾ ਵੀ ਚਲੋ ਅਸੀਂ ਹਨਾ ਥੋੜਾ ਵੱਧ ਬਣਾ ਲਵਾਂਗੇ, ਅਸੀਂ ਘਰੇ ਬੈਠੇ ਹਾਂ 2-2 ਘੰਟਿਆਂ ਤੇ ਉਹਨਾਂ ਨੇ ਸਾਨੂੰ ਅਲਾਓ ਕੀਤਾ ਵੀ ਚਲੋ ਨਿਆਣੇ ਛੱਡ ਕੇ ਤੁਸੀਂ ਚੱਲ ਜਾਓ ਹਨਾ। ਪਰ ਜਦੋਂ ਇਹ ਕੁਛ ਕਰਦੇ ਫਿਰ ਅਸੀਂ ਕਿਹਾ ਵੀ ਅਸੀਂ ਤਾਂ ਵਾਪਸ ਜਾਣਾ ਆਪਦੀ ਨੋਰਮਲ ਪੇ ਤੇ ਕੰਮ ਤੇ ਹਨਾ, ਵੀ ਚਲੋ ਅਸੀਂ 2 ਘੰਟਿਆਂ ਸਰਵਾਈਵ ਕਰ ਲਾਂਗੇ, ਕਿਉਂ ਅਸੀਂ ਪੋਜ਼ਿਟਿਵ ਦੇ ਨਾਲ ਕੰਮ ਕਰਦੇ ਹਾਂ। ਜਿਹੜੇ ਪੋਜ਼ਿਟਿਵ ਬੰਦੇ ਆ, ਮੈਨੂੰ 3 ਮਹੀਨੇ ਹੋ ਗਏ ਨਾ ਹੁਣ ਆਹ ਟੀਮ ਦੇ ਵਿੱਚ ਹਨਾ ਕੰਮ ਕਰਦੀ ਨੂੰ। ਮੈਂ ਮਾਰਚ ਦੇ ਵਿੱਚ ਸਟਾਰਟ ਕੀਤਾ ਸੀਗਾ। ਤੇ ਜਦੋਂ ਇਹ ਕੁੜੀਆਂ ਕਹਿੰਦੀਆਂ ਸੀ ਵਾਪਸ ਜਾਣਾ, ਮੇਰੇ ਨਾਲ ਇੱਕ ਗੋਰੀ ਵੀ ਕੰਮ ਕਰਦੀ ਆ ਹਨਾ, ਉਹ ਕਹਿੰਦੀ ਸੀ ਚਾਹੇ ਮੇਰਾ ਨਾਂ ਵੀ ਦੇ ਦੀ, ਉਹ ਵਿਚਾਰੀ ਵਾਪਸ ਜਾਣਾ ਮੰਗਦੀ ਆ, ਉਹਨੂੰ ਇਹਨਾਂ ਨੇ ਜ਼ਬਰਦਸਤੀ ਰੱਖਿਆ ਹੋਇਆ ਆ ਵੀ ਤੂੰ ਜਾ ਨਹੀਂ ਸਕਦੀ। ਵਾਪਸ ਨਹੀਂ ਜਾਣਾ ਮੰਗਦੀਆਂ ਉਹਨਾਂ ਨੂੰ ਵਾਪਸ ਤੁਰੀ ਜਾਂਦੇ ਆ। ਕੋਈ ਇਹਨਾਂ ਦਾ ਕੋਈ ਰੂਲ ਰੈਗੂਲੇਸ਼ਨ ਨੀਗਾ, ਕੁਛ ਨੀਗਾ, ਬਸ ਜਿਹਦੇ ਤੇ ਚੱਲਦੀ ਹੈ ਚਲਾਈ ਜਾਂਦੇ ਆ। ਅੱਛਾ, ਇੱਕ ਦੱਸੋ ਮੈਨੂੰ, ਤੇ ਇਹ ਸਪੈਸੀਫਿਕਲੀ ਕੋਈ ਲੋਕੇਸ਼ਨ ਸੀ ਜਿੱਥੇ ਤੁਸੀਂ ਸਰਵ ਕੀਤਾ? ਹਾਂਜੀ ਭਾਜੀ, ਇਹਦੀਆਂ ਬਹੁਤ ਲੋਕੇਸ਼ਨ ਸੀਗੀਆਂ। ਕਈ ਕੁੜੀਆਂ ਬਰਨਬੀ ਦੇ ਵਿੱਚ ਗਈਆਂ, ਕਈ ਡਫਰਨ ਦੇ ਵਿੱਚ ਗਈਆਂ, ਡਫਰਨ ਕੇਅਰ ਸੈਂਟਰ ਸੀਗਾ, ਕਈ ਹੁਣ ਅਸੀਂ ਲੈਂਗਲੀ ਲੌਜ ਦੇ ਵਿੱਚ ਆ ਹਨਾ, ਬਹੁਤ ਸਾਰੀਆਂ। ਤੇ ਬਹੁਤ ਜ਼ਿਆਦਾ ਜਿੱਦਾਂ ਕੁੜੀਆਂ ਜਿਹੜੀਆਂ ਬਰਨਬੀ 'ਚ ਕੰਮ ਰਹਿੰਦੀਆਂ ਨੇ, ਉੱਥੇ ਬਰਨਬੀ ਦੀ ਫੈਸਿਲਿਟੀ 'ਚ ਮੂਵ ਨਹੀਂ ਕੀਤੀਆਂ ਵੀ ਉੱਥੇ ਨੇੜੇ ਕੰਮ ਕਰ ਲਓ। ਬਰਨਬੀ ਵਾਲੀਆਂ ਇੱਧਰ ਨੂੰ ਤੁਰੀਆਂ ਆਉਂਦੀਆਂ ਨੇ, ਇੱਕ ਕਿਟਲਮ ਨੂੰ ਜਾਂ ਇੱਧਰ ਨੂੰ ਲੈਂਗਲੀ ਨੂੰ, ਤੇ ਲੈਂਗਲੀ ਵਾਲੀਆਂ ਨੂੰ ਉੱਧਰ ਨੂੰ ਪਾਈ ਜਾਂਦੇ ਆ ਸਰੀਆਂ। ਏਦਾਂ ਹੀ ਆ ਬਸ, ਕੋਈ ਟਾਈਮਿੰਗ ਭਾਜੀ। ਇੱਕ ਇਹਨਾਂ ਨੇ ਨਾ ਮਾਈਲੇਜ ਪੇ ਕਰਨੀ ਸੀਗੀ ਹਨਾ, ਤੇ ਕਹਿੰਦੇ ਜਿੱਦਾਂ ਸਾਨੂੰ ਜਦੋਂ ਹੋਮ ਕੇਅਰ 'ਚ ਕੰਮ ਕਰਦੇ ਸੀ ਮਾਈਲੇਜ ਪੇ ਕਰਦੇ ਸੀਗੇ। ਤੇ ਜਦੋਂ ਅਸੀਂ ਹੁਣ ਏਡੀ ਦੂਰ ਘੰਟੇ ਦੀ ਡਰਾਈਵ ਕਰਦੇ ਆ, ਸਾਨੂੰ ਕੋਈ ਮਾਈਲੇਜ ਪੇ ਨੀਗਾ। ਤੇ ਇਹਨਾਂ ਨੇ ਇਹ ਵੀ ਸਾਡੇ ਨਾਲ ਚੀਟਿੰਗ ਕੀਤੀ ਆ। ਮੈਂ ਪਰਸਨਲੀ ਕੁੜੀ ਨੇ ਮੈਨੂੰ ਆਪਣੀ ਪੇ ਸਟੱਬ ਦਿਖਾਈ ਆ, ਉਹਨੂੰ ਇਹਨੇ ਮਾਈਲੇਜ ਪੇ ਕੀਤਾ ਹੋਇਆ, ਇਹਨਾਂ ਨੇ ਉਹਨੂੰ $40 ਪੇ ਕੀਤੇ ਹੋਇਆ 2 ਵੀਕਾਂ ਦੇ, ਬਈ ਤੈਨੂੰ ਅਸੀਂ ਪੇ ਕਰਦੇ ਆ ਜਾਣ ਦਾ। ਤੇ ਬਾਕੀ ਕਿਸੇ ਨੂੰ ਨਹੀਂ ਕੀਤੇ ਹੋਏ, ਉਹਨੂੰ ਕਾਹਤੇ ਕਰਿਆ ਇਕੱਲੀ ਨੂੰ? ਕਿਉਂਕਿ ਉਹਨੇ ਫਾਈਟ ਕੀਤੀ ਇਹਨਾਂ ਨਾਲ ਵੀ ਮੈਨੂੰ ਮਾਈਲੇਜ ਮੇਰੀ ਗੱਡੀ ਦਾ ਤੇਲ ਪਵਾ ਕੇ ਦਿਓ ਕਰਕੇ, ਤੁਸੀਂ ਵੀ ਮੈਨੂੰ ਐਡੀ ਦੂਰ ਭੇਜਣਾ। ਤੇ ਅਸੀਂ 1.5 ਘੰਟੇ ਦੀ ਡਰਾਈਵ ਕਰਕੇ ਐਡੀ ਦੂਰ ਨੂੰ ਜਾਂਦੇ ਆ ਤੇ ਸਾਨੂੰ ਕੋਈ ਮਾਈਲੇਜ ਪੇ ਨਹੀਂ। ਤੇ ਉਹਨੂੰ ਵੀ ਕਹਿੰਦੇ ਤੈਨੂੰ ਇਸ ਵਾਰੀ ਪੇ ਕਰਨਾ ਆ, ਤੈਨੂੰ ਅਗਲੀ ਵਾਰੀ ਨਹੀਂ ਪੇ ਕਰਨਾ। ਕਰਕੇ ਇਹਨਾਂ ਦਾ ਕੋਈ ਸਟੈਂਡ ਹੀ ਹੈ ਨੀਗਾ, ਇਹਨਾਂ ਦੀ ਕੋਈ ਰੂਲ ਹੈ ਹੀ ਨੀਗਾ, ਜਿਹਦੇ ਤੇ ਜਿੱਦਾਂ ਚੱਲਦਾ ਬਸ ਉਹੀ ਚਲਾਈ ਜਾਂਦੇ ਆ। ਸੋ ਇਹ ਜਿਹੜੀ ਫੈਸਿਲਿਟੀ ਤੁਸੀਂ ਕੰਮ ਕਰਦੇ ਹੋ, ਇੱਥੇ COVID-19 ਵਾਲੇ ਪੇਸ਼ੈਂਟ ਨੇ ਜੀ? ਸਾਰੀ ਭਾਜੀ ਫੈਸਿਲਿਟੀ ਪੋਜ਼ਿਟਿਵ ਹੋ ਗਈ ਸੀ, ਸਾਰੇ ਆਲਮੋਸਟ ਸਾਰੀ ਫੈਸਿਲਿਟੀ 'ਚ ਆਊਟਬ੍ਰੇਕ ਹੋਈ ਸੀ, ਬਟ ਜਿੱਦਾਂ ਬਹੁਤ ਸਾਰੇ ਪੋਜ਼ਿਟਿਵ ਸੀਗੇ ਆਲਮੋਸਟ ਹਨਾ ਕਲਾਇੰਟ ਸਾਰੇ। ਅਸੀਂ ਉੱਥੇ 6 ਫਲੋਰਾਂ ਨੇ, 6 ਦੇ ਵਿੱਚੋਂ 4 ਫਲੋਰਾਂ ਦੇ ਉੱਤੇ
30 ਪੇਸ਼ੈਂਟਸ ਆ ਤੇ 4 ਫਲੋਰਾਂ ਤੇ 30 ਪੇਸ਼ੈਂਟ ਸਾਰੇ ਪੋਜ਼ਿਟਿਵ ਹੋ ਗਏ ਸੀਗੇ ਆਲਮੋਸਟ। ਤੇ ਇਹਨਾਂ ਦਾ ਜਿਹੜਾ ਰੈਗੂਲਰ ਸਟਾਫ ਸੀ ਨਾ ਸਾਰਾ ਕੰਮ ਛੱਡ ਕੇ ਚੱਲ ਗਿਆ ਸੀ। ਕੋਈ ਉੱਥੇ ਤੁਸੀਂ ਫਾਈਂਡ ਆਊਟ ਕਰੋਗੇ ਸਾਰੇ ਨੌਨ ਪੋਜ਼ਿਟਿਵ ਦੇ ਵਿੱਚ ਕੰਮ ਕਰਦੇ ਸੀ। ਜਿਹੜੀਆਂ 2 ਫਲੋਰਾਂ ਸੀ ਉਹ ਨੌਨ ਪੋਜ਼ਿਟਿਵ ਸੀਗੇ, 4 ਫਲੋਰਾਂ ਦੇ ਉੱਤੇ ਪੋਜ਼ਿਟਿਵ ਸੀ ਤੇ ਉੱਥੇ ਸਾਰੇ ਇਹਨਾਂ ਦੇ ਫਿਜ਼ੀਕਲ ਹੈਲਥ ਦੇ ਬੰਦੇ ਪਾਏ ਹੋਏ ਸੀਗੇ ਤੇ ਉਹਨਾਂ ਦਾ ਰੈਗੂਲਰ ਸਟਾਫ ਛੱਡ ਕੇ ਚੱਲ ਗਿਆ ਸੀਗਾ। ਉਹਨਾਂ ਦਾ ਜਿਹੜਾ ਪ੍ਰਾਈਵੇਟ ਸਟਾਫ ਸੀਗਾ ਉਹ ਕਹਿੰਦਾ ਅਸੀਂ ਨਹੀਂ ਕੰਮ ਕਰ ਸਕਦੇ ਇਹਨਾਂ ਦੇ ਨਾਲ ਪੋਜ਼ਿਟਿਵ ਬੰਦਿਆਂ ਦੇ ਨਾਲ। ਕੱਲੀ ਉੱਥੇ ਫਿਜ਼ੀਕਲ ਹੈਲਥ ਨੇ ਸਾਨੂੰ ਜਿੱਦਾਂ ਪਾਇਆ ਹੋਇਆ ਸੀਗਾ। ਥੈਂਕ ਯੂ ਦੱਸਣ ਲਈ, ਧੰਨਵਾਦ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਰਾਈਟ ਬਾਈ ਜੀ। ਇੱਕੋ ਟੈਕਸ ਲਾਉਂਡਰੀ ਵਿੱਚ ਬੁਰਾ ਹਾਲ ਹੈ, ਕੋਈ ਵੀ ਸੇਫਟੀ ਦਾ ਸਮਾਨ ਨਹੀਂ ਦਿੱਤਾ ਜਾਂਦਾ। ਮਾਸਕ, ਸੈਨੀਟਾਈਜ਼ਰ, ਬਲੱਡ ਨਾਲ ਭਿੱਜੇ ਕੱਪੜੇ ਕਿਵੇਂ ਵੱਖ-ਵੱਖ ਕਰਦੀਆਂ ਨੇ, ਸ਼ਰੇਆਮ ਦਬਕੇ ਮਾਰਦੀਆਂ। ਸੁਪਰਵਾਈਜ਼ਰ ਮੈਂ 2-3 ਕੁੜੀਆਂ ਨੂੰ ਜਾਣਦਾ ਜੋ ਉੱਥੇ ਕੰਮ ਕਰਦੀਆਂ ਨੇ। ਇੱਕ ਮੈਸੇਜ ਨਹੀਂ ਹੈ। ਵਪਾਰਕ ਸੰਦੇਸ਼ ਵਾਪਸ ਆਉਣਾ ਜੀ, ਆ ਕੇ ਗੱਲ ਕਰਦਾ। ਜੀਨਾ ਤੱਖਰ ਦੀ ਵੀ ਮੇਰੇ ਨਾਲ ਤੇ ਮੈਂ ਨਾ ਲੜਕੀਆਂ ਨੂੰ ਵੀ ਕਹਿਣਾ ਜਿਹੜੀਆਂ ਕੱਲ੍ਹ ਨੂੰ ਕੋਸ਼ਿਸ਼ ਕਰੋ ਜਿਨ੍ਹਾਂ ਨੂੰ ਸਮਾਂ ਹੋਵੇ 2 ਵਜੇ ਉੱਥੇ ਪਾਰਕ ਦੇ ਵਿੱਚ ਪਹੁੰਚੋ। ਹੈ ਤਾਂ ਇਹ ਆਪਣੇ ਬਜ਼ੁਰਗਾਂ ਲਈ ਜਿਹੜੇ ਪੰਜਾਬ 'ਚ ਬੈਠੇ ਉਹਨਾਂ ਨੂੰ ਵਾਪਸ ਲਿਆਉਣ ਦੀ, ਪਰ ਤੁਸੀਂ ਵੀ ਉੱਥੇ ਪਹੁੰਚੋ। ਮੈਂ ਉੱਥੇ ਆਵਾਂਗਾ ਤੇ ਉੱਥੇ ਮਿਲ ਕੇ ਵੀ ਆਪਾਂ ਗੱਲ ਕਰ ਸਕਦੇ। ਇੱਕ ਹੋਰ ਕਾਲਰ ਨੇ ਜੀ, ਲਾਈਨ ਨੰਬਰ 3, ਤੁਸੀਂ ਏਅਰ ਤੇ ਹੋ। ਲਾਈਨ ਨੰਬਰ 3। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਥੋੜੀ ਜੀ ਨਾ ਮੁੱਦੇ ਤੋਂ ਕੋਈ ਹੋਰ ਗੱਲ ਕਰਨੀ ਸੀਗੀ। ਇੱਕ ਉਹ ਵੀ ਚਲੋ ਸਾਰਿਆਂ ਨੂੰ ਤਾਂ ਨਹੀਂ ਦਿੱਕਤ ਹੋਣੀ, ਪਰ ਥੋੜਿਆਂ ਨੂੰ ਹੈਗੀ ਆ। ਜਿੱਦਾਂ ਅਸੀਂ ਬੇਸਮੈਂਟ ਰੈਂਟ ਤੇ ਰਹਿੰਦੇ ਆ ਇੱਧਰ ਆਪਣੇ ਨਿਊਟਨ ਸਾਈਡ 142-62 ਦੇ ਏਰੀਆ ਦੇ ਵਿੱਚ। ਤੇ ਉੱਥੇ ਸਟਰੀਟ ਪਾਰਕਿੰਗ ਦੀ ਬਹੁਤ ਦਿੱਕਤ ਆ 2-3 ਸਟਰੀਟਾਂ ਦੇ ਵਿੱਚ, ਕਿਉਂਕਿ ਉੱਥੇ ਹਾਊਸਿਸ ਬਹੁਤ ਜ਼ਿਆਦਾ ਨੇ ਤੇ ਹੈਗੇ ਆ। ਤੇ ਜਿਹੜੇ ਉੱਥੇ ਓਨਰ ਹੈਗੇ ਆ ਤਕਰੀਬਨ ਸਾਰੇ ਘਰਾਂ ਦੇ ਪੰਜਾਬੀ ਆ। ਤੁਹਾਡੇ ਰੇਡੀਓ ਦੇ ਰਾਹੀਂ ਜੇ ਕੋਈ ਸੁਣਦੇ ਵੀ ਹੋਣ ਤਾਂ ਰਿਕੁਐਸਟ ਹੀ ਆ ਉਹਨਾਂ ਨੂੰ ਕਿ ਉਹਨਾਂ ਦੀਆਂ ਹਰ ਘਰ ਦੇ ਵਿੱਚ ਉਹਨਾਂ ਕੋਲੇ ਗੱਡੀਆਂ ਹੈਗੀਆਂ ਨੇ। ਗਰਾਜ ਦੇ ਵਿੱਚ ਕੋਈ ਗੱਡੀ ਨਹੀਂ ਲਾਉਂਦਾ ਹੈਗਾ। ਉਹ ਕੀ ਕਰਦੇ ਹੈਗੇ, ਜਿਹੜੀਆਂ ਸਟਰੀਟ ਪਾਰਕਿੰਗ ਉਹ ਲਿਮਟਿਡ ਆ 10 ਕਾਫੇ ਸਟਰੀਟ 3 ਸਟਰੀਟਾਂ ਦੇ ਵਿੱਚ ਟੋਟਲੀ। ਜਦੋਂ ਸਟਰੀਟਾਂ ਤੇ ਲੱਗੀਆਂ ਹੁੰਦੀਆਂ, ਜਦੋਂ ਇੱਕ ਗੱਡੀ ਸਟਰੀਟ ਤੋਂ ਉਹਨਾਂ ਨੇ ਹਟਾਣੀ ਆਪਦੀ ਜਿਹੜੀ ਡਰਾਈਵੇ ਤੇ ਗੱਡੀ ਖੜੀ ਆ ਉੱਥੋਂ ਲਿਆ ਕੇ ਸਟਰੀਟ ਤੇ ਲਾ ਦਿੰਦੇ ਆ ਫਿਰ ਉੱਥੇ ਕੋਈ ਹੋਰ ਨਾ ਲਾ ਸਕੇ। ਤੇ ਜਦੋਂ ਸ਼ਾਮੀ ਕੰਮਾਂ ਤੋਂ ਆਉਂਦੇ ਆ ਜਿਹੜੀ ਉਹ ਸਟਰੀਟ ਤੇ ਖੜੀ ਉਹ ਚੱਕ ਕੇ ਡਰਾਈਵੇ ਤੇ ਲਾ ਦਿੰਦੇ ਆ ਤੇ ਉੱਥੇ ਲੈ ਕੇ ਗੱਡੀ ਉਹ ਲਾ ਦਿੰਦੇ ਆ। ਤੇ ਤੁਹਾਡੇ ਕੋਲ ਤਾਂ ਡਰਾਈਵੇ ਵੀ ਹੈਗੇ ਆ, ਗਰਾਜ ਵੀ ਹੈਗੇ ਆ, ਖਾਲੀ ਪਏ ਆ। ਗਰਾਜਾਂ ਦੇ ਵਿੱਚ 15 ਘਰ ਆ, ਕੋਈ ਗੱਡੀ ਨਹੀਂ ਲਾਉਂਦਾ ਉਹਨਾਂ ਚੋਂ। ਵੀ ਗਰਾਜਾਂ ਦੇ ਵਿੱਚ ਲਾ ਲਓ ਯਾਰ, ਜਿਹੜੇ ਬੇਸਮੈਂਟਾਂ ਦੇ ਵਿੱਚ ਰਹਿੰਦੇ ਆ ਉਹ ਕੋਈ ਆਪਸ਼ਨ ਨਹੀਂ, ਸਾਨੂੰ ਕਿਲੋਮੀਟਰ ਦੂਰ ਜਾ ਕੇ ਗੱਡੀਆਂ ਲਾਉਣੀਆਂ ਪੈਂਦੀਆਂ। ਸਕੀਮਾਂ ਹੀ ਖੇਡੀ ਜਾਣਗੇ, ਇੱਕ ਗੱਡੀ ਹਟਾਉਣਗੇ ਦੂਜੀ ਲਾ ਦਿੰਦੇ ਆ। ਉਹ ਡਰਾਈਵੇ ਤੇ ਲਾ ਦਿੰਦੇ ਆ। ਉਹ ਫਿਰ ਜਦੋਂ ਜਾਣਾ ਹੁੰਦਾ ਡਰਾਈਵੇ ਤੋਂ ਕੱਢ ਕੇ ਸਟਰੀਟ ਤੇ ਲਾ ਦਿੰਦੇ ਆ। ਘਰਾਂ ਦੇ 142B ਤੇ 62AB ਇਹ 3 ਸਟਰੀਟਾਂ 10 ਦੀ ਪਾਰਕਿੰਗ ਆ। ਘਰ ਉੱਥੇ ਹੈਗੇ 25। ਹੁਣ ਬੇਸਮੈਂਟ ਵਾਲਿਆਂ ਨੇ ਤਾਂ ਸਟਰੀਟਾਂ ਦੀ ਲਾਉਣੀਆਂ ਗੱਡੀਆਂ। ਬਿਲਕੁਲ ਬਿਲਕੁਲ। ਤੁਹਾਡੇ ਰੇਡੀਓ ਦੇ ਰਾਹੀਂ ਰਿਕੁਐਸਟ ਹੀ ਆ ਵੀ ਤੁਹਾਨੂੰ ਰੱਬ ਨੇ ਘਰ ਦਿੱਤੇ ਆ, ਗਰਾਜ ਦਿੱਤੇ ਆ। ਚਲੋ ਸਾਡੀਆਂ ਤਾਂ ਮਜਬੂਰੀਆਂ, ਸਾਡੇ ਕੋਲ ਤਾਂ ਹੈ ਨਹੀਂ ਇਹ ਕੁਝ ਵੀ ਜੇ ਤੁਸੀਂ ਸਟਰੀਟਾਂ ਦੀ ਗੱਡੀਆਂ ਲਾਉਣੀਆਂ ਗਰਾਜਾਂ ਦੇ ਵਿੱਚ ਗੱਡੀ ਨਹੀਂ, ਗਰਾਜਾਂ ਦੇ ਵਿੱਚ ਸਟੋਰ ਰੂਮ ਨਾ ਅੰਦਰ ਤਾਂ ਲਾਉਣੀ ਹੋ ਨਹੀਂ। ਉਹ ਗਰਾਜ ਦੇ ਵਿੱਚ ਤਾਂ ਸਾਰਾ ਕੁਝ ਜਿਹੜਾ ਘਰ ਦਾ ਗਾਰਬੇਜ ਆ ਉਹ ਗਰਾਜ ਚ ਆ ਨਾ। ਗਰਾਜ ਤਾਂ ਮਾਰਨੀ ਨਹੀਂ ਗੱਡੀ, ਗੱਲ ਜੂ ਬਾਹਰ ਖੜੀ। ਜਿਹੜੀ BC ਹਾਊਸਿੰਗ ਵਾਲੇ ਆ ਉਹਨਾਂ ਨੂੰ ਕਹਿਣਾ ਚਾਹੀਦਾ ਜੇ ਤੁਹਾਡੇ ਕੋਲ ਘਰ ਗਰਾਜ ਹੈਗਾ ਤਾਂ ਜੇ ਉਹਨਾਂ ਦੀ ਗੱਡੀ ਕੋਈ ਸਟਰੀਟ ਤੇ ਖੜੀ ਹੈ ਤਾਂ ਉਹਨਾਂ ਨੂੰ ਫਾਈਨ ਕਰੋ। ਗਰਾਜ ਕਾਹਦੇ ਲਈ ਬਣਾਏ ਆ ਤੁਸੀਂ? ਇਹਦੇ ਤੇ ਵੀ ਲਿਆਉਣੇ ਆ ਜੀ ਇੱਕ ਦਿਨ ਗੱਲ। ਥੈਂਕ ਯੂ ਮੁੱਦਾ ਲਿਆਉਣ ਲਈ ਕਰਦੇ ਆ ਇਹਦੇ ਤੇ ਗੱਲ ਇੱਕ। ਥੈਂਕ ਯੂ। ਤੱਖਰ ਜੀ ਮੇਰੇ ਨਾਲ ਜਿਹੜੇ ਬਹੁਤ ਪਿਛਲੇ 3 ਮਹੀਨੇ ਤੋਂ ਬਹੁਤ ਮਿਹਨਤ ਕਰ ਰਹੇ ਨੇ ਆਪਣੇ ਪਰਿਵਾਰਾਂ ਨੂੰ ਪੰਜਾਬ ਤੋਂ ਵਾਪਸ ਲਿਆਉਣ ਲਈ। ਇੱਕ ਗੈਦਰਿੰਗ ਕੱਲ ਹੋ ਰਹੀ ਆ ਹਾਲੈਂਡ ਪਾਰਕ ਦੇ ਵਿੱਚ, ਉਹ ਗੈਦਰਿੰਗ ਦੇ ਬਾਰੇ ਉਹ ਦੱਸਣਾ ਚਾਹੁੰਦੇ ਨੇ। ਭੈਣ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬ੍ਰਿੰਗ ਬੈਕ ਕੈਨੇਡੀਅਨ ਹੋਮਸ ਵੱਲੋਂ ਜੀ ਕੱਲ ਦਾ ਜਿਹੜੀ ਗੈਦਰਿੰਗ ਆ ਉਹਦੇ ਬਾਰੇ ਦੱਸੋ ਜੀ, ਕੀ ਕੀਤਾ ਜਾਣਾ ਉਹਦੇ ਚ ਤੇ ਕੌਣ ਕੌਣ ਉਹਦੇ ਚ ਪਹੁੰਚਣ? ਦੇਖੋ ਜੀ, ਉਹ ਸਾਰਿਆਂ ਵਾਸਤੇ ਵੀਰ ਜੀ ਖੁੱਲਾ ਸੱਦਾ, ਸਾਡੇ ਗਵਰਨਮੈਂਟ ਅਫੀਸ਼ੀਅਲਸ ਲਈ ਵੀ ਖੁੱਲਾ ਸੱਦਾ। ਈਮੇਲਸ ਵੀ ਕਰ ਚੁੱਕੇ ਆ ਉਹਨਾਂ ਨੂੰ, ਜਿਨ੍ਹਾਂ ਦੇ ਪਰਸਨਲ ਨੰਬਰ ਸੀ ਉਹਨਾਂ ਨੂੰ WhatsApp ਵੀ ਭੇਜ ਚੁੱਕੇ ਆ। ਤੇ ਪਬਲਿਕ ਵਾਸਤੇ
ਵਾਸਤੇ ਖੁੱਲਾ ਜੀ। ਆਓ ਜਿਹੜੇ ਆ ਵੀ ਚੁੱਕੇ ਹੋ ਵਾਪਸ, ਉਹ ਵੀ ਆ ਕੇ ਦੂਸਰਿਆਂ ਨੂੰ ਹੌਸਲਾ ਦਿਓ, ਕਿਉਂਕਿ ਮਾਂ-ਬਾਪ ਭੈਣ ਭਰਾ ਜਿਨ੍ਹਾਂ ਦੇ ਫਸੇ ਹੋਏ ਨੇ ਉਹ ਵੀ ਸਾਡੇ ਹੀ ਮਾਂ-ਬਾਪ, ਸਾਡੇ ਭੈਣ ਭਰਾ ਨੇ। ਸੋ ਬੇਨਤੀ ਸਾਰੀ ਕਮਿਊਨਿਟੀ ਨੂੰ ਕੀਤੀ ਜਾਂਦੀ ਆ, ਚਾਹੇ ਉਹ ਪੰਜਾਬੀ ਨੇ, ਚਾਹੇ ਉਹ ਸਿੱਖ, ਹਿੰਦੂ, ਮੁਸਲਮਾਨ ਨੇ, ਚਾਹੇ ਗੋਰੇ ਨੇ, ਕਿ ਜੋ ਵੀ ਆ ਸਕਦਾ ਟਾਈਮ ਕੱਢ ਕੇ ਆਉਣ। ਵੀਰ ਜੀ ਇਹ ਜਿਹੜੀ ਗੈਦਰਿੰਗ ਆ, ਕਿਉਂਕਿ ਕੱਲ ਕੈਨੇਡਾ ਡੇ ਆ, ਔਰ ਸਾਨੂੰ ਬੜਾ ਮਾਣ ਆ ਕਿ ਅਸੀਂ ਇਸ ਦੇਸ਼ ਵਿੱਚ ਆ। ਅਸੀਂ ਆਪਣਾ ਦੇਸ਼ ਛੱਡ ਕੇ ਇੰਡੀਆ ਨੂੰ ਇਸੇ ਕਰਕੇ ਆਏ ਸੀ ਕਿ ਸਾਨੂੰ ਇੱਥੇ ਬਿਹਤਰ ਸਹੂਲਤ ਮਿਲੇ। ਪਰ ਪਿਛਲੇ 3 ਮਹੀਨਿਆਂ 'ਚ ਅਸੀਂ ਦੇਖਿਆ ਕਿ ਸਾਡੇ ਖਾਸ ਕਰਕੇ ਜਿਹੜੇ ਸਾਡੇ PR ਨੇ, ਪਰਮਾਨੈਂਟ ਰੈਜ਼ੀਡੈਂਟ ਨੇ, ਉਹਨਾਂ ਨੂੰ ਇੱਥੇ ਜਦੋਂ ਹੁੰਦੇ ਆ ਸਹੂਲਤ ਜ਼ਰੂਰ ਮਿਲੀ ਹੋਈ ਆ ਬਰਾਬਰ ਆਪਣੇ ਸਿਟੀਜ਼ਨਸ ਦੇ, ਕਿਉਂਕਿ ਉਹ ਟੈਕਸ ਬਰਾਬਰ ਦਿੰਦੇ ਨੇ, ਉਹ ਇਕੋਨਮੀ ਨੂੰ ਬਰਾਬਰ ਸਪੋਰਟ ਕਰਦੇ ਨੇ। ਪਰ ਜਦੋਂ ਮੁਸੀਬਤ 'ਚ ਉਹ ਫਸੇ ਹੋਏ ਨੇ ਉਦੋਂ ਉਹਨਾਂ ਨੂੰ ਉਹ ਇਕੁਆਲਿਟੀ ਨਹੀਂ ਮਿਲ ਰਹੀ ਹੈਗੀ। ਸੋ ਕੱਲ ਦਾ ਮਤਲਬ ਇਕੱਠੇ ਹੋਣ ਦਾ ਇਹੀ ਸੀ ਕਿ ਇੱਕ ਤਾਂ ਅਸੀਂ ਸ਼ੁਕਰੀਆ ਕਰੀਏ ਕਿ ਅਸੀਂ ਇਸ ਦੇਸ਼ ਵਿੱਚ ਬੈਠੇ ਹਾਂ, ਪਰ ਦੂਸਰੇ ਪਾਸੇ ਅਸੀਂ ਖੁਦ ਵੀ ਔਰ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਉਹ ਸਾਡੇ MP ਨੇ, ਚਾਹੇ ਸਾਡਾ ਪ੍ਰਾਈਮ ਮਿਨਿਸਟਰ ਆ, ਕਿ ਇੱਕ ਵਾਰੀ ਅਸੀਂ ਉਹਨਾਂ ਨੂੰ ਅਸੀਂ ਸਾਰੇ ਰਲ ਕੇ ਯਾਦ ਕਰੀਏ ਕਿ ਕੈਨੇਡਾ ਦੀਆਂ ਵੈਲਿਊਜ਼ ਕੀ ਨੇ। ਕਿਉਂਕਿ ਜੀ 3-4 ਕੈਨੇਡਾ ਦੀਆਂ ਮੇਨ ਵੈਲਿਊਜ਼ ਨੇ। ਇੱਕ ਤਾਂ ਬਰਾਬਰਤਾ, ਇੱਕ ਇੱਜ਼ਤ ਮਾਣ ਦੇਣਾ, ਇੱਕ ਸੁਰੱਖਿਆ ਤੇ ਇੱਕ ਅਮਨ ਸ਼ਾਂਤੀ। ਔਰ ਇਹ ਜਿਹੜੀਆਂ ਚਾਰੇ ਨੇ ਜੀ, ਇਹ ਫਿਲਹਾਲ ਸਾਡੇ ਜਿਹੜੇ ਉੱਥੇ ਫਸੇ ਹੋਏ, ਚਾਹੇ ਉਹ ਸਿਟੀਜ਼ਨ ਨੇ, ਚਾਹੇ ਉਹ PR ਨੇ, ਇਹ ਉਹਨਾਂ ਨੂੰ ਨਹੀਂ ਮਿਲ ਰਹੀਆਂ। ਸੋ ਇਹੀ ਕੋਸ਼ਿਸ਼ ਹੈਗੀ ਹੈ ਕਿ ਕੱਲ ਨੂੰ ਸਾਰੇ ਇਕੱਠੇ ਹੋ ਕੇ ਕੁਝ ਪਰਿਵਾਰ ਆਪਣਾ ਦੁੱਖ ਸਾਂਝਾ ਕਰਨ, ਕੀ ਉਹਨਾਂ ਨੂੰ ਤਕਲੀਫ ਆ ਰਹੀ ਆ, ਕਿਉਂ ਨਹੀਂ ਉਹਨਾਂ ਦੀ ਸੁਣੀ ਜਾ ਰਹੀ, ਤੇ ਆਸ ਕਰਦੇ ਹਾਂ ਕਿ ਕੱਲ ਤੋਂ ਕੁਛ ਨਾ ਕੁਛ ਚੇਂਜ ਸਾਨੂੰ ਨਜ਼ਰ ਆਵੇ। ਤੇ ਕਮਿਊਨਿਟੀ ਨੂੰ ਇਹੀ ਹੈ ਕਿ ਇਕੱਠੇ ਹੋਵੋ। ਅਸੀਂ ਦੂਸਰਿਆਂ ਦੇ ਮਸਲਿਆਂ ਲਈ ਤਾਂ ਬਹੁਤ ਇਕੱਠੇ ਹੋ ਜਾਈਦਾ, ਝੰਡੇ ਚੱਕ ਕੇ ਅਸੀਂ ਸਟਰੀਟਸ ਤੇ ਆ ਜਾਂਦੇ ਹਾਂ, ਪਰ ਅੱਜ ਸਾਡੀ ਕਮਿਊਨਿਟੀ ਨੂੰ ਲੋੜ ਆ, ਅੱਜ ਸਾਡੇ ਭੈਣ ਭਰਾਵਾਂ ਨੂੰ ਲੋੜ ਆ, ਤੇ ਵੱਧ ਤੋਂ ਵੱਧ ਉੱਥੇ ਆਉਣ, ਚਾਹੇ ਉਹ ਬਿਜ਼ਨਸ ਵਾਲੇ ਨੇ ਜੀ, ਚਾਹੇ ਉਹ ਜਿਹੜੇ ਆ ਚੁੱਕੇ ਨੇ ਉਹ ਨੇ। ਬਿਲਕੁਲ ਠੀਕ ਹੈ ਜੀ। ਤੇ ਹੁਣ ਲੇਟਲੀ ਜਿੰਨੇ ਪਰਿਵਾਰ ਉੱਥੇ ਬੈਠੇ ਆ ਉਹਨਾਂ ਦਾ ਕੁਛ ਆਉਣ ਦਾ ਕਿਸ ਤਰ੍ਹਾਂ ਹੋ ਰਿਹਾ ਜੀ? ਜਿਹੜੇ PR ਤੇ ਸਿਟੀਜ਼ਨ ਆ ਰਹੇ ਨੇ, ਤੇ ਸੌਰੀ ਇਕੱਲੇ ਸਿਟੀਜ਼ਨ ਆ ਰਹੇ ਨੇ, PR ਨੂੰ 에ਅਰ ਇੰਡੀਆ ਲੈ ਕੇ ਆ ਰਹੀ ਹੈ ਜੀ? ਹਾਂਜੀ, PR ਨੂੰ ਜੀ 에ਅਰ ਇੰਡੀਆ ਲੈ ਕੇ ਆ ਰਹੀ ਹੈ, ਪਰ ਵੀਰ ਜੀ ਮੁਸ਼ਕਿਲ ਇਹੀ ਆ ਰਹੀ ਹੈ ਕਿ ਟਿਕਟਾਂ ਬੜੀ ਜਲਦੀ ਵਿਕਦੀਆਂ ਨੇ। ਕੱਲ ਵੈਨਕੂਵਰ ਦੀ ਫਲਾਈਟ ਖੁੱਲੀ ਹੈ ਜੀ, ਬਹੁਤ ਘੱਟ ਜਿਹੜੇ ਇੱਥੇ ਬੈਠੇ ਸੀ ਉਹਨਾਂ ਨੂੰ ਉਹ ਟਿਕਟਾਂ ਮਿਲੀਆਂ ਨੇ। ਜਿਹੜੇ ਵਿਚਾਰਿਆਂ ਨੇ ਪਹਿਲਾਂ ਟੋਕੀਓ ਦੇ ਥਰੂ ਕਰਵਾਈ ਹੋਈ ਸੀ, ਉਹ ਉਹਨਾਂ ਦਾ ਹਜੇ ਕੁਛ ਨਹੀਂ ਬਣਿਆ ਹੈਗਾ। ਉਹ ਨਾ ਉਸ ਪਾਸੇ ਦੇ ਰਹੇ ਨਾ ਉਸ ਪਾਸੇ ਦੇ, ਕਿਉਂਕਿ ਪੈਸੇ ਦੇ ਚੁੱਕੇ ਨੇ, ਹਜੇ ਪੈਸੇ ਉਹਨਾਂ ਨੂੰ ਕ੍ਰੈਡਿਟ ਜਾਂ ਰੀਫੰਡ ਨਹੀਂ ਵਾਪਸ ਆਇਆ ਹੈਗਾ 에ਅਰ ਇੰਡੀਆ ਤੋਂ, ਤੇ ਉਹ 150 ਬੰਦਾ ਤਾਂ ਕੁਛ ਵਿਚਾਰਾ ਹਜੇ ਕਰ ਹੀ ਨਹੀਂ ਸਕਦਾ ਹੈਗਾ। ਬਾਕੀ ਜਿਹੜੀਆਂ ਅੱਜ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਕਿ ਕੁਛ ਚੇਂਜਸ ਆਈਆਂ ਨੇ, ਜਿਹੜਾ ਬੈਨ ਆ ਜੀ, ਉਹ ਤੁਹਾਡੀ ਗੱਲ ਸਹੀ ਹੈ ਜੀ, ਉਹ ਜੁਲਾਈ ਦੇ ਅਖੀਰ ਤੱਕ ਵਧਾਇਆ ਗਿਆ, ਪਰ ਉਹਨਾਂ ਦੇ ਵਿੱਚ ਉਹਨਾਂ ਨੇ ਐਗਜ਼ੈਂਪਸ਼ਨਸ ਉਹੀ ਰੱਖੀਆਂ ਨੇ ਜਿਹੜੀਆਂ ਪਹਿਲਾਂ ਸੀਗੀਆਂ, ਜਿਹਦੇ ਵਿੱਚ ਤੁਹਾਡੇ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਜੇ ਇਮੀਡੀਏਟ ਫੈਮਿਲੀ ਮਤਲਬ ਮਾਂ ਬਾਪ ਭੈਣ ਭਰਾ ਕੋਈ ਹੈ ਤੇ ਉਹ ਤੁਹਾਡੇ ਨਾਲ ਇੱਥੇ ਇਕੱਠੇ ਹੋਣ ਵਾਸਤੇ ਆ ਸਕਦੇ ਨੇ। ਉਹ ਕੋਈ ਵੀ ਟਿਕਟ ਅਗਰ ਕਰਵਾਉਂਦਾ ਜੀ ਉਹ ਪਹਿਲਾਂ ਚੈੱਕ ਕਰ ਲੈਣ, ਕਿਉਂਕਿ ਕਈ ਕੇਸਿਸ ਹੋ ਚੁੱਕੇ ਨੇ ਜਿੱਥੋਂ 에ਅਰ ਇੰਡੀਆ ਨੇ ਉਹਨਾਂ ਨੂੰ ਬੋਰਡ ਨਹੀਂ ਕਰਨ ਦਿੱਤਾ, ਵਰਕ ਪਰਮਿਟ ਵਾਲਿਆਂ ਨੂੰ ਤੇ ਵਿਜ਼ਟਰ ਵੀਜ਼ੇ ਵਾਲਿਆਂ ਨੂੰ। ਸੋ ਇਸ ਕਰਕੇ ਜੀ ਕੋਈ ਵੀ ਬੁਕਿੰਗ ਜਿਹਨੇ ਕਰਵਾਈ ਵੀ ਆ ਉਹ ਆਪਣੇ ਪਹਿਲਾਂ ਉਹਨਾਂ ਦੇ ਨਾਲ ਇਹ ਕਲੀਅਰਫਾਈ ਕਰ ਲੈਣ ਕਿ ਬੋਰਡ ਕਰਨ ਦੇਣਗੇ ਜਾਂ ਨਹੀਂ ਉਹ। ਤੇ ਦੂਸਰੀ ਜੀ KLM ਔਰ 에ਅਰ ਫਰਾਂਸ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਫਲਾਈਟਾਂ ਕੁਝ ਵੱਧ ਚੁੱਕੀਆਂ ਨੇ। ਇਹ ਲੱਗ ਰਿਹਾ ਕਿ ਕਮਰਸ਼ੀਅਲ ਰੂਟ ਹੀ ਚੱਲ ਰਿਹਾ ਰੈਸਕਿਊ ਦੇ ਨਾਂ ਤੇ, 에ਅਰ ਇੰਡੀਆ ਦਾ ਵੀ ਆ, KLM 에ਅਰ ਫਰਾਂਸ ਦਾ ਵੀ ਜੀ। ਹੁਣ 에ਅਰ ਕੈਨੇਡਾ ਦਾ ਨਹੀਂ ਚੱਲ ਰਿਹਾ ਜੀ। 에ਅਰ ਕੈਨੇਡਾ ਯੂਰਪ 'ਚ ਜਾ ਰਹੀ ਆ, ਕੁਝ ਏਸ਼ੀਅਨ ਕੰਟਰੀਜ਼ ਦੇ ਵਿੱਚ ਜਾ ਰਹੀ ਆ, ਇੰਡੀਆ ਨਹੀਂ ਜਾ ਰਹੀ। ਔਰ ਕੱਲ ਇਹ ਵੀ ਕੁਐਸਚਨ ਅਸੀਂ ਪੁੱਛਾਂਗੇ, ਆਸ ਕਰਦੇ ਹਾਂ ਸਾਡੇ ਕੋਈ ਨਾ ਕੋਈ MP ਉੱਥੇ ਪਹੁੰਚਣਗੇ। ਕੈਨ ਹਾਰਡੀ ਨੇ ਕਨਫਰਮ ਕੀਤਾ ਕਿ ਉਹ ਆਉਣਗੇ ਥੋੜੀ ਦੇਰ ਲਈ, ਤੇ ਉਹਨਾਂ ਨੂੰ ਪੁੱਛਾਂਗੇ ਕਿ ਉਹ ਕੀ ਕਰ ਰਹੇ ਨੇ ਇਸ ਮਸਲੇ 'ਚ 에ਅਰ ਕੈਨੇਡਾ ਨੂੰ ਪ੍ਰੈਸ਼ਰ ਪਾਉਣ ਲਈ, ਤੇ ਸ਼ਾਇਦ ਉਹ ਵੀ ਉਹਦੇ 'ਚ ਆਪਾਂ ਨੂੰ ਕੁਛ ਨਾ ਕੁਛ ਕਲੈਰਿਟੀ ਮਿਲ ਜੂਗੀ ਜੀ।
ਠੀਕ ਆ ਜੀ, ਕੱਲ ਨੂੰ ਮਿਲਦੇ ਆ ਫਿਰ 2 ਵਜੇ। ਥੈਂਕ ਯੂ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਤੁਹਾਡੇ ਉਦਮ ਲਈ। ਇਸ ਸਮਝੀ ਨਾ ਤੱਕ ਸੋ ਇਹ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਦਾ ਹੁਣ ਸਭ ਲਾਈਵ ਬੈਠੇ ਨੇ, ਰੇਡੀਓ ਸੁਣ ਰਹੇ ਨੇ। ਰੇਡੀਓ ਸੁਣਨ ਦਾ ਫਾਇਦਾ ਇਹ ਹੀ ਹੈ ਕਿ ਟ੍ਰੀਟ ਪ੍ਰੋਪਰ ਕਰੋ। ਰੈਗੂਲਰ ਆ ਤੁਹਾਡੇ ਲਈ ਜਾਂ ਕੋਈ ਕੈਜੂਅਲ ਆ, ਉਹਨੂੰ ਘੰਟੇ ਦਿਓ। ਅਵੇਲੇਬਿਲਿਟੀ ਜੇ ਲੈਂਦੇ ਉਹਨਾਂ ਤੋਂ 10-11 ਘੰਟੇ ਤੇ ਐਟਲੀਸਟ 4-5 ਘੰਟੇ ਕਰੇ। ਆਪਣੇ ਆਪ ਵੇਖੋ ਕਿ ਉਹਦੀ ਜਗ੍ਹਾ ਤੁਸੀਂ ਹੋਵੋ, ਤੁਸੀਂ ਜ਼ਿੰਦਗੀ ਕੱਢ ਸਕਦੇ ਹੋ। ਜਿੰਨੇ ਸਕੈਜੂਲਰ ਨੇ, ਜਿੰਨੇ ਕੋਆਰਡੀਨੇਟਰ ਨੇ, ਜਿੰਨੇ ਮੈਨੇਜਰ ਨੇ, ਜਿੰਨੇ ਵੀ ਇੱਥੇ ਬੈਠੇ ਸੁਣਦੇ ਨੇ, ਸਤਿਕਾਰ ਦਿਓ। ਜਦ ਕੋਈ ਆਉਂਦਾ ਸੈਨੀਟਾਈਜ਼ਰ ਜਾਂ ਵਾਈਪਸ ਲੈਣ, ਪ੍ਰੋਪਰ ਬੋਲੋ। ਉਹਨਾਂ ਨੇ ਉਹ ਖਾਣੇ ਨਹੀਂ ਹੱਥਾਂ ਤੇ ਲਾਉਣੇ ਨੇ ਜਿਵੇਂ ਤੁਸੀਂ ਵਰਤਦੇ ਹੋ। ਤੁਸੀਂ ਬੈਠੇ ਹੋ ਅੰਦਰ, ਉਹ ਫਿਰਦੇ ਨੇ ਮੀਂਹਾਂ ਦੇ ਵਿੱਚ ਭਿੱਜਦੀਆਂ ਕੁੜੀਆਂ ਬਾਹਰ। ਠੀਕ ਹੈ, ਕੰਮ ਦਾ ਆਪਣਾ ਢੰਗ ਹੈ। ਪ੍ਰਾਈਮ ਮਿਨਿਸਟਰ ਅਲੱਗ ਆ, ਇੱਕ 2x4 ਗੱਡ ਦਾ ਇੱਕ ਅਲੱਗ ਆ, ਪਰ ਇੱਜ਼ਤ ਦੋਨਾਂ ਦੀ ਬਰਾਬਰ ਹੈ ਇਸ ਦੇਸ਼ 'ਚ। ਜਿਵੇਂ ਕਿਸੇ ਸਟੋਰ ਤੇ ਟਰੂਡੋ ਵੀ ਗਰੋਸਰੀ ਕਰਨ ਆ ਜਾਵੇ ਤੇ ਅਸੀਂ ਚਲੇ ਜਾਈਏ, ਸਾਡੇ ਤੋਂ ਅੱਗੇ ਨਹੀਂ ਆ ਸਕਦੇ ਟਰੂਡੋ ਸਾਹਿਬ। ਇਹ ਕਾਨੂੰਨ ਨੇ। ਜੇ ਤੁਸੀਂ ਸੁਪਰਵਾਈਜ਼ਰ ਹੋ, ਕੋਆਰਡੀਨੇਟਰ ਹੋ, ਅੰਦਰ ਬੈਠੇ, ਇਹਦਾ ਇਹ ਨਹੀਂ ਵੀ ਤੁਹਾਡੀ ਬਾਦਸ਼ਾਹਤ ਆ, ਤੁਸੀਂ ਥਰੋਨ ਹੋ ਇੱਥੇ, ਤੁਸੀਂ ਕਿੰਗ ਹੋ ਇੱਥੇ ਦੇ ਜਾਂ ਕੁਈਨਸ ਹੋ। ਇਹ ਨਹੀਂ ਹੋਣੀ ਬਿਲਕੁਲ ਗੱਲ। ਯਾਦ ਰੱਖਿਓ, ਸੁਣ ਲਓ ਰੇਡੀਓ ਜਿੰਨਾ ਮਰਜ਼ੀ, ਪਰ ਇਹਨਾਂ ਵਰਕਰਸ ਨੂੰ ਇੱਜ਼ਤ ਦੇਣੀ ਪੈਣੀ ਹੈ ਤੇ ਇਹਨਾਂ ਨੂੰ ਕੰਮ ਦੇਣਾ ਪੈਣਾ। ਨਹੀਂ ਓਪਨਲੀ ਕਹੋ ਸਾਡੇ ਕੋਲ ਕੰਮ ਨਹੀਂ, ਕਰੋ ਫਾਇਰ ਇਹਨਾਂ ਨੂੰ, ਕਿਤੇ ਹੋਰ ਜਾਣ। ਇਹ ਰੱਖੀ ਤੁਸੀਂ ਫਿਰਦੇ ਹੋ ਸਿਰਫ, ਤੇ ਉਹਦੇ ਬਾਅਦ 10-10 ਘੰਟੇ 3-3 ਘੰਟੇ ਪਹਿਲਾਂ 7 ਤੋਂ 12 ਤੱਕ 1.5 ਘੰਟਾ, ਉਹਦੇ ਬਾਅਦ ਈਵਨਿੰਗ 'ਚ ਆ ਜਾਓ 1.5 ਘੰਟਾ ਫਿਰ। ਇਸ ਤਰ੍ਹਾਂ ਨਹੀਂ। ਇਹ ਕੁਝ ਬਹੁਤ ਲੇਟੈਸਟ ਟੈਕਨੋਲੋਜੀ ਹੈ। ਕੋਈ ਕੰਮ ਕਰੋ, ਕੋਈ ਜੇ ਆਪ ਨਹੀਂ ਬਾਹਲਾ ਪਤਾ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਕਿਸੇ ਨਾਲ ਗੱਲ ਕਰੇ, ਕੋਈ ਐਪ ਡਿਜ਼ਾਈਨ ਕਰੋ, ਕਿਸੇ ਨੂੰ ਪਤਾ ਲੱਗੇ, ਕੋਈ ਟਰਾਂਸਪੇਰੈਂਸੀ ਹੋਵੇ ਜਿਹਦੇ 'ਚ ਕਿਹਨੂੰ ਕਿੰਨੇ ਘੰਟੇ ਮਿਲ ਰਹੇ ਨੇ, ਕੁਛ ਪਤਾ ਹੋਵੇ ਵੀ ਮੇਰੇ ਤੋਂ ਪਹਿਲਾਂ ਕੌਣ ਹੈ। ਸਾਰੇ ਕੰਮ 'ਚ ਲਾਈਨ ਹੈ। ਕੋਈ ਟੈਕਸੀ ਚਲਾਉਂਦਾ, ਟੈਕਸੀ ਦੇ ਕੰਪਿਊਟਰ ਤੇ ਦਿਖਦੀਆਂ ਮੇਰੇ ਸਾਹਮਣੇ ਕਿੰਨੀਆਂ ਗੱਡੀਆਂ, ਮੈਂ ਜ਼ੋਨ 'ਚ ਜਿੱਥੇ ਬੈਠਾ ਮੇਰੇ ਮੂਹਰੇ ਕਿੰਨੀਆਂ ਗੱਡੀਆਂ। ਤੇ ਕੋਈ ਵਰਕਸ਼ੀਟ ਹੋਵੇ ਕਿਹੜੇ ਏਰੀਆ 'ਚ ਕਿੱਥੇ ਕਲਾਇੰਟ ਨੇ ਤੇ ਕਿੱਥੋਂ ਕਿਹੜੀ ਕੁੜੀ ਕਿੱਧਰ ਨੂੰ ਜਾ ਰਹੀ ਹੈ, ਤੇ ਉੱਥੋਂ ਦੂਜੇ ਬੰਨੋਂ ਆ ਰਿਹਾ, ਤੁਸੀਂ ਸੜਕ ਤੇ ਤੋੜੀ ਫਿਰਦੇ ਆ। ਔਰ ਹੁਣ ਇਹ ਗੱਲ ਪਿਛਲੇ ਹਫ਼ਤੇ 'ਚ ਆ ਗਈ, ਹੁਣ ਤੁਸੀਂ ਰੇਡੀਓ ਤੇ ਐਕਸ਼ਨ ਵੀ ਸ਼ੁਰੂ ਹੋ ਗਿਆ, ਤੇ ਪਹਿਲਾਂ ਦੱਬੀ ਰਹਿੰਦੀ ਤਾਂ ਕਿਸ ਨੇ ਪੁੱਛਣਾ ਨਹੀਂ ਸੀ। ਬਸ ਇਹੀ ਗੱਲ ਹੋ ਗਈ। ਇੱਕ ਤਾਂ ਨਾ ਇਹ ਜਿਹੜਾ 4 ਜਮਾਤਾਂ ਪੜ੍ਹ ਕੇ ਜਾਂ 9 ਇੱਥੇ ਗੋਰਿਆਂ ਦੇ ਆਲੇ ਰੱਖ ਕੇ ਕਈਆਂ ਦੇ ਦਿਮਾਗ 'ਚ ਇਹ ਆ ਜਾਂਦੇ ਵੀ ਮੇਰੇ ਤੋਂ ਸੁਪੀਰੀਅਰ ਨਹੀਂ ਹੈ ਕੋਈ। ਬਸ ਇਹ ਜਿਹੜਾ ਥੱਲੇ ਸਾਡੇ ਕੰਮ ਕਰਦੀਆਂ ਸਲੇਵਸ ਨੇ ਸਾਡੀ ਮੈਨੇਜਮੈਂਟ ਦੇ ਨਾਲ ਕਮਿਊਨੀਕੇਸ਼ਨ ਮੇਰੀ ਚੱਲ ਰਹੀ ਹੈ। ਤੁਹਾਨੂੰ ਮੈਂ ਬੇਨਤੀ ਕਰਦਾ ਹਾਂ, ਜੇ ਤੁਹਾਨੂੰ ਕੰਮ ਮਿਲਿਆ ਸੁਪਰਵਾਈਜ਼ਰ, ਤੁਸੀਂ ਇਸ ਤਰ੍ਹਾਂ ਨਾ ਕਰੋ ਵੀ ਤੁਸੀਂ ਫਾਈਨਲ ਸੇ ਹੋ। ਤੁਹਾਡੇ ਉੱਪਰ ਬਹੁਤ ਕੁਛ ਹੈ। ਤੁਹਾਡੇ ਮੈਨੇਜਰ ਨੇ, ਫਰੇਜ਼ਰ ਹੈਲਥ ਦੇ CEO ਨੇ, ਹੈਲਥ ਮਿਨਿਸਟਰ ਆ, ਕਮਿਊਨਿਟੀ ਦਾ ਦੂਰ ਕੋਈ ਨਹੀਂ। ਜਿਹੜੀ ਇਹ ਗੱਲ ਮੈਂ ਕਹਿ ਰਿਹਾ ਉਹਦੇ ਤੇ ਖੜਨਾ ਮੈਂ ਨਹੀਂ। ਸਭ ਕੁਝ ਠੀਕ ਕਰੋ, ਕੰਮ ਕਰੋ, ਪ੍ਰੋਪਰ ਕਹੋ ਨਾ ਵੀ ਇੰਨਾ ਕੰਮ ਆ, ਦੇਖੋ ਇੰਨੇ ਹੀ ਹੋ ਤੁਸੀਂ, ਆ ਇੰਨੇ 700 ਘੰਟਾ, ਇਹਦੇ 'ਚ ਤੁਸੀਂ 500 400 ਹੈ, ਤੁਹਾਨੂੰ 200 ਹੈ, ਤੁਹਾਨੂੰ ਵੰਡ ਰਹੀ ਹਾਂ ਮੈਂ। 3.5 4 ਤੁਹਾਨੂੰ ਮਿਲ ਰਹੇ ਨੇ, 5 ਮਿਲ ਰਹੇ ਨੇ। ਫਲੈਕਸੀਬਿਲਿਟੀ ਹੈ, ਸਭ ਠੀਕ ਹੈ। ਕੰਮ ਕਰਨ ਵਾਲੇ ਨੇ ਕੰਮ ਕਰਨ ਲਈ ਜੁਆਇਨ ਤੁਹਾਨੂੰ ਕੀਤਾ, ਪਰ ਉਹਨਾਂ ਨੂੰ ਕੰਮ ਤਾਂ ਦਿਓ ਨਾ। ਉਹਨਾਂ ਨੂੰ ਕੰਮ ਮਿਲਦਾ ਨਾ, ਉਹ ਛੱਡ ਕੇ ਕਿਤੇ ਜਾ ਸਕਣ। ਇਹ ਬੜੇ ਸਵਾਲ ਉੱਠਦੇ ਜੀ, ਉਹ ਛੱਡ ਦੇਣਾ। ਬਹੁਤ ਔਖੇ ਆ ਕੰਮ ਛੱਡਣੇ, ਕੰਮ ਚੇਂਜ ਕਰਨੇ। ਆ ਹੁਣ ਸਿੰਪਲ ਕੁੜੀਆਂ ਕੰਮ ਕਰਦੀਆਂ ਲਾਉਂਡਰੀ 'ਚ, ਚੱਕ ਕੇ ਕੱਪੜਾ ਹੀ ਪਾਉਣਾ, ਜਿਵੇਂ ਘਰੇ ਲਾਉਂਡਰੀ ਧੋਂਦੀਆਂ ਉੱਥੇ ਵੀ ਧੋਂਦੀਆਂ। ਕੋਈ ਉਹਦੇ 'ਚ ਕੋਈ ਰਾਕਟ ਸਾਇੰਸ ਨਹੀਂ, ਪਰ ਕੰਮ ਲੱਗਿਆ, ਕੰਮ ਟੁੱਟਿਆ, ਕੰਮ ਗਾਂ ਲੱਭਣਾ ਬਹੁਤ ਔਖਾ। ਉਹਦਾ ਇਹ ਨਹੀਂ ਮਤਲਬ ਵੀ ਤੁਸੀਂ ਸਲੇਵਰੀ ਆ ਤੁਹਾਡੇ ਲਈ। ਤੁਹਾਡੇ ਉੱਪਰ ਹਾਇਰ ਇਹਨਾਂ ਸੁਪਰਵਾਈਜ਼ਰਾਂ ਦੇ ਉੱਪਰ ਮੈਨੇਜਰ ਨੇ, ਮੈਨੇਜਰ ਦੇ ਉੱਪਰ ਮਾਲਕ ਹੈ, ਮਾਲਕ ਦੇ ਉੱਪਰ ਲੇਬਰ ਬੋਰਡ ਹੈ। ਕਰੋ ਕੰਪਲੇਂਟ ਫਿਰ ਵੀ ਸਾਡੇ ਨਾਲ ਆਹ ਧੱਕਾ ਹੁੰਦਾ, ਸਾਡੇ ਤੋਂ ਇੰਨਾ ਕੰਮ ਕਰਾਇਆ ਵਿਦ ਪ੍ਰੂਫ। ਫਿਰ ਇਹਨਾਂ ਨੂੰ ਪਤਾ ਲੱਗੂ। $4 ਲੱਖ ਦਿੰਦੇ ਨੇ ਅਮਰੀਕਾ ਦੇ ਵਿੱਚ। ਹੁਣ ਦੇ ਕੇ ਹਟਿਆ ਦਰਸ਼ਨ ਮੁੰਡੀ ਹੋਣੀ 7 ਸਟੇਸ਼ਨਾਂ ਤੇ ਧੱਕਾ ਮੁੰਡਿਆਂ ਨਾਲ ਕਰਦਾ। 3-3 ਦਿਨ ਦੀ ਫ੍ਰੀ ਹੋਈ ਕੰਮ, 24 ਘੰਟੇ ਟ੍ਰੇਨਿੰਗ। ਰੋਟੀ ਕਿੱਥੋਂ ਖਾਣੀ ਆ ਉਹਨੇ? ਇਹ ਜਿਹੜਾ ਇਸ ਨੂੰ ਸਹੀ ਕਰਨਾ। ਸਰ ਤੁਹਾਡੇ ਗਰੁੱਪ ਦੇ ਵਿੱਚੋਂ ਜਿੰਨੀਆਂ ਤੁਸੀਂ ਕੇਅਰ ਅਟੈਂਡੈਂਟ ਸੁਣ ਰਹੀ ਹੋ ਕੁੜੀਆਂ, ਜਿਹੜਾ ਕੋਈ ਇਹ 'ਚ ਲੀਡਿੰਗ ਰੋਲ ਲੈ ਸਕਦਾ, 3-4 ਵਲੰਟੀਅਰਲੀ ਇਕੱਠੇ ਹੋਵੋ। ਜਿਹੜਾ ਗਰੁੱਪ ਤੁਹਾਡਾ WhatsApp ਗਰੁੱਪ ਹੈ, ਇਹ 'ਚ ਚੁਗਲਖੋਰ ਨਹੀਂ ਇਹ 'ਚ ਚਾਹੀਦੇ, ਜਿਹੜੇ ਚੁਗਲੀਆਂ ਕਰਨ ਉੱਪਰ ਸੁਪਰਵਾਈਜ਼ਰਾਂ ਨੂੰ। ਇੱਥੇ ਭੈਣਾਂ ਬਣ ਕੇ, ਭਾਈ ਬਣ ਕੇ, ਆਪਸ ਵਿੱਚ ਖੜ ਕੇ ਆਪਣੀਆਂ
ਮੁਸ਼ਕਲਾਂ ਹੱਲ ਕਰੋ। ਇਉਂ ਨਹੀਂ ਵੀ ਲੋਕਾਂ ਦੇ ਮੈਸੇਜ ਪੜ੍ਹ ਕੇ ਗਾਹਾਂ ਸੁਪਰਵਾਈਜ਼ਰ ਦੇ ਕੰਨ 'ਚ ਫੂਕ ਮਾਰ ਕੇ ਆਪ 5-7 ਘੰਟੇ ਲੈ ਲੈਣਾ ਇਨਫਾਰਮਰ ਦੇ ਤੌਰ ਤੇ। ਪਿੰਪ ਨਹੀਂ ਬਣਨ ਦੀ ਲੋੜ, ਇਨਸਾਨ ਬਣੇ। ਇਸ ਤਰ੍ਹਾਂ ਰਹੋ, ਆਪ ਵੀ ਆਪਣੇ ਹੱਕ ਰੱਖੋ। ਧੱਕਾ ਹੁੰਦਾ ਪੈਰ ਗੱਡੋ, ਉੱਥੇ ਗਲਤ ਸੁਪਰਵਾਈਜ਼ਰ ਬੋਲਦਾ ਉਹਨੂੰ ਕਹੇ ਨੋ, ਤੂੰ ਕਹਿ ਨਹੀਂ ਸਕਦੀ, ਯੂ ਕੈਨਟ ਸੇ ਲਾਈਕ ਦੈਟ। ਮੈਂ ਇੱਥੇ ਹੀ ਖੜੀ ਹਾਂ, ਮੈਂ ਇੱਥੇ ਹੀ ਫੋਨ ਕਰਦੀ ਹਾਂ, ਇੱਥੇ ਹੀ ਮੈਂ ਮੀਡੀਆ ਸੱਦਦੀ ਹਾਂ। ਹੁਣ ਮੈਂ ਹੁਣੇ CKNW ਨੂੰ ਕਰਦੀ ਹਾਂ ਫੋਨ, ਮੈਂ ਆਪਣੇ ਮੀਡੀਆ ਨੂੰ ਫੋਨ ਕਰਦੀ ਮੈਨੂੰ ਆਹ ਗੱਲ ਕਹੀ, ਫੇਰ ਗੱਲ ਬਣੂ, ਫਿਰ ਸੈਨੀਟਾਈਜ਼ਰ ਪਤਾ ਲੱਗੂ ਕਿੱਥੋਂ ਪੈਦਾ ਹੁੰਦਾ। ਗਿੱਲ ਸਾਹਿਬ ਮੇਰੇ ਖਿਆਲ ਨਾਲ ਨਾ ਜਿਹੜਾ ਟੇਕੇ ਦਾ ਕੰਮ ਹੈ ਵੈਸੇ ਤਾਂ ਫਿਲਪੀਨੀ ਮੂਲ ਦੇ ਲੋਕਾਂ ਦੇ ਹੱਥਾਂ 'ਚ ਜਾ ਰਿਹਾ ਵੱਧ ਤੋਂ ਵੱਧ। ਹੁਣ ਜਿੱਥੋਂ ਤੱਕ ਆਪਣੇ ਔਰਤਾਂ ਦਾ ਸਵਾਲ, ਮੈਨੂੰ ਲੱਗਦਾ ਜਿੱਥੇ ਇਹਨਾਂ ਦਾ ਧੱਕਾ ਹੋ ਰਿਹਾ ਉੱਥੇ ਸੁਪਰਡੈਂਟ ਸੁਪਰਵਾਈਜ਼ਰ ਮੋਸਟਲੀ ਮੈਨੂੰ ਲੱਗਦਾ ਆਪਣੇ ਜ਼ਿਆਦਾ ਹੋਣਗੇ। ਹਾਂਜੀ ਆਪਣੇ ਆ ਜੀ ਆਪਣੇ। ਹਾਂ ਇਹ ਤੁਸੀਂ ਦੇਖ ਲਿਓ ਉਹੀ ਹੋਣਗੇ। ਇਹ ਪਤਾ ਨਹੀਂ ਸਾਡੇ ਲੋਕਾਂ ਨੂੰ ਧੱਕਾ ਸਹਿਣ ਦੀ ਆਦਤ ਹੀ ਪੈ ਗਈ ਆ। ਇਹ ਇਹਨਾਂ ਨੂੰ ਮੂਹਰੇ ਡਰਦੇ ਬੜੇ ਆ, ਆਈ ਡੋਂਟ ਨੋ। ਹਾਂਜੀ ਗੋਰਿਆਂ ਮੂਹਰੇ ਅਸੀਂ ਟੰਗੜ ਜਾਂਦੇ ਕਈ ਵਾਰੀ, ਉਹ ਮੰਨ ਵੀ ਲੈਂਦੇ ਸਾਡੀ ਗਲਤੀ ਆ। ਤੇ ਇੱਥੇ ਨਾ ਮੈਂ ਮੰਨੂ ਨਾ ਤੂੰ ਮੰਨੂ ਵਾਲੀ ਗੱਲ ਆ। ਦੂਜੀ ਗੱਲ ਤੁਸੀਂ ਮੈਨੂੰ ਇਹ ਵੀ ਹੁਣ ਖਾਸ਼ਾ ਵੀ ਆਪਣਾ ਚੀਫ, ਤੁਸੀਂ ਗੱਲ ਕੀਤੀ ਚੀਫ ਕੌਣ ਹੋਊਗਾ ਸਰੀ ਪੁਲਿਸ ਦਾ, ਜੇ ਤਾਂ ਇਹਨਾਂ ਨੇ ਪੰਜਾਬੀ ਬਣਾਤਾ। ਹਾਂਜੀ ਪਰ ਇਹਦੇ ਵਿੱਚ ਤਾਂ ਆਪਾਂ ਵਾਹਵਾ ਗੇਮ ਨਹੀਂ ਕਰਾਂਗੇ। ਚੰਗੀ ਗੱਲ ਹੈ, ਹੋਰ ਕਿਸੇ ਮੂਲ ਦਾ ਵੀ ਹੋਵੇ ਤਾਂ ਚੰਗੀ ਗੱਲ ਹੈ, ਕਿਉਂਕਿ ਸਾਡਾ ਤਾਂ ਹੌਲਦਾਰ ਹੀ ਉੱਥੇ ਥਾਣੇ 'ਚ ਲੱਗਾ ਹੋਵੇ, ਸਾਡਾ ਤਾਂ ਥਾਣੇਦਾਰ ਉੱਥੇ ਹੌਲਦਾਰ ਹੀ ਲੱਗਾ ਹੋਵੇ ਤਾਂ ਉਹਨੂੰ ਸਾਰੇ ਰਿਸ਼ਤੇਦਾਰ ਉਹਦੀ ਮੱਤ ਮਾਰ ਲੈਂਦੇ ਸਿਫਾਰਿਸ਼ਾਂ ਪਾਉਣ ਲਈ। ਇਹ ਕੋਈ ਕੁਦਰਤੀ ਆ ਸਾਡੇ ਕਲਚਰ ਵਿੱਚ ਹੀ ਇੱਥੇ। ਉਹਦਾ ਵਿਚਾਰਾ ਆਪ ਲੱਗ ਕੇ ਵੀ ਪਛਤਾਊਗਾ ਜੇ ਚੀਫ ਸਾਡਾ ਲਾ ਵੀ ਦਿੱਤਾ ਇਹਨਾਂ ਨੇ। ਚੰਗੀ ਗੱਲ ਆ ਜੇ ਇਹਨੂੰ ਕੈਨੇਡਾ ਨੂੰ ਰਹਿਣ ਦੇਣਾ ਤਾਂ ਹੋਰ ਹੀ ਹੋਵੇ ਚੀਫ, ਹੋਰ ਕਿਸੇ ਵੀ ਮਤਲਬ ਆਈ ਡੋਂਟ ਨੋ ਮੈਂ ਕੀ ਕਹਿ ਰਿਹਾ, ਕਿਸੇ ਨੂੰ ਚੰਗਾ ਲੱਗੇ ਜਾਂ ਨਾ, ਚੰਗੀ ਗੱਲ ਹੀ ਭਾਵੇਂ ਆਪਣੀ ਪੰਜਾਬੀਆਂ ਦੀ ਬਹੁਤਾਤ ਇੱਥੇ ਹੀ ਆ। ਪਰ ਆ ਵੀ ਤੁਸੀਂ ਦੇਖ ਲਓ, ਤੁਸੀਂ ਵੀ ਮੰਨ ਕੇ ਵੀ ਜਿੰਨੇ ਸੁਪਰਡੈਂਟ ਸਾਰੇ ਆਪਣੇ, ਪਤਾ ਨਹੀਂ ਉਹ ਕੀ ਕਹਿੰਦੇ ਸਾਡੇ ਹੱਥ ਕੀ ਆ ਗਿਆ, ਉਹ ਆਤਮਾ ਹੀ ਮਰ ਜਾਂਦੀ ਉਹਨਾਂ ਦੀ। ਬਹੁਤ ਤੰਗ ਕਰਦੇ ਲੋਕਾਂ ਨੂੰ। ਧੰਨਵਾਦ ਜੀ। ਧੰਨਵਾਦ ਸਾਹਿਬ। ਬਲਜਿੰਦਰ ਭੱਟੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ, ਅਮਰੀਕਾ ਤੋਂ। ਭੱਟੀ ਸਾਹਿਬ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਣਾ ਸੀ ਕਿ ਆਪਣੇ ਤੁਹਾਡਾ ਤਾਂ ਇੱਥੇ ਕਾਨੂੰਨਾਂ ਦਾ ਹੁਣ ਸਾਨੂੰ ਪਤਾ ਨਹੀਂ ਹੈ ਵੈਸੇ, ਪਰ ਜੋ ਮੈਂ ਸੁਣ ਰਿਹਾ ਹੈਗਾ ਜੀ ਸ਼ਰੇਆਮ ਧੱਕਾ ਹੋ ਰਿਹਾ ਜੀ ਆਪਣੀਆਂ ਕੁੜੀਆਂ ਨਾਲ। ਹਮਦਰਦੀ ਆ ਉਹਨਾਂ ਦੇ ਨਾਲ। ਜੋ ਤੁਸੀਂ ਕੰਮ ਕਰ ਰਹੇ ਆ ਬਹੁਤ ਸ਼ਲਾਘਾਯੋਗ ਆ ਜੀ ਭਾਜੀ। ਦੂਜੇ ਪਾਸੇ ਭਾਜੀ ਮੈਂ ਆਪਣੇ ਆਪ ਤੇ ਆਉਣਾ ਜੀ। ਮੈਂ ਡਵਲ ਜੋਬ ਕਰਦਾ, ਮੇਰੀ ਕੰਪਨੀ ਦੀ ਜੋਬ ਚੱਲਦੀ ਆ ਭਾਜੀ। ਮੈਂ ਏਅਰਪੋਰਟ ਤੇ ਹਰਸ ਰੈਂਟਲ ਕਾਰ ਹੈ, ਮੈਂ ਉੱਥੇ ਕੰਮ ਕਰਦਾ ਸੀਗਾ। ਤੇ ਉਹਨਾਂ ਨੇ ਸਾਨੂੰ ਤਕਰੀਬਨ ਮਾਰਚ ਮਹੀਨੇ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਫਰਲੋ ਲੇ ਆਫ ਕਰ ਰਹੇ ਹਾਂ, ਕਿ ਜਦੋਂ ਸਾਡਾ ਕੰਮ ਚੱਲ ਪਊਗਾ ਅਸੀਂ ਤੁਹਾਨੂੰ ਉਦੋਂ ਸੱਦ ਲਾਂਗੇ। ਉਹਨਾਂ ਨੇ ਭਾਜੀ ਮਹੀਨਾ ਡੇਢ ਕੁ ਮਹੀਨਾ ਸਾਨੂੰ ਰੱਖਿਆ ਆਪਣੇ ਫਰਲੋ ਲੇ ਆਫ ਤੇ। ਉਹਨਾਂ ਨੇ ਬਾਅਦ ਵਿੱਚ ਸਾਡਾ ਸਕੈਜਲ ਚਲਾ ਦਿੱਤਾ ਜੀ ਆਪਣੇ। ਥੋੜਾ ਕੁਛ ਬੰਦੇ ਕਹਿੰਦੇ ਅਸੀਂ ਸੱਦਣੇ ਆ ਜਿੱਦਾਂ ਅਸੀਂ ਕਰਦੇ ਭਾਜੀ। ਮੈਨੂੰ 20 ਸਾਲ ਹੋ ਗਏ ਉੱਥੇ ਕੰਮ ਕਰਦੇ ਇਹਨੂੰ, ਸੌਰੀ ਭਾਜੀ। ਤੇ ਮੈਂ 20 ਸਾਲ ਤੋਂ ਭਾਜੀ ਫਰਾਈਡੇ ਸ਼ਾਮ ਨੂੰ ਤੇ ਸੈਟਰਡੇ ਸੰਡੇ ਕੰਮ ਕਰਦਾ ਹੋਣਾ ਜੀ ਉੱਥੇ। ਤੇ ਮੈਨੂੰ ਉਹਨਾਂ ਨੇ ਕਾਲ ਕੀਤੀ ਕਿ ਬਲਜਿੰਦਰ ਸਾਡੇ ਕੋਲ ਸਕੈਜਲ ਹੈਗਾ, ਕਿ ਮੇਰੀ ਸੀਨੀਅਰਟੀ ਹੈਗੀ ਆ ਕਿ ਤੂੰ ਚੱਕਣਾ। ਮੈਂ ਕਿਹਾ ਵੀ ਕਿਹੜਾ ਸਕੈਜਲ ਦੱਸੋ ਮੈਨੂੰ। ਕਹਿੰਦੇ ਮੰਡੇ ਟੂ ਫਰਾਈਡੇ 6:30 ਵਜੇ ਦਾ ਸਵੇਰ ਨੂੰ ਸਕੈਜਲ ਹੈ। ਮੈਂ ਕਿਹਾ ਜੀ ਮੈਨੂੰ ਸੈੱਟ ਨਹੀਂ ਆ ਰਿਹਾ, ਕਿ ਮੈਂ ਦੂਜੀ ਜੋਬ ਕਰਦਾ ਹਾਂ, ਕਿ ਮੈਨੂੰ ਸੈੱਟ ਨਹੀਂ ਆਉਂਦਾ, ਮੈਂ ਨਹੀਂ ਚੱਕਣਾ। ਓਕੇ ਦੂਜੀ 2 ਮਹੀਨੇ ਕੁ ਬਾਅਦ ਫੇਰ ਭਾਜੀ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਬਲਜਿੰਦਰ ਸਾਡੇ ਕੋਲ ਸਕੈਜਲ ਹੈਗਾ। ਮੈਂ ਕਿਹਾ ਕਿਹੜਾ ਜੀ? ਕਹਿੰਦੇ ਆਹੀ ਆ। ਮੈਂ ਕਿਹਾ ਜੀ ਮੈਂ ਨਹੀਂ ਚੱਕਣਾ। ਮੈਨੂੰ ਭਾਜੀ ਸਿਟੀ ਮੈਨੇਜਰ ਦੀ ਕਾਲ ਆਈ ਕਿ ਬਲਜਿੰਦਰ ਹੁਣ ਤੈਨੂੰ ਅਸੀਂ ਕਾਲ ਨਹੀਂ ਕਰਨੀ, ਜਦੋਂ ਅਸੀਂ ਨਵਾਂ ਸਕੈਜਲ ਬਣਾਇਆ ਅਸੀਂ ਤੈਨੂੰ ਕਾਲ ਨਹੀਂ ਕਰਨੀ। ਤੂੰ ਜਦੋਂ ਅਸੀਂ ਸੈਟਰਡੇ ਸੰਡੇ ਖੋਲਾਂਗੇ ਤੇ ਤੂੰ ਦੁਬਾਰਾ ਅਪਲਾਈ ਕਰ ਲਈ। ਭਾਜੀ ਮੈਂ ਮੰਨ ਗਿਆ ਹੁਣ ਆਪਾਂ ਨੂੰ ਨਹੀਂ ਪਤਾ ਹੈਗਾ ਨਾ। ਮੇਰਾ ਭਾਜੀ ਮੈਂ ਯੂਨੀਅਨ ਤੇ ਆਉਣ ਲੱਗਾ ਕਿ ਤੁਹਾਡੀ ਯੂਨੀਅਨ ਇੱਥੇ ਪਤਾ ਨਹੀਂ ਕਿੱਦਾਂ ਦੇ ਕੰਮ ਕਰਦੀ ਆ, ਕਿੱਦਾਂ ਦੀ ਆਪਣੇ ਪੈਸੇ ਲੈਂਦੀ ਆ, ਜਦ ਕਿ ਉਹਨੂੰ ਕੰਮ ਕਰਨੇ ਚਾਹੀਦੇ। ਭਾਜੀ ਮੈਂ ਮੰਨ ਗਿਆ, ਮੈਂ ਕਿਹਾ ਠੀਕ ਆ ਜੀ। ਬਾਕੀ ਮੈਂ ਕਿਹਾ ਜੇ ਬਾਈ ਦੀ ਵੇਜ਼ ਕੁਛ ਸਕੈਜਲ ਬਚ ਗਏ ਤਾਂ ਤੁਸੀਂ ਮੈਨੂੰ ਦੇ ਸਕਦੇ ਆ ਸੈਟਰਡੇ ਸੰਡੇ। ਕਹਿੰਦਾ ਨਹੀਂ ਅਸੀਂ ਤੈਨੂੰ ਕਾਲ ਹੀ ਨਹੀਂ ਕਰਨੀ, ਤੂੰ ਹੁਣ ਜਾਣੀ ਕਿ ਤੇਰੀ ਜੋਬ ਜਾਂਦੀ ਲੱਗੀ ਇੱਕ ਕਿਸਮ ਦਾ ਮੈਨੂੰ ਮੈਨੇਜਰ ਨੇ ਕਹਿਤਾ ਨਾ। ਭਾਜੀ ਮੈਂ ਸ਼ਾਮ ਨੂੰ ਘਰ ਚਲ ਗਿਆ, ਮੈਨੂੰ 3:30 ਵਜੇ ਮੇਰੀ ਯੂਨੀਅਨ ਵਾਲੇ ਦੀ ਕਾਲ ਆ ਗਈ। ਕਹਿੰਦਾ ਬਲਜਿੰਦਰ ਤੂੰ 2 ਵਾਰੀ ਰਿਫਿਊਜ਼ ਕਰਤਾ, ਕਿ ਮੈਨੂੰ ਉਹਨਾਂ ਨੇ ਮੈਸੇਜ ਕੀਤਾ ਬਲਜਿੰਦਰ ਨੇ ਤਾਂ ਅਵਤਾਰ ਨੇ 2 ਵਾਰੀ ਰਿਫਿਊਜ਼ ਕਰਤਾ, ਅਸੀਂ ਕਾਲ ਨਹੀਂ ਕਰਨੀ। ਮੈਂ ਕਿਹਾ ਤੂੰ ਉਹਨਾਂ ਨੂੰ ਲਿਸਨ ਕੀਤਾ ਕੀ ਆ? ਕਹਿੰਦਾ ਨਹੀਂ।
ਕਹਿੰਦਾ ਜੋ ਮੈਨੂੰ ਉਹਨਾਂ ਮੈਸੇਜ ਛੱਡਿਆ ਕਹਿੰਦਾ ਆਹੀ ਛੱਡਿਆ। ਮੈਂ ਕਿਹਾ ਪਰ ਮੈਂ 20 ਸਾਲ ਤੋਂ ਫਰਾਈਡੇ ਸੈਚਰਡੇ ਸੰਡੇ ਕੰਮ ਕਰਦਾ ਹੋਣਾ, ਉਹਨਾਂ ਨੂੰ ਸੈਚਰਡੇ ਸੰਡੇ ਤਾਂ ਖੋਲਿਆ ਵੀ ਨਹੀਂ, ਫਰਾਈਡੇ ਸ਼ਾਮ ਦਾ ਹੈ ਨਹੀਂ, ਮੈਂ ਕਿੱਦਾਂ ਸਕੈਜਲ ਚੱਕ ਲਵਾਂ? ਮੇਰੀ 6 ਨੰਬਰ ਦੀ ਸੀਨੀਅਰਟੀ ਆ ਨਾ। ਮੈਂ ਕਿਹਾ ਉਹ ਮੋਰੋ ਕਹਿ ਰਿਹਾ ਕਿ ਆਪਣੇ ਵੀ ਅਸੀਂ ਤੁਹਾਨੂੰ ਕਾਲ ਨਹੀਂ ਕਰਨੀ। ਭਾਜੀ ਜੂਨੀਅਰ ਵਾਲੇ ਨੇ ਉਹਨਾਂ ਨਾਲ ਫਾਈਟ ਕਰਕੇ ਮੈਂ ਉਦਣ ਫਰਾਈਡੇ ਸੀਗਾ, ਮੈਨੂੰ ਮੰਡੇ ਨੂੰ ਕਾਲ ਕੀਤੀ, ਕਹਿੰਦਾ ਬਲਜਿੰਦਰ 6 ਮਹੀਨਿਆਂ ਦੇ ਵਿੱਚ ਜਿਹੜਾ ਤੁਹਾਡਾ ਕੰਟਰੈਕਟ ਲਿਖਿਆ ਆ, ਜੇ ਤਾਂ 6 ਮਹੀਨਿਆਂ ਦੇ ਵਿੱਚ ਉਹ ਸੈਚਰਡੇ ਸੰਡੇ ਖੋਲਣਗੇ ਔਰ ਉਹ ਸਭ ਤੋਂ ਪਹਿਲਾਂ ਕਾਲ ਤੁਹਾਨੂੰ ਕਰਨਗੇ। ਭਾਜੀ ਇਹ ਯੂਨੀਅਨ ਦੇ ਕੰਮ ਹੁੰਦੇ ਆ। ਮੈਂ ਤਾਂ ਸੁਣ ਕੇ ਭਾਜੀ ਅਸੀਂ ਹੈਰਾਨ ਆ ਜਿੱਦਾਂ ਤੁਸੀਂ ਕਰ ਰਹੇ ਕਿ ਇਹ ਤਾਂ ਮਸਲੇ ਪਤਾ ਨਹੀਂ ਕਿੰਨੇ ਕੁ ਚਿਰ ਤੋਂ ਚੱਲਦੇ ਆ ਰਿਹਾ ਕਿ ਜਿਹੜੇ ਹੁਣ ਤੁਸੀਂ ਸੋਮਵਾਰ ਨੂੰ ਪਿਛਲੇ ਸੋਮਵਾਰ ਤੁਹਾਨੂੰ ਪਤਾ ਲੱਗਾ ਤੁਸੀਂ ਮੰਗਲਵਾਰ ਨੂੰ ਲਿਆਂਦਾ ਹਨਾ ਜੀ ਟਾਊਨ ਇੰਨੀਆਂ ਕਾਲਾਂ ਆ ਰਹੀਆਂ। ਸ਼ਰਮ ਚਾਹੀਦੀ ਯੂਨੀਅਨ ਵਾਲਿਆਂ ਨੂੰ, ਜਿਹੜੇ ਆਪਣੇ ਬੰਦੇ ਮੈਂ ਤਾਂ ਬੰਦਿਆਂ ਨੂੰ ਕਹਿ ਰਿਹਾ ਕਿ ਸ਼ਰਮ ਚਾਹੀਦੀ ਯਾਰ ਤੁਹਾਨੂੰ। ਤੁਸੀਂ ਤੁਹਾਡੀਆਂ ਧੀਆਂ ਭੈਣਾਂ ਵੀ ਘਰ ਹੈਗੀਆਂ, ਪੁੱਤ ਵੀ ਤੁਹਾਡੇ ਘਰ ਹੈਗੇ, ਤੁਸੀਂ ਆਪਣੇ ਉਹਨਾਂ ਨੂੰ ਜਿਹੜੇ ਵਰਕਰ ਹੈਗੇ ਭਾਜੀ, ਮੈਂ ਇੱਥੇ ਗੋਰੇ ਦੀ ਕੰਪਨੀ ਆ ਭਾਜੀ, ਮੈਨੂੰ ਉਹਨੂੰ ਪੁੱਤ ਸਮਝ ਆਇਆ। ਦੇਖੋ ਮੈਂ ਇਕੱਲਾ ਪੰਜਾਬੀ ਕੰਮ ਕਰਦਾ, ਮੈਨੂੰ ਪੁੱਤ ਸਮਝ ਕੇ ਉਹ ਆਪਣੇ ਦੀ ਜਾ ਰੱਖਦਾ, ਕਹਿੰਦਾ ਤੂੰ ਮੇਰਾ ਵਰਕਰ ਨਹੀਂ, ਤੂੰ ਮੇਰਾ ਪੁੱਤ ਆ, ਮੇਰੇ ਨਾਲ ਕੱਲ ਹੀ ਗੱਲ ਕਰਦਾ ਪਿਆ ਸੀ। ਦੇਖੋ ਥੈਂਕ ਯੂ ਭਾਜੀ, ਸੌਰੀ ਲੰਬਾ ਟਾਈਮ ਲੈ ਗਿਆ, ਮੈਂ ਪਰ ਆਉਣਾ ਸੀਗਾ ਕਿ ਅਮਰੀਕਾ ਦੀ ਏਦਾਂ ਗੱਲਾਂ ਚੱਲਦੀਆਂ ਜੀ ਆਪਣੇ। ਸੌਰੀ ਬਾਕੀ ਸਰੋਤੇ ਵੇਟ ਕਰਦੇ ਹੋਣਗੇ ਜੀ, ਮਿਹਰਬਾਨੀ। ਥੈਂਕ ਯੂ ਭੱਟੀ ਸਾਹਿਬ। ਰੀਜ਼ਨ ਇਹ ਹੈ ਜੀ ਕਿ ਰੈਪ ਜਿਹੜੇ ਯੂਨੀਅਨ ਦੇ ਜਿਨ੍ਹਾਂ ਨੇ ਕੁੜੀਆਂ ਨੂੰ ਪ੍ਰੋਟੈਕਟ ਕਰਨਾ, ਉਹ ਜਦ ਜਾ ਕੇ ਗੱਲ ਕਰਦੇ ਆ ਮੈਨੇਜਮੈਂਟ ਦੇ ਸਾਈਡ ਦੀ, ਕੌਣ ਪੁੱਛੇ? ਯੂਨੀਅਨ ਨੂੰ ਇਹ ਪਚੰਦਾ ਦਿੰਦੀਆਂ, ਯੂਨੀਅਨ ਕੰਮ ਕਰਨ ਵਾਲੀ ਹੁੰਦੀ। ਹੁਣ ਨੂੰ ਇਹ ਮੈਨੂੰ ਕਹਿਣ ਦੀ ਲੋੜ ਸੀ ਇਹਨਾਂ ਨੂੰ? ਲਓ ਬਾਈ ਜੀ ਸਿਰੇ ਲੱਗੀ ਪਈ ਹੈ ਤੁਹਾਡੇ ਸ਼ਹਿਰ 'ਚ, ਧੰਨ ਹੈ ਜਿਹੜਾ ਤੁਸੀਂ ਲੜਦੇ ਹੋ। ਬਾਈ ਮਨਜੀਤ ਸਿੰਘ ਥਿੰਦੜਾ ਨੇ ਕਿਹਾ ਕਿ ਜੇ ਯੂਨੀਅਨ ਰਿਪਰੈਜ਼ੈਂਟੇਟਿਵ ਹੋਵੇ ਪ੍ਰੋਪਰਲੀ ਮੁਸ਼ਕਲ ਨਹੀਂ ਆ ਸਕਦੀ। ਗੱਲ ਸੱਚ ਹੈ। ਪੰਜਾਬੀ ਦੀ ਕਹਾਵਤ ਹੈ ਇੱਕ, ਮੈਂ ਹੁਣ ਪੜ੍ਹਨੀ ਨਹੀਂ ਚਾਹੁੰਦਾ ਤੇ ਐਨੀਵੇਜ਼ ਅਗਲੇ ਹਿੱਸੇ 'ਚ ਜਿਹੜੀ ਹੁਣ ਤੁਹਾਡੇ ਨਾਲ ਮੈਂ ਗੱਲ ਕਰਨੀ ਉਹ ਇਹ ਹੈ ਕਿ COVID-19 ਦੇ ਦੌਰਾਨ, ਇਸ ਬੰਦੀ ਦੇ ਦੌਰਾਨ ਕੋਈ ਨਾ ਕੋਈ ਫੰਕਸ਼ਨ ਜ਼ਰੂਰ ਘਰਾਂ 'ਚ ਹੋਏ ਹੋਣਗੇ। ਜਨਮ ਦਿਨ ਕਿਸੇ ਦੇ ਜ਼ਰੂਰ ਮਨਾਏ ਨੇ, ਵਿਆਹ ਵੀ ਹੋਏ ਨੇ, ਮੰਗਣੇ ਵੀ ਹੋਏ ਨੇ, ਸੰਸਕਾਰ ਵੀ ਹੋਏ ਨੇ। ਹੁਣ ਉਹਨਾਂ 'ਚ ਘਰ ਦੇ ਜੀ ਤੁਸੀਂ 15-20 ਰਹਿ ਗਏ, 15-20 ਦੇ ਨਾਲ ਜਿਹੜੇ ਉਹ ਦਿਨ ਮਨਾਏ ਨੇ, ਕਿਹੋ ਜਿਹਾ ਤੁਹਾਡਾ ਤਜਰਬਾ ਰਿਹਾ? 144 247 1550 184424715550 1000 ਬੰਦਿਆਂ ਦੇ ਇਕੱਠ ਤੇ ਘਰ ਦੇ 25 ਬੰਦੇ ਜਿਹੜੇ ਇਮੀਡੀਏਟ ਪਰਿਵਾਰ ਦੇ ਮੈਂਬਰ ਨੇ, ਉਹਨਾਂ 'ਚ ਬੈਠ ਕੇ ਜਿਹੜਾ ਉਹ ਫੰਕਸ਼ਨ ਕੀਤਾ, ਦਿਨ ਮਨਾਇਆ, ਕਿਹੋ ਜਿਹਾ ਦਿਨ ਸੀ? ਫੀਲ ਕੀ ਕੀਤਾ, ਮਹਿਸੂਸ ਕੀ ਕੀਤਾ? ਕੀ 950 ਦੀ ਕਮੀ ਮਹਿਸੂਸ ਕੀਤੀ ਜਾਂ ਫਿਰ ਇਹ ਸੋਚਿਆ ਵੀ ਯਾਰ ਆ ਤਾਂ ਅੱਛਾ ਇਉਂ ਵੀ ਹੁੰਦੇ ਨੇ ਦਿਨ? ਜਿਹੜਾ ਵਿਆਹ ਵਾਲਾ ਕੰਮ ਆ ਨਾ ਜੀ, ਉਹ ਤਾਂ ਮੈਂ ਤਾਂ ਮੈਨੂੰ ਜਿਹੜੇ ਮੁੰਡੇ ਕੁੜੀ ਨੇ ਤਾਂ ਜੀਵਨ ਸਾਥੀ ਬਣ ਜਾਣਾ, ਉਹ ਤਾਂ ਹਨੀਮੂਨ ਨੂੰ ਚੜ੍ਹ ਜਾਣਾ। ਮਾਪਿਆਂ ਨੂੰ ਤਾਂ ਸਜ਼ਾ ਹੀ ਆ ਮੈਨੂੰ ਲੱਗਦਾ, ਇੱਕ 10 ਦਿਨ ਘੱਟੋ ਘੱਟ ਸਜ਼ਾ ਹੈ। ਅੱਖਾਂ ਦੇ ਗਲੇਡੂ ਨਿਕਲੇ ਆਉਂਦੇ ਨੇ, ਸੌ ਨਹੀਂ ਹੁੰਦਾ। ਜਿਹੜਾ ਟਿਪੀਕਲ ਸਿਨੈਰੀਓ ਇੱਕ ਹੈ ਨਾ, ਜਿੱਦਾਂ ਰਿਸੈਪਸ਼ਨ ਤੇ ਮੀਆਂ ਬੀਬੀ ਦੀ ਜਿਹੜਾ ਟੱਬਰ ਖੜਾ ਹੁੰਦਾ ਹੈ ਹੱਥ ਜੋੜੀ, ਮੈਨੂੰ ਨਹੀਂ ਉਹ ਗੱਲ ਦੀ ਸਮਝ ਆਈ ਬਈ ਉਹ ਕਾਹਦੇ ਲਈ ਹੱਥ ਜੋੜੀ ਖੜੇ ਨੇ ਦਰਾਂ ਮੂਹਰੇ। 4 ਘੰਟੇ ਇੱਕ ਲੱਤ ਤੇ ਬੀਬੀਆਂ ਨੇ ਉੱਚੀ ਅੱਡੀ ਦੇ ਸੈਂਟਲ ਪਾਏ ਹੁੰਦੇ ਨੇ, ਉਹਨਾਂ ਨੂੰ ਖੜਨਾ ਬਹੁਤ ਔਖਾ ਹੈ ਕਿਉਂਕਿ ਯੂਜ਼ ਟੂ ਨਹੀਂ ਹੁੰਦੀਆਂ। ਫਿਰ ਉਹਦੇ ਬਾਅਦ ਅੱਧੇ ਘੰਟੇ ਬਾਅਦ ਲਾ ਲੈਂਦੀਆਂ, ਉਹ ਫਿਰ ਨੰਗੇ ਪੈਰੀ ਫਿਰਦੀਆਂ ਅੰਦਰ ਤੁਰੀਆਂ। ਉਹ ਪਾਉਣੀਆਂ ਪੈਂਦਾ ਹੀ ਆ ਕਿਉਂਕਿ ਆਲੇ ਦੁਆਲੇ ਜਿਹੜਾ ਸਭ ਇਹ ਪਾਏ ਨੇ। ਬੰਦੇ ਮੇਰੇ ਵਰਗੇ ਦੇ ਕੁੜਤੇ ਪਜਾਮੇ ਵਾਲੇ ਨੇ ਧੁੰਨੀ ਤੇ ਪੈਂਟ ਬੰਨੀ ਹੁੰਦੀ ਆ, ਉੱਪਰ ਦੀ ਉਹਨੇ ਲਾਈ ਹੁੰਦੀ ਆ ਬੈਲਟ, ਤੇ ਗਰਦਨ ਦੇ ਵਿੱਚ ਪਹਿਲੇ ਛੋਟੀ ਆ ਉਹਦੇ ਵਿੱਚ ਟਾਈ ਫਸਾ ਲੈਂਦੇ। ਬੜਾ ਬਈ ਔਖਾ, ਗਰਦਨ ਨਹੀਂ ਕਮਾ ਹੁੰਦੀ, ਪੈਂਟ ਚੱਕ ਕੇ ਪਿੱਛੋਂ ਜਿਹੜੀ ਹੈ ਉਹ ਉੱਚੀ ਗਰਦਨ ਦੇ ਪਿੱਛੋਂ ਗਿੱਟੇ ਦਿਖਦੇ ਨੇ, ਮੂਹਰੇ ਨੀਵੀਂ ਹੋ ਜਾਂਦੇ। ਕਰੀਏ ਕੀ ਅਸੀਂ ਤਾਂ ਝੋਲੀ ਵਾਲੇ ਪਜਾਮੇ, ਮੁਕਤਸਰੀ ਕੁੜਤੇ ਪਜਾਮੇ ਤੇ ਖੋਸਾ ਪਾਉਣ ਵਾਲੇ ਬੰਦੇ, ਜਾਂ ਸਾਨੂੰ 3 ਪੀਸ ਸੈੱਟ ਕੇ, ਕਈ ਮੁਕਤਸਰੀਆਂ ਨੂੰ ਵੀ ਮੈਂ ਦੇਖਿਆ ਬਿਮਾਰੀ ਲੱਗ ਗਈ। ਹੁਣ ਉਹ ਕਹਿੰਦੇ ਮੈਂ ਸੂਟ ਪਾਉਣਾ, ਹੁਣ ਆਦੇ 3 ਪੀਸ ਸੂਟ ਬਣਵਾ ਕੇ ਲਿਆ। ਮੈਂ ਕਿਹਾ ਚੰਗੇ ਭਲੇ ਬੰਦੇ ਹੋ ਤੁਸੀਂ, ਤੁਹਾਡੇ ਮੁਕਤਸਰ ਤੋਂ ਲੋਕ ਕੁੜਤੇ ਪਜਾਮੇ ਬਣਾਉਣ ਜਾਂਦੇ ਆ, ਤੁਸੀਂ ਇਹ ਕਿੱਧਰ ਨੂੰ ਤੁਰ ਪਏ? ਕਮਾਲ ਕਰਦੇ ਹੋ ਯਾਰ, ਸੱਭਿਅਤਾ ਛੱਡ ਕੇ ਆਪਣੀ ਕੀ ਕਰਨ ਲੱਗ ਪਏ? ਸੋ ਇਹ ਜਿਹੜਾ ਕਿਹੋ ਜਿਹੇ ਫੰਕਸ਼ਨ ਹੈ, ਦੁੱਖ ਦੇ ਵਿੱਚ ਵੀ ਪਰਿਵਾਰ ਦੇ ਜੀਆਂ ਨੇ ਆਪ ਆਪਣੇ ਪਿਆਰ ਨਾਲ ਘਰ ਦੇ
ਮੈਂਬਰ ਨੂੰ ਤੋਰਿਆ ਹੋ ਕਿਸੇ ਨੂੰ ਇਹ ਦਿਨਾਂ 'ਚ, ਤੇ ਨਾਲ ਵਿਆਹ ਸ਼ਾਦੀ ਵੀ ਹੋ ਗਈ, ਕਈ ਵਿਆਹ ਹੋਏ ਨੇ ਦੋਸਤਾਂ ਦੇ ਲੜਕੇ ਲੜਕੀਆਂ ਦੇ, ਉਹ ਕਹਿੰਦੇ ਕੋਈ ਇਸ਼ੂ ਹੀ ਨਹੀਂ ਹੈ, ਆਰਾਮ। ਵਿਆਹ ਤੋਂ 3 ਦਿਨ ਪਹਿਲਾਂ ਇੱਕ ਮਿੱਤਰ ਪਿਆਰਾ ਕਹਿੰਦਾ ਮੈਂ ਤਾਂ ਪਾਰਕ 'ਚ ਤੁਰਿਆ ਫਿਰਦਾ, ਮੈਂ ਕਿਹਾ ਵਿਆਹ 2 ਦਿਨ ਨੂੰ, ਕਹਿੰਦਾ ਵਿਆਹ ਦਾ ਫਿਕਰੇ ਕੋਈ ਨਹੀਂ ਹੈ, ਟੈਂਟ ਪਿੱਛੇ ਲਾਤੇ, ਤੰਦੂਰ ਗੱਡੇ ਹੋਏ ਨੇ, ਪ੍ਰਸ਼ਾਦਾ ਛਕ ਲੈਣਾ, 30-25 ਜੀ ਆ ਘਰ ਦੇ, ਇਹ ਤਾਂ ਗੱਲ ਹੀ ਮੁੱਕ ਗਈ। ਕਿਹੋ ਜਿਹਾ ਤੁਹਾਡਾ ਤੇ ਕਿਹੋ ਜਿਹੇ ਤੁਹਾਡੇ ਦਿਨ ਰਹੇ 3 ਮਹੀਨੇ, ਤੇ ਕੀ ਸੋਚਣ ਦਾ ਤੁਹਾਡਾ ਨਜ਼ਰੀਆ ਬਦਲਿਆ, ਕੀ ਬਦਲਾਅ ਲਿਆਉਂਗੇ ਜ਼ਿੰਦਗੀ 'ਚ? ਹੁਣ ਕੋਵਿਡ ਇਹ ਚਲੇ ਜਾਣਾ, ਵੈਕਸੀਨ ਆ ਗਈ, ਜੈਸੇ ਥੇ ਵਾਲੀ ਗੱਲ ਚੱਲ ਪੈਣੀ ਆ, ਫੇਰ ਚੱਲੀ ਹੋਈ ਆ, ਹੁਣੇ ਭੱਜ ਲੋ ਹੋਈ ਆ, ਪਰ ਕੁਝ ਅਜਿਹੀ ਇਹਦੇ ਵਿੱਚੋਂ ਅਸੀਂ ਲੱਭਿਆ ਕੁਛ ਜਿਹੜਾ ਆਉਣ ਵਾਲੇ ਸਮੇਂ 'ਚ ਅਸੀਂ ਲਾਗੂ ਕਰ ਸਕਦੇ ਹਾਂ? ਦੱਸੋ ਮਾੜਾ ਜਿਹਾ। 1844 247 1550 ਤੇ 1844 247 1550। ਉੱਥੇ ਹੋਟਲ ਮੋਟਲ ਬੜੇ ਵਧੀਆ ਨੇ, ਬਹੁਤ ਵਧੀਆ ਫੈਸਿਲਿਟੀ ਹੈ। ਹੌਲੀਡੇ ਇਨ ਬਿਲਕੁਲ ਲੇਕ ਦੇ ਉੱਪਰ, ਜਿੱਥੇ ਸੈਂਟਰ 'ਚ ਸੜਕ ਲੰਘਦੀ ਹੈ, ਵਿੰਸ ਵਿਰਕੋਣੀ ਉਹਦੇ ਮਾਲਕ ਨੇ, ਸਾਊ ਲੋਕ ਨੇ ਉੱਥੇ ਸਾਰੇ, ਕਿਸੇ ਜਗ੍ਹਾ ਵੀ ਰਹਿ ਲਓ, ਬੜਾ ਮਹਿੰਗਾ ਨਹੀਂ ਹੈ। ਬੋਟਸ ਜਿਹੜੀਆਂ ਕਿਰਾਏ ਤੇ ਮਿਲ ਜਾਂਦੀਆਂ ਨੇ, ਤੇ ਉਹ ਕਿਸ਼ਤੀ ਦਾ ਗੇੜਾ ਲਾਓ, ਤੇ ਪਰ ਗਲਤੀ ਨਹੀਂ ਕਰਨੀ। ਪਾਣੀ ਜਿਹੜੀ ਵਾਟਰ ਸਪੋਰਟਸ ਹੈ ਉਹਦੇ ਖਿਆਲ ਨਾਲ ਚਲਾਉਣਾ, ਧੱਕਾ ਨਹੀਂ ਕਰਨਾ, ਭਜਾਉਣਾ ਹੀ ਨਹੀਂ, ਫਿਰ ਇਹ ਮੁੜਦੀ ਨਹੀਂ ਹੈ, ਉਹਦੇ ਬ੍ਰੇਕ ਨਹੀਂ ਹੈ, ਜਿਹੜਾ ਜਿਵੇਂ ਤੁਸੀਂ ਕਹਿੰਦੇ ਹੋ। ਇਹ ਵੇਖ ਕੇ ਜਿੱਥੇ ਪੇਤਲਾ ਪਾਣੀ ਉੱਥੇ ਨਹੀਂ ਬਣਨਾ, ਉੱਥੇ ਵਰਜਨ ਥੱਲੇ ਉਹਦਾ ਜਿਹੜਾ ਪ੍ਰੋਪੈਲਰ ਸ਼ੈਫਟ ਆ ਫਸ ਜਾਂਦੀ। ਉਹ ਖਿਆਲ ਨਾਲ ਜਿਹੜੇ ਸੀਡੂਜ਼ ਨੇ ਮੋਟਰਸਾਈਕਲ, ਉਹ ਬਹੁਤ ਵਧੀਆ, ਮਤਲਬ ਧੁੱਪ ਹੋਵੇ ਵੀਕਐਂਡ ਪੂਰਾ, ਤੇ ਫਿਰ ਉੱਥੇ ਜਾ ਕੇ ਰਹਿ ਕੇ ਆਇਓ, ਫਰਾਈਡੇ ਚਲੇ ਜਾਓ ਤੇ ਸੰਡੇ ਆ ਜਾਓ, ਵਧੀਆ ਏਰੀਆ ਵਿਜ਼ਿਟ ਕਰ। ਤੇ ਆਈਲੈਂਡ ਦੀ ਤਾਂ ਰੀਸ ਹੀ ਨਹੀਂ, ਸਨਸ਼ਨ ਕੋਸਟ ਬਹੁਤ ਵਧੀਆ। ਆਪਣੇ ਹਾਰਸਸ਼ੂ ਵੇ ਤੋਂ ਬੈਠੋ ਫੈਰੀ, ਸ਼ੀਸ਼ਲ ਉਤਰ ਕੇ, ਤੇ 100 ਕਿਲੋਮੀਟਰ ਦੀ ਸਟ੍ਰੈਚ ਆ ਪਾਉਲ ਰਿਵਰ ਤੋਂ ਪਹਿਲਾਂ, ਜੋ 100 ਕਿਲੋਮੀਟਰ ਕਿਤੇ ਵੀ ਰਹਿ ਲਓ, ਮਡੇਰਾ ਪਾਰਕ ਰਹਿ ਲਓ, ਗਿਬਸਨ ਰਹਿ ਲਓ, ਜਿੱਥੇ ਮਰਜ਼ੀ ਤੁਸੀਂ ਰੁਕ ਜਾਓ, ਧੁੱਪ ਬਹੁਤ ਚੜ੍ਹਦੀ ਹੈ, ਮਤਲਬ ਬਹੁਤ ਵਧੀਆ ਸਨਸ਼ਨ ਕੋਸਟ। ਤੇ ਉਹਦੇ ਬਾਅਦ ਪਾਰਕਸਵਿਲ ਬਹੁਤ ਵਧੀਆ, ਜੇ ਤੁਸੀਂ ਨਨੈਮੋ ਤੋਂ ਅੱਗੇ ਜਾਣਾ, ਸਾਲਟ ਸਪਰਿੰਗ ਆਈਲੈਂਡਸ ਬਹੁਤ ਵਧੀਆ ਨੇ, ਵਿਕਟੋਰੀਆ ਤੋਂ ਜ਼ਿਆਦਾ ਦਿਨ ਨਿਕਲ ਜਾਣੇ ਨੇ, ਕੱਢ ਕੇ ਗੇੜਾ। ਇਹੋ ਜਿਹੇ ਦਿਨ 'ਚ ਤਾਂ ਠੰਡ ਹੋ ਜਾਂਦੀ ਹੈ, ਪਰ ਜਾ ਆਓ। ਇਸ ਵਾਰ ਆਪਾਂ ਦੂਰ ਨਹੀਂ ਜਾ ਸਕਦੇ, ਨੇੜੇ ਨੇੜੇ ਰਹੋ। ਤੇ ਵਪਾਰਕ ਸੰਦੇਸ਼ ਲੈ ਲਈਏ, ਮੁੜ ਕੇ ਆ ਕੇ ਤੁਹਾਡੀਆਂ ਕਾਲਸ ਤੁਸੀਂ ਨਹੀਂ ਇਹਦੇ ਬਾਰੇ ਕੀਤੀਆਂ, ਤੇ ਫਿਰ ਆਪਾਂ ਸਰੀ ਇਹਦੇ ਵਿੱਚ ਸਰੀ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ। 1:14 ਹੋਇਆ ਜੀ। ਗੱਲਬਾਤ ਇਸ ਹਿੱਸੇ ਮੈਂ ਕਰਨੀ ਹੈ ਕਿ ਸਰੀ ਦੀ ਪੁਲਿਸ, ਪੰਜਾਬੀਆਂ ਦੇ ਕਹਿਣੇ ਨੂੰ ਸਰੀ ਦੀ ਪੁਲਿਸ ਦੀ ਤਿਆਰੀ ਹੋ ਗਈ। ਹੁਣ ਕੱਲ ਬੋਰਡ ਮੈਂਬਰ ਬਣਾ ਦਿੱਤੇ ਹੈ ਉਹਨਾਂ ਨੇ, ਬੋਰਡ ਬਣ ਗਿਆ। ਬੋਰਡ ਦਾ ਚੇਅਰ ਹੈ ਜਿਹੜਾ ਉਹ ਡਗ ਮੁਕੱਲਮ ਹੋਣੀ ਨੇ, ਮੇਅਰ। ਹੁਣ ਇਸ ਪੁਲਿਸ ਦਾ ਮੂੰਹ ਮਹਾਂਦਰਾ ਕਿਹੋ ਜਿਹਾ, ਇਹਦੇ ਤੇ ਆਪਾਂ ਸੋਚਣਾ ਸ਼ੁਰੂ ਕਰੀਏ। ਕਿਹੋ ਜਿਹੀ ਪੁਲਿਸ ਤੁਸੀਂ ਵੇਖਣਾ ਚਾਹੁੰਦੇ ਹੋ ਸਰੀ 'ਚ? ਵਿਭਿੰਨਤਾ ਕਿੰਨੀ ਕੁ ਹੋਵੇ? ਜਿਹੜੇ ਪੁਲਿਸ ਅਫੀਸਰ ਹੋਣ, ਖੈਰ ਨੂੰ ਤਾਂ ਅਪਲਾਈ ਜਿਵੇਂ ਕਰਨਾ ਉਹਨਾਂ ਨੇ ਹੋਣਾ, ਪਰ ਜਿਹੜੀ ਸੀਨੀਅਰ ਮੈਨੇਜਮੈਂਟ ਹੈ ਉੱਪਰ, ਪੁਲਿਸ ਚੀਫ ਹੈ, ਕੀ ਚਾਹੁੰਦੇ ਹੋ? ਹੁਣ ਦਿਲ ਦੀ ਗੱਲ ਕਰੋ, ਤੁਹਾਡੀ ਸੁਣਦੇ ਆ ਸਾਰੀ, ਕਿ ਪੁਲਿਸ ਚੀਫ ਜਾਂ ਉੱਪਰ ਜਿਹੜੇ ਉੱਪਰਲੇ ਅਫੀਸਰ ਨੇ, ਪੁਲਿਸ ਅਫੀਸਰ ਥੱਲੇ ਕਾਂਸਟੇਬਲ ਤੋਂ ਬਿਨਾਂ ਉੱਪਰ, ਉਹ ਕਿਹੋ ਜਿਹੇ ਚਾਹੀਦੇ ਆ? ਕੀ ਬੈਕਗਰਾਉਂਡ ਹੋਵੇ? ਪੰਜਾਬੀ ਹੋਣ ਉਹ? ਕੀ ਪੁਲਿਸ ਚੀਫ ਆਪਣੇ ਭਾਈਚਾਰੇ 'ਚ ਚਾਹੀਦਾ, ਜਾਂ ਫਿਰ ਮੇਨ ਸਟ੍ਰੀਮ ਦਾ ਕੋਈ ਚਾਹੀਦਾ? ਇਹੋ ਜਿਹੀ ਪੁਲਿਸ ਜਿਹੜੀ ਹੈ ਉਹ ਸਰੀ ਦੀ ਹੋਵੇ। ਸਰੀ ਪੁਲਿਸ ਡਿਪਾਰਟਮੈਂਟ ਦਾ ਰੰਗ ਬੰਨ ਜਿਹੜਾ ਹੈ ਕਿਹੋ ਜਿਹਾ ਹੋਵੇ? ਜਿਵੇਂ RCMP ਦੇ ਵਿੱਚ ਇਹ ਗੱਲ ਤਾਂ ਚੱਲੀ ਕਿ ਆ ਜਾਓ ਜੀ, ਦਸਤਾਰ ਬੰਨ ਕੇ ਬਲਤੇਜ ਸਿੰਘ ਢਿੱਲੋਂ ਹੁਣੀ ਆ ਜਾਓ, ਤੇ ਉਹ ਪਰ ਜਿਹੜਾ ਸਿਸਟੈਮਿਕ ਰੇਸਿਜ਼ਮ ਹੈ ਉਹ ਬਹੁਤ ਡੀਪ ਹੈ। ਜਿਹੜੇ ਵਿੱਚ ਕੰਮ ਕਰਦੇ ਦੱਸ ਵੀ ਜਾਂਦੇ ਆ ਕਈ ਆ ਕੇ ਏਅਰ ਤੇ ਕਿਵੇਂ ਆ ਕਹਾਣੀ। ਸੋ ਇਹ ਹੁਣ ਸਮਾਂ ਹੈ ਆਪਣੇ ਲਈ, ਆਪਣੇ ਤੇ ਗੱਲਬਾਤ ਕਰਨ ਦਾ। ਖੈਰ ਜਿਨ੍ਹਾਂ ਨੇ ਅਪਲਾਈ ਕਰਨਾ ਐਪਲੀਕੇਸ਼ਨ ਦੇ ਵਿੱਚੋਂ ਉਹਨਾਂ ਨੇ ਚੂਜ਼ ਕਰਨਾ ਵੀ ਜਿਸ ਦੀ ਹੋਵੇ। ਗੱਲਾਂ ਬੜੀਆਂ ਚੱਲ ਰਹੀਆਂ ਨੇ ਵੀ ਪੰਜਾਬੀ ਫਲਾਣਾ ਬੰਦਾ ਆ ਸਕਦਾ, ਫਲਾਣਾ ਆ ਸਕਦਾ। ਵੈਨਕੂਵਰ ਪੁਲਿਸ ਡਿਪਾਰਟਮੈਂਟ ਤੋਂ ਇੱਕ ਸੀਨੀਅਰ ਅਫਸਰ ਦੀ ਗੱਲ ਚੱਲ ਰਹੀ ਹੈ, ਇੱਕ ਰਿਟਾਇਰ ਹੋਏ ਬੰਦੇ ਦੀ ਗੱਲ ਚੱਲ ਰਹੀ ਹੈ, ਖਾਸਾ ਕੁਛ ਚੱਲ ਰਿਹਾ। ਪਰ
ਪਹਿਲੀ ਤਾਂ ਗੱਲ, ਸਰੀ ਪੁਲਿਸ ਡਿਪਾਰਟਮੈਂਟ ਜਦ ਆਉਣਾ ਤਾਂ ਉਹ ਤੁਹਾਨੂੰ ਉਹਦੇ ਬਾਰੇ, ਹੁਣ ਸਰੀ ਪੁਲਿਸ ਡਿਪਾਰਟਮੈਂਟ ਬਣਨ ਜਾ ਰਹੀ ਹੈ, ਹੁਣ ਨੇੜੇ ਗੱਲ ਲੱਗ ਗਈ ਹੈ। ਹੁਣ ਬਸ ਇਸ ਬੋਰਡ ਨੇ ਚੀਫ ਰਿਕਰੂਟ ਕਰਨਾ, ਚੀਫ ਤੋਂ ਬਾਅਦ ਬਸ ਫਿਰ ਭਰਤੀ ਸ਼ੁਰੂ ਹੋ ਜਾਣੀ ਹੈ। ਅਗਲੇ ਸਾਲ ਤੱਕ ਮੈਨੂੰ ਲੱਗਦਾ ਵੀ ਇਹ ਜਿਹੜੀ ਪੁਲਿਸ ਡਿਪਾਰਟਮੈਂਟ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ। ਹਾਂਜੀ ਸਿੰਘ ਸਾਹਿਬ, ਦੇਖੋ ਦੂਜਾ ਕਿੰਨਾ ਮੈਂ ਜਦੋਂ ਆਹ ਹੁਣ ਵੀ ਗੱਲ ਤੁਰੀ ਆ ਤਾਂ ਉਹਦੇ ਨਾਲ ਪਹਿਲਾਂ ਇੱਕ ਤੁਸੀਂ ਟੌਪਿਕ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਉਹ ਇਸ ਟੌਪਿਕ ਦੇ ਵਿੱਚ ਆ ਜਾਂਦਾ ਆ ਤੇ ਆਪਣੇ ਲੋਕਾਂ ਦੀ ਸੋਚ ਉਸੇ ਤਰ੍ਹਾਂ ਹੋ ਜਾਂਦੀ। ਜਾਂ ਤਾਂ ਅਸੀਂ ਕਹਿੰਦੇ ਜੀ ਬਿਲਕੁਲ ਹੀ ਸਾਡੇ ਹੀ ਹੋਣ, ਅਸੀਂ ਹੋਈਏ, ਤੇ ਜਾਂ ਫਿਰ ਸਾਡਾ ਕੋਈ ਹੋਵੇ ਹੀ ਨਾ। ਜਿਹੜੀ ਗੱਲ ਅਸਲੀ ਹੈਗੀ ਆ, ਜੋ ਅਸੂਲਾਂ ਦੀ ਗੱਲ ਆ, ਉਸ ਗੱਲ ਦੀ ਅਸੀਂ ਗੱਲ ਨਹੀਂ ਕਦੀ ਕਰਦੇ। ਅਸੀਂ ਰੰਗਾਂ, ਨਸਲਾਂ, ਜਾਤਾਂ ਨਾਲ ਦੇਖਦੇ ਆ ਵੀ ਉਹ ਫਲਾਨਾ ਰੰਗ ਆ, ਫਲਾਨਾ ਜਾਤ ਆ ਜਿਹੜੀ ਉਹ ਆਹ ਕੰਮ ਕਰ ਸਕਦੀ ਤੇ ਇਸ ਤਰ੍ਹਾਂ ਕਰ ਸਕਦੀ ਆ। ਹੁਣ ਇੱਥੇ ਦੇਖਣ ਵਾਲੀ ਗੱਲ ਆ ਗੁਣਾਂ ਦੀ। ਇੱਥੇ ਇਹ ਨਹੀਂ ਹੈਗਾ ਕਿਹੜਾ ਰੰਗ ਆ, ਕਿਹੜੀ ਨਸਲ ਆ, ਕਿੱਥੋਂ ਆਇਆ, ਕਿੱਥੇ ਦਾ ਹੈਗਾ ਆ। ਜੇ ਉਸ ਬੰਦੇ 'ਚ ਗੁਣ ਨਹੀਂ ਹੈਗੇ ਤਾਂ ਉਸ ਗੁਣ ਨੂੰ ਸਾਨੂੰ ਉਸ ਬੰਦੇ ਨੂੰ ਨਹੀਂ ਪ੍ਰੈਜ਼ੈਂਟ ਕਰਨਾ ਚਾਹੀਦਾ। ਹੁਣ ਖਾਮੀ ਕਿੱਥੇ ਆ? ਜਦੋਂ ਮੈਂ ਵੋਟ ਪਾਉਣ ਜਾਣੀ ਆ, ਮੈਂ ਦੇਖਣਾ ਆ ਵੀ ਮੇਰਾ ਜਿਹੜਾ MLA ਜਾਂ MP ਆ, ਕੀ ਉਹ ਮੇਰੇ ਨਾਲ ਹਾਂਜੀ ਅੱਛਾ ਜੀ ਭਾਜੀ ਕਰਦਾ ਆ, ਕੀ ਜਦੋਂ ਮੈਂ ਕਹਿੰਦਾ ਆ ਮੈਂ ਫੋਨ ਕਰਦਾ ਮੇਰਾ ਫੋਨ ਚੁੱਕਦਾ ਆ, ਕੀ ਜਦੋਂ ਮੈਨੂੰ ਕੋਈ ਜ਼ਰੂਰਤ ਹੁੰਦੀ ਮੈਂ ਨਜਾਇਜ਼ ਕੋਈ ਕੰਮ ਕਰਾਉਣਾ ਹੁੰਦਾ ਹੈ, ਕੋਈ ਚਿੱਠੀ ਲਿਖਾਉਣੀ ਆ, ਉਹ ਕਰਦਾ ਆ। ਉੱਥੇ ਉਹ ਬੰਦਾ ਤੁਹਾਨੂੰ ਇਹ ਨਹੀਂ ਦੱਸਦਾ ਵੀ ਆਹ ਗੱਲ ਸਹੀ ਆ, ਗਲਤ ਆ, ਆਹ ਹੋ ਸਕਦਾ, ਆਹ ਨਹੀਂ ਹੋ ਸਕਦਾ। ਬਸ ਉਹਨੇ ਵੀ ਮੁੱਠ ਵਿੱਚ ਰੱਖ ਕੇ ਤੁਹਾਨੂੰ ਤਵੀਤ ਫੜਾ ਦੇਣਾ ਤਾਂ ਤੁਸੀਂ ਤਵੀਤ ਫੜਨ ਵਾਲੇ ਘਰ ਨੂੰ ਆ ਜਾਣਾ। ਜਿੰਨੀ ਦੇਰ ਸਾਨੂੰ ਇਹੋ ਅਸੀਂ ਰੱਬ ਬਣਾ ਕੇ ਬੰਦੇ ਨੂੰ ਜਾਂ ਫਿਰ ਦੂਜਾ ਦੁਸ਼ਮਣ ਬਣਾ ਕੇ ਦੇਖਦੇ ਆ, ਅਸੂਲਾਂ ਦੀ ਗੱਲ ਨਹੀਂ ਵਿੱਚ ਲਿਆਉਂਦੇ, ਜਿੰਨੀ ਦੇਰ ਅਸੀਂ ਸੱਚ ਨੂੰ ਨਹੀਂ ਵਿੱਚ ਸ਼ਾਮਲ ਕਰਦੇ, ਉਨੀ ਦੇਰ ਕਿਸੇ ਵੀ ਰੰਗ ਜਾਤ ਦਾ ਬੰਦਾ ਆ ਜਾਵੇ ਉਹ ਇਹ ਬੇਨਿਆਈ ਹੋਣੀ ਆ। ਹੁਣ ਜਦੋਂ ਜੇ ਪੁਲਿਸ ਆਫੀਸਰ ਜਿਹੜਾ ਵੀ ਉੱਥੇ ਪੁਲਿਸ ਚੀਫ ਹੋਵੇ, ਉਹਦੇ ਵਿੱਚ ਉਹ ਲਿਆਕਤ ਦੇ ਅਨੁਸਾਰ ਉਹਦੇ ਵਿੱਚ ਕੁਆਲਿਟੀਜ਼ ਹੋਣ, ਉਹ ਜਸਟਿਸ ਕਰ ਸਕਦਾ ਹੋਵੇ, ਉਹਦੀ ਬੈਕਗਰਾਉਂਡ ਚੈੱਕ ਕੀਤੀ ਜਾਣੀ ਚਾਹੀਦੀ ਹੈ ਤੇ ਫਿਰ ਉਹਨੂੰ ਲਿਆਉਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਹੁਣ ਇੱਥੇ ਅਸੀਂ ਤਾਂ ਪੰਜਾਬੀ ਜਾ ਰਹੇ ਹਾਂ ਤੇ ਇੱਥੇ ਪੰਜਾਬੀ ਲੈ ਆਓ, ਜਾਂ ਇਹੋ ਜਿਹੜਾ ਗੋਰਿਆਂ ਦਾ ਏਰੀਆ ਤੇ ਗੋਰਾ ਲਿਆਓ। ਗੱਲ ਗੁਣਾਂ ਦੀ ਹੋਣੀ ਚਾਹੀਦੀ ਆ, ਨਾ ਕਿ ਰੰਗਾਂ ਨਸਲਾਂ ਦੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪ੍ਰਭਜੋਤਪਾਲ ਸਿੰਘ ਦੀ ਗੱਲ ਹੈ। ਬਲਜਿੰਦਰ ਸਿੰਘ ਸੰਘਾ ਉਹਨਾਂ ਨੇ ਲਿਖਿਆ, ਕਹਿੰਦੇ ਬਿਲਕੁਲ ਪੰਜਾਬੀ ਚੀਫ ਨਹੀਂ ਚਾਹੀਦਾ। ਪੰਜਾਬੀ ਪਹਿਲਾਂ ਹੀ ਲੱਕੜ ਦੇ ਪ੍ਰਤਾਪੇ ਬਹੁਤ ਤੁਰੇ ਫਿਰਦੇ ਆ, ਇਹ ਨਹੀਂ ਗੱਲ ਠੀਕ। ਸਾਡਾ ਪੁਲਿਸ ਚੀਫ ਗੋਰਾ ਚਾਹੀਦਾ ਜਿਹੜਾ ਸਭ ਨੂੰ ਬਰਾਬਰ ਰੱਖੇ। ਸਵਰਨ ਸਿੰਘ ਜੀ, ਲਾਈਨ ਨੰਬਰ 4। ਗਿੱਲ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਚਾਲ ਸਾਹਿਬ, ਕਫਾਲਕਮ। ਹਾਂਜੀ, ਅਹਲਨ ਕਿਫਾਲਕ। ਹਾਂਜੀ ਹਾਂਜੀ ਗਿੱਲ ਸਾਹਿਬ, ਗੱਲ ਤੇ ਹੈਗੀ ਆ ਵੀ ਠੀਕ ਆ, ਸਾਰਾ ਕੁਛ ਬਣ ਗਿਆ। ਹੁਣ ਜਿਹੜਾ ਆਪਾਂ ਨੂੰ ਵੀ ਬੰਦਾ ਕਿੱਦਾਂ ਦਾ ਚਾਹੀਦਾ, ਜਿਹੜਾ ਚੀਫ ਆ, ਮੇਰੇ ਹਿਸਾਬ ਨਾਲ ਚੀਫ ਜਿਹੜਾ ਉਹ ਬੰਦਾ ਹੋਣਾ ਚਾਹੀਦਾ, ਇੱਕ ਤਜਰਬੇਕਾਰ ਹੋਵੇ, ਦੂਸਰਾ ਪਾਰਦਰਸ਼ੀ ਔਰ ਓਨੈਸਟੀ ਨਾਲ ਕੰਮ ਕਰੇ, ਉਹ ਬੰਦਾ ਹੋਣਾ ਚਾਹੀਦਾ। ਉਹ ਕਿਸੇ ਵੀ ਕਮਿਊਨਿਟੀ ਵਿੱਚੋਂ ਹੋਵੇ। ਆਈ ਡੋਂਟ ਮਾਈਂਡ। ਥੈਂਕ ਯੂ। ਧੰਨਵਾਦ ਜੀ। ਸਵਰਨ ਸਿੰਘ ਚਾਹਲ ਮਿਨ ਖਲੀਗ, ਮੈਸੇਜ ਆਏ ਨੇ ਅਮਰੀਕਾ ਤੋਂ ਵੀ, ਆਸਟ੍ਰੇਲੀਆ ਤੋਂ ਵੀ ਤੇ ਸਰੀ ਚੋਂ ਵੀ। 11 ਨੇ ਲਿਖਿਆ ਵੀ ਨੋ, ਪੰਜਾਬੀ ਬੰਦਾ ਪੁਲਿਸ ਚੀਫ ਨਹੀਂ ਚਾਹੀਦਾ। ਕਮਾਲ ਹੋ ਗਈ। ਇਹਦਾ ਮਤਲਬ ਲੋਕ ਪਛਾਣਨ ਲੱਗ ਗਏ ਵੀ ਰਿਪਰੈਜ਼ੈਂਟੇਸ਼ਨ, ਜੇ ਤੁਸੀਂ ਕਹਿੰਦੇ ਹੋ ਵੀ ਮੇਰਾ MLA MP ਪੰਜਾਬੀ ਹੋਵੇ, ਇਹਦੇ ਨਾਲ ਕੋਈ ਫਰਕ ਨਹੀਂ ਹੈ। ਵਾਕਈ ਫਰਕ ਨਹੀਂ ਹੈ, ਸੱਚ ਗੱਲ ਹੈ। ਇਹ ਝਾੜ ਤੋਂ ਭੂਰਾ ਲਾ ਦਿਓ ਅਗਲੀ ਵਾਰ ਨੂੰ, ਇਹ ਕੋਈ ਕਹਾਣੀ ਨਹੀਂ ਹੈ। ਗੁਣਾਂ ਦੀ ਗੱਲ ਹੋਵੇ, ਪੰਜਾਬੀ ਵੀ ਹੋਵੇ, ਅਸੀਂ ਪੰਜਾਬੀ ਦੇ ਖਿਲਾਫ ਨਹੀਂ, ਆਪਣੀ ਕੌਮ ਹੈ, ਪਰ ਟਰੂ ਰਿਪਰੈਜ਼ੈਂਟੇਸ਼ਨ ਹੋਵੇ ਵੀ ਕੰਮ ਕਿਵੇਂ ਕੀਤਾ ਜਾਂਦਾ। ਇਹ ਨਾ ਹੋਵੇ ਧੜਿਆਂ ਦੇ ਵਿੱਚ VVIP ਕਲਚਰ, VIP ਕਲਚਰ, BP ਕਲਚਰ ਤੇ ਫਿਰ ਆਮ ਨਾਰਮਲ ਬੰਦੇ। ਮਹਿਲਾਂ 'ਚ ਰਹਿ ਕੇ ਕੁੱਲੀਆਂ ਵਾਲਿਆਂ ਦੀ ਖਬਰ ਨਹੀਂ ਲਈ ਜਾਂਦੀ। ਪੈਸਾ ਇੱਕ ਐਡੀ ਬੜੀ ਚੀਜ਼ ਹੈ, ਜਦ ਆ ਜਾਂਦਾ ਕੋਲ ਉਹ ਕਹਿੰਦਾ ਨਾ ਇਹ ਕਹਾਣੀ ਉਹ ਨਹੀਂ ਕੋਈ। ਕੁਲਤਾਰ ਸਿੰਘ ਜੀ, ਲਾਈਨ ਨੰਬਰ 2।
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਤੇ ਸਰੀ ਨਿਵਾਸੀਆਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਵੀ ਜੋ ਡਾਕਟਰ ਸਾਹਿਬ ਨੇ ਕਿਹਾ ਸੀ, ਮੇਅਰ ਸਾਹਿਬ ਨੇ, ਉਹ ਪੂਰਾ ਕਰ ਦਿੱਤਾ। ਤੇ ਬਾਕੀ ਜਿਹੜਾ ਪੁਲਿਸ ਚੀਫ ਹੈ, ਮੇਰੇ ਹਿਸਾਬ ਦੇ ਨਾਲ ਜਿੰਨੀ ਆਪਣੀ ਇੱਥੇ ਬੱਸੋ ਆ ਜਾਂ ਬਿਜ਼ਨਸ ਆ ਜਾਂ ਜੋ ਵੀ ਹੈ, ਮੇਰੇ ਹਿਸਾਬ ਨਾਲ ਤਾਂ ਪੰਜਾਬੀ ਪੁਲਿਸ ਵਾਲਾ ਚਾਹੀਦਾ ਜੀ। ਵੀ ਪੰਜਾਬੀ ਵੀ ਪੁਲਿਸ ਵਾਲੇ ਜਾਂ ਕਿਸੇ ਕੰਮ 'ਚ ਵੀ ਜਾਈਏ ਤਾਂ ਬਹੁਤ ਇੰਟੈਲੀਜੈਂਟ ਤੇ ਨਿਰਪੱਖ ਲੋਕ ਹੈ। ਪਰ ਜਿੱਦਾਂ ਆਪਣੇ ਬੰਦੇ ਕਹਿੰਦੇ ਜੀ ਗੋਰਾ ਹੋਵੇ ਤਾਂ ਉਹ ਇਸ ਤਰ੍ਹਾਂ ਨਹੀਂ ਕਰੂਗਾ। ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਜੀ। ਮੈਂ ਕਹਿੰਦਾ ਵੀ ਆਪਣਾ ਪੰਜਾਬੀ ਬੰਦਾ ਹੋਵੇ, ਉਹਨੂੰ ਸਾਰੀਆਂ ਗੱਲਾਂ ਦਾ ਪਤਾ ਆ। ਜੋ ਕੁਛ ਇੱਥੇ ਡਰੱਗ ਜਾਂ ਹੋਰ ਚੱਲਦੀ ਆ, ਪੰਜਾਬੀ ਬੰਦਾ ਉਹਨੂੰ ਰੋਕ ਸਕਦਾ ਮੇਰੇ ਹਿਸਾਬ ਦੇ ਨਾਲ। ਤੇ ਬਾਕੀ ਤਾਂ ਜੀ ਗੁਣ ਤਾਂ ਜ਼ਰੂਰ ਹੋਣਗੇ, ਜਿਹੜਾ ਬੰਦਾ ਅਪਲਾਈ ਕਰੂਗਾ ਉਹਦੇ 'ਚ ਕੋਈ ਐਕਸਪੀਰੀਅੰਸ ਹੋਊਗਾ। ਪਰ ਮੈਂ ਗੋਰਿਆਂ ਦੇ ਵੀ ਅਗੇਂਸਟ ਨਹੀਂ, ਮੈਂ ਗੋਰਿਆਂ ਦੀ ਕੰਟਰੀ 'ਚ ਆਇਆ ਕਿਉਂਕਿ ਪੰਜਾਬ ਛੱਡ ਕੇ ਇਹ ਵਧੀਆ ਕਰਕੇ। ਪਰ ਜਿਹੜੇ ਪੰਜਾਬੀ ਆ ਉਹ ਵੀ ਬੜੇ ਨਿਰਪੱਖ ਆ, ਜਿੱਦਾਂ ਕਿ ਕੈਸ਼ਹੀਰ ਸਾਹਿਬ ਸੀਗੇ, ਬੜੇ ਵਧੀਆ ਅਫਸਰ ਸੀਗੇ। ਸੋ ਥੈਂਕ ਯੂ ਜੀ, ਥੈਂਕ ਯੂ ਥੇੜਾ ਸਾਹਿਬ, ਥੈਂਕ ਯੂ। ਇੱਕ ਗੱਲ, ਵਿੰਡਜ਼ਰ ਜਿਹੜਾ ਸ਼ਹਿਰ ਸੇਫੈਸਟ ਸਿਟੀ ਸੀ, ਮੈਂ ਤੁਹਾਨੂੰ ਬਹੁਤ ਵਾਰ ਦੱਸਿਆ, ਪਾਣੀ ਟੱਪ ਕੇ ਡੀਟਰੋਇਟ ਦੇ ਵਿੱਚ ਕੀ ਹਾਲ ਸੀ। ਵਿੰਡਜ਼ਰ ਦੇ ਪੁਲਿਸ ਚੀਫ ਨੂੰ ਪੁੱਛਿਆ ਵੀ ਤੂੰ ਕਿਵੇਂ ਤਰੱਕੀ ਕੀਤੀ, ਤੂੰ ਕਿਵੇਂ, ਤੇਰਾ ਸ਼ਹਿਰ ਸੇਫ ਹੈ? ਉਹ ਕਹਿੰਦਾ ਮੈਂ ਇੱਥੇ ਸ਼ਹਿਰ 'ਚ ਜੰਮਿਆ ਪਲਿਆ, ਮੈਨੂੰ ਗਲੀ ਦਾ ਕੂਚਾ, ਕੱਲਾ ਕੱਲਾ ਗਲੀ, ਕੱਲਾ ਕੱਲਾ ਮੋੜ, ਕਿਹਦਾ ਘਰ ਆ, ਕਿਹਦੇ ਜਵਾਕ ਨੇ, ਇਸ ਤਰ੍ਹਾਂ ਪਤਾ। ਪਰ ਹੁਣ ਲੋਕਾਂ ਦਾ ਮੋਹ ਭੰਗ ਇਸ ਗੱਲ ਤੋਂ ਹੋਇਆ ਕਿ ਸਾਡੇ ਕੰਮ ਜਿਹੜੇ ਜਦ ਫਸਦੇ ਆ, ਸਾਡੇ ਜਿਹੜੇ ਪਹਿਲਾਂ ਤਜਰਬਾ ਕੀਤਾ ਹੋਇਆ ਰਾਜਨੀਤਿਕ ਬੰਦਿਆਂ ਦਾ, ਉਹ ਸਾਡੇ ਕੰਮ ਨਹੀਂ ਹੋ ਰਹੇ। ਜੇ ਹੁੰਦੇ ਆ ਤਾਂ ਉਹਦੇ ਖਾਸ ਬੰਦਿਆਂ ਦੇ ਹੋ ਜਾਂਦੇ ਆ। ਹੁਣ ਇਹ ਆ ਬਹੁਤ ਵੱਡਾ ਇਸ਼ੂ ਹੈ ਕਿ ਜਿਹੜੀ ਰੀਪੈਟਰੀਏਸ਼ਨ ਤੁਹਾਡੀਆਂ ਫਲਾਈਟਸ ਆਈਆਂ ਨੇ, ਕਿਹਦੀ ਫਲਾਈਟ, ਕਿਹੜੀ, ਜਿਹੜੀ ਕਿਹਨੂੰ, ਜਿਹੜਾ ਆਪਣੇ ਥਾਮਸ ਕੁੱਕ ਵਾਲਿਆਂ ਨੇ ਫੋਨ ਕਰਨਾ, ਕਿਹਨੇ ਆ ਕੇ ਉਸ ਫਲਾਈਟ ਤੇ ਚੜ੍ਹਨਾ, ਕਿਹਨੂੰ ਪਤਾ ਵੀ ਕਿਹਨੇ ਅਪਲਾਈ ਕੀਤਾ, ਕਿਹੜਾ ਨੰਬਰ 'ਚ, ਕਿਸੇ ਨੂੰ ਪਤਾ ਨਹੀਂ ਸੀ, ਬਿਲਕੁਲ ਨਹੀਂ ਸੀ ਪਤਾ। ਜਿਹੜੀਆਂ ਲਿਸਟਾਂ ਬਣੀਆਂ, ਲਿਸਟਾਂ ਦੇ ਵਿੱਚ ਪੂਰੀ ਲਿਸਟ ਗਈ, ਲਿਸਟ ਜਿਹੜੇ ਦੇ ਹਿਸਾਬ ਨਾਲ ਬੰਬੇ 'ਚ ਥਾਮਸ ਕੁੱਕ ਵਾਲਿਆਂ ਨੇ ਫੋਨ ਕਰ ਦਿੱਤਾ। ਲਿਸਟ ਕਿਹਨੇ ਦਿੱਤੀ? ਆਪਣੇ ਕੈਨੇਡੀਅਨ ਹਾਈ ਕਮਿਸ਼ਨ ਨੇ। ਕੈਨੇਡੀਅਨ ਹਾਈ ਕਮਿਸ਼ਨ ਕਿਹਦਾ ਹੈ? ਉਹ ਹੁਣ ਦੀ ਸਰਕਾਰ ਦਾ ਬੰਦਾ ਲਾ ਹੈ। ਸਰਕਾਰ ਫਿਰ ਆਪਣੇ ਬੰਦਿਆਂ ਦੀ ਲਿਸਟ ਵੀ, ਮੇਰੀ ਕੰਸਟੀਚੁਐਂਸੀ 'ਚ ਕਿੰਨੇ ਬੰਦੇ ਹੈ ਤੇ ਕਿਹਨੂੰ ਮੈਂ ਸੱਦਣਾ। ਔਰ ਇਹ ਗੱਲ ਹੋਈ ਹੈ, ਥਾਮਸ ਕੁੱਕ ਵਾਲਿਆਂ ਨੇ ਆਪ ਦੱਸਿਆ, ਕਹਿੰਦੇ ਅਸੀਂ ਨਹੀਂ ਜੀ ਕਰਦੇ, ਇਸ ਤਰ੍ਹਾਂ ਜਦ ਸਾਨੂੰ ਕੋਈ ਦੱਸਦਾ ਅਸੀਂ ਫੋਨ ਕਰਦੇ। ਐਨੀਵੇਜ਼, ਪਰ ਉਹ ਰਾਜਨੀਤੀ ਦਾ ਮੋਹ ਭੰਗ, ਇਹ ਪੁਲਿਸ ਚੀਫ ਹੈ ਜਿਹੜਾ, ਕੀ ਪੰਜਾਬੀ ਚਾਹੀਦਾ ਜਾਂ ਗੋਰਾ ਚਾਹੀਦਾ? ਤੁਹਾਡਾ ਸਵਾਲ, ਤੁਹਾਡੀ ਇਸ ਤੇ ਜਵਾਬ। ਸਰ ਗੁਰਦੀਪ ਸਿੰਘ, ਲਾਈਨ ਨੰਬਰ 5। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਇਹ ਤਾਂ ਕੋਈ ਸਵਾਲ ਹੀ ਨਹੀਂ ਹੈ ਕਿ ਪੰਜਾਬੀ ਚਾਹੀਦਾ ਜਾਂ ਗੋਰਾ ਚਾਹੀਦਾ। ਜੇ RCMP ਵਾਲੇ ਕੀ ਪੰਜਾਬੀ ਨੂੰ ਲਾਉਣ ਦੇ ਚੀਫ, ਫਿਰ ਸਾਡਾ ਮਸਲਾ ਹੱਲ ਹੋ ਜਾਣਾ ਸੀ। ਸਾਡੀ ਪ੍ਰੋਬਲਮ ਤਾਂ ਇਹ ਸੀਗੀ ਵੀ RCMP ਜਿਹੜੀ ਆ, ਮੇਰੇ ਖਿਆਲ ਉਹ ਮੇਅਰ ਨੂੰ ਕਹਿੰਦੇ ਜਵਾਬਦੇਹ ਨਹੀਂ ਹੁੰਦੀ, ਤੇ ਮੇਅਰ ਨੂੰ, ਜਿਹੜੀ ਸਰੀ ਪੁਲਿਸ ਹੋਏਗੀ ਉਹ ਮੇਅਰ ਨੂੰ ਜਵਾਬਦੇਹ ਹੋਏਗੀ ਕੋਈ ਵੀ ਪ੍ਰੋਬਲਮ ਹੋਏਗੀ। ਤੇ ਜਿਹੜਾ ਮੇਅਰ ਆ ਉਹਨੂੰ ਅਸੀਂ ਚੁਣਦੇ ਆ। ਪਾਵਰ ਕਦੇ ਸਾਡੇ ਹੱਥ 'ਚ ਆਈ ਆ ਫਿਰ, ਕਿਉਂਕਿ ਜਿਹੜੀ RCMP ਆ ਉਹ ਸਾਨੂੰ ਜਵਾਬਦੇਹ ਨਹੀਂ, ਉਹ ਸਾਡੇ ਤੋਂ ਬਾਹਰ ਕੰਮ ਕਰਦੀ ਆ। ਸਾਡਾ ਮੇਨ ਫੋਕਸ ਤਾਂ ਮੇਅਰ ਤੇ ਹੋਣਾ ਚਾਹੀਦਾ ਕਿ ਅਸੀਂ ਸਰੀ ਜੇ ਪੁਲਿਸ ਆਈ ਹੈ ਤਾਂ ਸਾਨੂੰ ਕਹਾਂ ਮੇਅਰ ਕਿੱਦਾਂ ਦਾ ਚੁਣਨਾ, ਕਿਹੋ ਜਿਹਾ ਵਧੀਆ ਚੁਣਨਾ। ਫਿਰ ਭਾਵੇਂ ਕੋਈ ਵੀ ਪੁਲਿਸ ਵਾਲਾ ਹੋਵੇ, ਅੱਜ ਪੁਲਿਸ ਵਾਲਾ ਇਮਾਨਦਾਰ ਮੰਨਦੇ ਆ ਵੀ ਉਹਦੀ ਹਿਸਟਰੀ ਇਮਾਨਦਾਰ ਆ, ਕੱਲ ਨੂੰ ਉਹ ਇਮਾਨਦਾਰ ਰਹੇ ਕਿ ਨਾ ਰਹੇ ਇਹ ਥੋੜਾ ਕੋਈ ਜ਼ਿੰਮੇਵਾਰੀ ਆ। ਹਾਂ, ਜਿਹੜਾ ਅਸੀਂ ਆਪ ਚੁਣਿਆ ਸਾਡਾ ਉਹਤੇ ਫੋਕਸ ਹੋਣਾ ਚਾਹੀਦਾ ਕਿ ਇਹ ਬੰਦਾ ਕਿਹੋ ਜਿਹਾ। ਜਿੱਥੋਂ ਤੱਕ ਜਿਹੜੀ ਆਹ ਹੈਗੀ ਸਰੀ ਜਵਾਬਦੇਹੀ ਦੀ ਗੱਲ ਹੋਣੀ ਚਾਹੀਦੀ ਆ ਮੇਨ, ਕਿ ਹਾਂ ਜਿਹੜੀ ਸਰੀ ਪੁਲਿਸ ਅਸੀਂ ਲਿਆਂਦੀ ਆ ਉਹ ਇਹ ਇਮਾਨ ਦੀ, ਇਹਦੇ ਉੱਤੇ ਜਵਾਬਦੇਹ ਆ ਇਹ ਆਪਣੇ ਉਹਨੂੰ ਮੇਅਰ ਨੂੰ, ਕਿਉਂਕਿ ਮੇਅਰ ਸ਼ਹਿਰ ਦਾ ਪਾਪਾ ਆ। ਧੰਨਵਾਦ ਭਾਜੀ। ਓਕੇ, ਇਹ ਬਿਲਕੁਲ ਠੀਕ ਹੈ ਕਿ ਇਹ ਨਹੀਂ ਪੁੱਛਣਾ ਚਾਹੀਦਾ ਕਿ ਗੋਰਾ ਹੋਵੇ ਜਾਂ ਕਾਲਾ ਹੋਵੇ ਜਾਂ ਪੀਲਾ ਹੋਵੇ ਜਾਂ ਚਿੱਟਾ ਹੋਵੇ, ਇਹ ਨਹੀਂ ਗੱਲ। ਪਰ ਜਦ ਸਰੀ ਦੇ ਵਿੱਚ ਲੋਕਾਂ ਦੇ 60% ਵੋਟ ਪਾਈ, ਉਹਦੇ ਵਿੱਚ ਦਿਮਾਗ ਦੇ ਵਿੱਚ ਉਹਨਾਂ ਦੇ ਕੀ ਆ, ਇਹੀ ਹੈ ਕਿ ਪੁਲਿਸ ਡਿਪਾਰਟਮੈਂਟ ਜਦ ਆਪਣੀ ਹੋਣੀ ਆ ਉਹਨੂੰ ਸਾਂਭਣ ਵਾਲਾ। ਕਰਪਸ਼ਨ ਵਾਲਾ ਇਸ਼ੂ ਨਹੀਂ ਹੈ ਇੱਥੇ, ਕਰਪਸ਼ਨ ਵਾਲੀ ਤਾਂ ਗੱਲੇ ਨਹੀਂ ਕਰਦਾ, ਨਾ ਕੋਈ ਹੋ ਸਕਦੀ ਹੈ, ਨਾ ਹੀ ਕੋਈ। ਇੱਥੇ ਸਟਾਈਲ ਦੀ ਗੱਲ ਹੈ, ਇੱਥੇ VVIP ਕਲਚਰ ਦੀ ਗੱਲ ਹੈ। ਗੱਲ ਉਸ ਤੋਂ ਲੋਕ ਡਰਦੇ ਆ। ਕਹਾਣੀ ਉਹ ਹੈ ਇੱਥੇ। ਮੇਅਰ ਹਰ ਜਗ੍ਹਾ ਪੁਲਿਸ ਚੀਫ ਦੇ ਸਿਰ ਤੇ ਨਹੀਂ ਬਹਿ ਸਕਦਾ, ਜਿਵੇਂ ਹਰ ਜਗ੍ਹਾ ਐਮਪਲਾਇਰ ਜਿਹੜਾ ਐਮਪਲਾਈ ਦੇ ਸਿਰ ਤੇ ਨਹੀਂ ਬਹਿ ਸਕਦਾ, ਉਹ ਐਮਪਲਾਈ ਦਾ ਕੰਮ ਹੈ। ਇਹ ਗੱਲ ਇਹ ਸੋਚਣ ਵਾਲੀ ਹੈ ਕਿ ਇਸ਼ੂ ਕੀ ਹੈ ਇਹਦੇ ਵਿੱਚ।
ਮੇਅਰ ਤਾਂ ਪਹਿਲਾਂ ਹੀ ਲੋਕ ਚੁਣਦੇ ਨੇ, ਇਹ ਤੋਂ ਪਹਿਲਾਂ ਵੀ ਮੇਅਰ ਚੁਣੇ ਸੀ, ਲੋਕਾਂ ਨੇ ਚੁਣੇ ਸੀ। ਆ ਹੁਣ ਕੱਢ ਰਹੇ ਨੇ ਉਹ ਪੇਪਰ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵੀ ਕਿਹੜੇ ਰੀਅਲਟਰ ਨੇ ਕਿੰਨੀਆਂ ਪ੍ਰਾਪਰਟੀਆਂ ਵੇਚੀਆਂ, ਰੀਅਲਟਰ ਕਿਹਦਾ ਰਿਸ਼ਤੇਦਾਰ ਸੀ, ਤੇ ਇਕੱਲਾ ਹੀ ਰੀਅਲਟਰ ਇੱਕ ਹੀ ਕਿਉਂ ਵੇਚ ਰਿਹਾ ਸੀ। ਮਿਲੀਅਨਸ ਆਫ ਡਾਲਰ ਦੇ ਕਮਿਸ਼ਨ ਇੱਕ ਰੀਅਲਟਰ ਨੂੰ ਕਿਵੇਂ ਚਲੇ ਗਏ, ਉਹ ਕੌਣ ਸੀ, ਕਿਹਦਾ ਰਿਸ਼ਤੇਦਾਰ ਸੀ, ਇਹ ਹੁਣ ਗੱਲ ਨਿਕਲੇਗੀ ਬਾਹਰ। ਜਦ ਜ਼ੋਰ ਚੜ੍ਹਦਾ ਹੈ ਫਿਰ ਨਹੀਂ ਪਤਾ ਲੱਗਦਾ ਵੀ ਕੌਣ ਕਿਵੇਂ ਕਰਾ ਗਿਆ। ਪਹਿਲਾਂ ਜਿਹੜੀ ਸਰੀ ਦੀ ਡਿਵੈਲਪਮੈਂਟ ਹੋਈ ਹੈ, ਤੁਸੀਂ ਥੋੜਾ ਸਮਾਂ ਹੋਇਆ, ਜਿਹੜੇ ਪਹਿਲਾਂ ਇਹਨਾਂ ਨੂੰ ਪੁੱਛ ਕੇ ਦੇਖੋ ਬਈ ਜਿਵੇਂ 20,000 50,000 ਦੇ ਏਕੜ ਕਿਵੇਂ ਹੁਣ 2-2 ਮਿਲੀਅਨ ਦੇ ਕੈਂਪਲ ਹਾਈਟ ਬਿਜ਼ਨਸ ਪਾਰਕ 'ਚ ਵਿਕਦੇ ਆ। ਕਿਹਨੇ ਜ਼ਮੀਨਾਂ ਲਈਆਂ ਤੇ ਕਿਹਨੇ ਗੱਲ ਕੀਤੀ ਤੇ ਕਿਹਦੀਆਂ ਜ਼ਮੀਨਾਂ। ਗੱਲ ਇਹ ਹੈ ਜਿਹੜਾ ਸਹੇ ਦੀ ਨਹੀਂ ਗੱਲ ਪੈਸੇ ਦੀ ਹੈ। ਜਿਹੜੇ ਚੁਣੇ ਹੋਏ ਜਿਹੜਾ ਕੁਝ ਕਰ ਰਹੇ ਨੇ, ਕਿਹੜਾ ਕਿੱਥੇ ਬੈਠਾ ਉਹ ਸਭ ਨੂੰ ਪਤਾ, ਕੌਣ ਕਿਹਦੇ ਨਾਲ ਕਿਹੜੇ ਬਿਜ਼ਨਸ 'ਚ ਭਾਈਵਾਲ ਹੈ ਸਭ ਨੂੰ ਪਤਾ, ਇਹਦੀ ਕਮਾਈ ਕਿੱਥੋਂ ਹੈ, ਕੌਣ ਕੀ ਕਿਵੇਂ ਕਿਹੜੇ ਸਟਾਈਲ 'ਚ ਰਹਿੰਦਾ, ਕਿਹਦੇ ਜਵਾਕ ਕਿੱਥੇ ਪੜ੍ਹਦੇ ਆ ਤੇ ਕਿਹਦੇ ਕੋਲ ਕਿੰਨਾ ਪੈਸਾ ਤੇ ਤਨਖਾਹ ਕਿੰਨੀ ਹੈ, ਸਭ ਨੂੰ ਲੋਕਾਂ ਨੂੰ ਪਤਾ ਹੈ। ਉਹ ਕਿੱਥੋਂ ਆਉਂਦਾ ਹੈ, ਇਹ ਗੱਲ ਰੁਕਣੀ ਚਾਹੀਦੀ ਹੈ। ਅਮਨਦੀਪ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜੀ ਦੋ ਗੱਲਾਂ ਆਪਣੇ ਚੱਲੀਆਂ ਨੇ, ਪਹਿਲਾਂ ਆਹ ਜਿਹੜਾ ਹੋਮ ਸਪਾਟ ਦੇ ਸੁਪਰਵਾਈਜ਼ਰ ਤੇ ਤੋਂ ਲੈ ਕੇ ਆਹ ਪੁਲਿਸ ਚੀਫ ਆਪਣੇ ਬੰਦੇ ਤੇ ਬਣ ਤੱਕਰ, ਮੈਂ ਤੈਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਜਿਹੜੀ ਗਰਾਊਂਡ ਰਿਐਲਿਟੀ ਜਿਹੜੀ ਮੈਂ ਆਪਦੀ ਅੱਖਾਂ ਦੇ ਸਾਹਮਣੇ ਦੇਖੀ। ਮੈਂ ਪਰ ਉਹ ਸਟੋਰ ਦਾ ਨਾਂ ਨਹੀਂ ਦੱਸ ਸਕਦਾ, ਨੋਮਨਸ ਥੋੜਾ ਜਿਹਾ ਜੌਬ ਦਾ ਵੀ ਚੱਕਰ ਹੈਗਾ ਵਾ, ਪਰ ਜਿਹੜੀ ਚੀਜ਼ ਮੈਂ ਸਾਹਮਣੇ ਹੁੰਦੀ ਦੇਖੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਹੁਤ ਵੱਡੀ ਚੇਨ ਦਾ ਅਸਿਸਟੈਂਟ ਮੈਨੇਜਰ ਆਪਣੇ ਬੰਦੇ ਰੀਟੇਲ 'ਚ, ਮੈਂ ਤੁਹਾਨੂੰ ਦੱਸਾਂ ਕਿ ਆਮ ਜਦ ਵੀ ਕੋਈ ਫਰੋਜ਼ਨ ਆਈਟਮ ਜਾਂ ਫਿਰ ਫਰੀਜ਼ਰ 'ਚ ਰੱਖਿਆ ਹੋਇਆ ਆਈਟਮ ਜੇ ਬਾਹਰ ਨਿਕਲ ਜਾਵੇ, ਮਤਲਬ ਕਿ ਉੱਥੋਂ ਕੱਢ ਲਿਆ ਜਾਵੇ, ਉਹ ਵੇਸਟੇਜ ਹੁੰਦਾ, ਰਾਈਟ ਆਫ ਹੁੰਦਾ। ਠੀਕ ਹੈ ਜੀ। ਇਹ ਆਮ ਤੌਰ ਤੇ ਹਰੇਕ ਸਟੋਰ ਦੀ ਪਾਲਿਸੀ ਆ, ਕੋਈ ਸਟੋਰ ਹੋਣ, ਪਰ ਜਿੱਥੇ ਆਪਣੇ ਬੰਦੇ ਜਦੋਂ ਮੈਨੇਜਰ ਜੇ ਗੋਰਾ ਹੋਵੇ ਉਹ ਕਦੇ ਵੀ ਕੁਆਲਿਟੀ ਨਾਲ, ਕਿਉਂਕਿ ਉਹਨੇ ਆਪਣੀ ਦੀ ਪਾਲਿਸੀ ਤੇ ਪਲੱਸ ਉਹਨੇ ਹੈਲਥ ਡਿਪਾਰਟਮੈਂਟ ਦੀ ਪਾਲਿਸੀ ਫੋਲੋ ਕਰਨੀ, ਪਰ ਜਿਹੜੇ ਆਪਣੇ ਬੰਦੇ ਆ, ਮੇਰੀ ਅੱਖਾਂ ਦੇਖਣ ਦੀ ਗੱਲ ਆ, 4-5 ਘੰਟੇ ਤੋਂ ਰੱਖਿਆ ਮੀਟ ਉਹਨੇ ਚੱਕ ਕੇ ਵਾਪਸ ਰੱਖਦਾ, ਕਹਿੰਦਾ ਲੋਕਾਂ ਦਾ ਮੀਟ ਖਾਣ ਨੂੰ ਨਹੀਂ ਤੇ ਹੁੰਦਾ ਤੇ ਆਪਾਂ ਬਰਬਾਦ ਥੋੜੀ ਕਰਨਾ, ਚੱਕ ਕੇ ਉਹਨੇ ਵਾਪਸ ਉੱਥੇ ਰੱਖਦਾ। ਇੱਥੋਂ ਪਤਾ ਲੱਗਦਾ ਕਿ ਕਿਉਂਕਿ ਇਹ ਕੰਮ ਉਹਨੇ ਕਿਉਂ ਕੀਤਾ ਜੀ, ਕਿਉਂਕਿ ਮੈਂ ਤੁਹਾਨੂੰ ਬੁਰਾ ਮੰਨਣ ਦੀ ਚਾਹੇ ਦੇਖ ਲਓ ਚਾਹੇ ਨਾ ਮੰਨੋ, ਆਪਣੇ ਲੋਕ ਆਪਣੇ ਬਾਰੇ ਤੇ ਖੁਦਗਰਜ਼ ਤੇ ਆਪਣੇ ਇੰਟਰਸਟ ਸਭ ਤੋਂ ਮੁੱਖ ਰੱਖਦੇ ਨੇ। ਇਹ ਮੈਂ ਬਹੁਤ ਥਾਂ ਤੇ ਦੇਖਿਆ ਤੇ ਮੈਂ 100% ਮੈਂ ਤਾਂ ਕਹੂੰਗਾ ਕਿ ਜਿਹੜਾ RCMP 'ਚ ਖਾਸ ਕਰ ਜੇ ਹੁਣ ਜਿਵੇਂ ਸਿਟੀ ਪੁਲਿਸ ਤੋਂ ਬਣਾ ਰਹੇ ਹੋ, ਉਹ 'ਚ ਵੀ ਬੰਦਾ ਇਮਾਨਦਾਰ ਚਾਹੀਦਾ, ਨਹੀਂ ਤਾਂ ਇਹ ਆਪਦੇ ਲੋਕਾਂ ਦਾ ਪੱਖ ਪੂਰਦੇ ਆ। ਲੋਕ ਇੱਕ ਦੂਜੇ ਦਾ ਇੰਟਰਸਟ ਮੂਹਰੇ ਰੱਖਦੇ ਆ, ਕਿਉਂਕਿ ਉਹ ਸਟੋਰ ਮੈਨੇਜਰ ਸਾਲ ਦਾ ਜਿਹੜਾ ਉਹਨਾਂ ਨੂੰ ਸਟੇਕ ਹੋਲਡਰ ਪ੍ਰੋਫਿਟ ਮਿਲਦਾ ਕੰਪਨੀ ਤੋਂ, ਉਹ ਉਸ ਨੂੰ ਸੋਚ ਕੇ ਤਾਂ ਉਹਨੇ ਮੀਟ ਦੁਬਾਰੇ ਵਾਪਸ ਰੱਖਤਾ ਕਿ ਸਾਡਾ ਪ੍ਰੋਫਿਟ ਕੱਟ ਨਾ ਜਾਵੇ ਕਿਤੇ। ਇੰਨਾ ਹੀ ਕਹਿਣਾ। ਧੰਨਵਾਦ, ਬਾਕੀ ਸਾਰੇ ਸਿਆਣੇ ਤੇ। ਧੰਨਵਾਦ ਜੀ। ਸੁਖਦੀਪ, ਨੰਬਰ 3। ਸੁਖਦੀਪ ਸਿੰਘ ਜੀ। ਪਰਵਰ ਸਿੰਘ ਜੀ, ਲਾਈਨ ਨੰਬਰ 4। ਬਹੁਤ ਬਹੁਤ ਪਹਿਲਾਂ ਤਾਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਆ ਸਾਰੇ ਵੀਰ ਜੀ ਦੇਖੋ, ਆ ਵੀਰ ਜੀ ਹੁਣ ਦੱਸ ਕੇ ਗਏ ਆ ਵੀ ਜਦੋਂ ਆਪਾਂ ਦੇਖੀਏ ਗੁਰਬਾਣੀ ਦੇ ਅਨੁਸਾਰ ਵੀ ਜਦੋਂ ਬੰਦਾ ਆਉਂਦਾ ਉਦੋਂ ਵੀ ਬਗੈਰ ਕਿਸੇ ਪੈਸੇ ਰੁਪਈਏ ਤੋਂ ਨੰਗਾ ਹੀ ਆਉਂਦਾ ਤੇ ਜਾਂਦਾ ਵੀ ਐਵੇਂ ਹੀ। ਇਹ ਫਿਰ ਰੌਲਾ ਕਾਹਦਾ ਕਰਦੇ ਆ? ਤੇ ਮੇਰੀ ਗੱਲ ਸੁਣੋ ਵੀ ਪੰਜਾਬੀ ਹੁਣ ਆਪਣੇ ਦੱਸੀ ਜਾਂਦੇ ਪੰਜਾਬੀਆਂ ਬਾਰੇ, ਤੇ ਵੀਰ ਜੀ ਮੇਰੇ ਹਿਸਾਬ ਨਾਲ ਤਾਂ ਆਪਣੀ ਕਮਿਊਨਿਟੀ ਚੁਣਨਾ ਨਹੀਂ ਚਾਹੀਦਾ। ਨਹੀਂ ਜੀ, ਬਹੁਤ ਆਪਾਂ ਨੂੰ ਅੱਗੇ ਦੇਖੋ ਕਿੰਨਾ ਕੁਛ ਕੀਤਾ, ਆਪਣੇ ਨਾਲ ਕਿੰਨਾ ਕੁਛ ਹੋ ਹੀ ਜਾਂਦਾ, ਆਪਣੀਆਂ ਅੱਖਾਂ ਸਾਹਮਣੇ ਹੋਈ ਜਾਂਦਾ, ਆਪਣੀ ਤਾਂ ਬੇਨਤੀ ਨੂੰ ਕੋਈ ਸੁਣਦਾ ਹੀ ਨਹੀਂ ਇੱਥੇ। ਇਹ ਹੁਣ ਤਾਂ ਇਹ ਵੀ ਇਹਨਾਂ ਤੋਂ ਬਖਸ਼ਿਸ਼ ਹੀ ਰੱਖੇ ਰੱਬ ਤੇ, ਬਚਾ ਕੇ ਹੀ ਰੱਖੇ ਇਹਨਾਂ ਤੋਂ, ਇਹ ਪਾਸੇ ਹੀ ਚੰਗੇ ਆ। ਥੈਂਕ ਯੂ। ਇੱਕ ਆਮ ਲੋਕਾਂ ਦੇ ਵਿੱਚ ਅੱਜ ਕੱਲ੍ਹ ਗੱਲ ਚੱਲ ਰਹੀ ਹੈ, ਜਿਹੜੇ ਮੁਸ਼ਕਿਲਾਂ, ਮੰਨ ਲਓ ਆਹੀ ਹਫ਼ਤਾ ਹੋ ਗਿਆ ਪਰ ਹੈਲਥ ਕੇਅਰ ਵਰਕਰਸ ਦੀ, ਰਾਜਨੀਤਿਕ ਬੰਦੇ ਸਭ ਸੁਣਦੇ ਆ, ਉਹ ਨਹੀਂ ਸੁਣਦੇ, ਉਹਨਾਂ ਦੇ ਕਰੀਬੀ ਸੁਣਦੇ ਆ, ਉਹੀ ਸੁਣਦੇ ਆ, ਬਲਾ ਤਾਂ ਬਹਿੰਦੀ ਸਾਰ ਟੂਟੀ ਮਰੋੜਦੇ ਆ।
11 ਤੋਂ 2 ਵਜੇ ਤੱਕ ਤਾਂ ਲਾਜ਼ਮ ਮਰੋੜਦੇ ਨਾ, ਦੇਖੀਏ ਕੀ ਹੋ ਰਿਹਾ। ਕਿਸੇ ਨੇ ਇਨੀਸ਼ੀਏਟਿਵ ਲਿਆ ਵੀ ਭਾਈ ਆ ਜਿਹੜਾ 500 ਬੀਬੀਆਂ ਦਾ ਕੋਈ ਚੱਕਰ ਹੈ ਇਹ ਹੋ ਰਿਹਾ, ਆਓ ਕਿਤੇ ਤੁਹਾਨੂੰ ਇਕੱਠਿਆਂ ਕਰਕੇ ਸਾਨੂੰ ਦੁੱਖ ਛੱਡੋ, ਦੱਸੋ ਤਾਂ ਸਹੀ। ਉਹ ਜੀ ਪ੍ਰੋਟੋਕੋਲ ਹੈ, ਇਹ ਫਿਰ ਅਸੀਂ ਅਲੱਗ ਹੈ, ਇਹਨਾਂ ਦਾ ਡਿਪਾਰਟਮੈਂਟ ਅਲੱਗ ਹੈ। ਤੇ ਜਦ ਇੱਕ ਬੰਨਿਓ ਤਿਆਰੀ ਕੀਤੀ ਹੁੰਦੀ ਹੈ ਸ਼ਗਨਾਂ ਵਾਲਾ ਲਿਫਾਫਾ ਤੋਂ ਅੱਬਲਾ ਤਾਂ ਦਿੰਦੇ ਨਹੀਂ ਵੀ ਇੱਕ ਰਾਤ 'ਚ 11 ਪਾਰਟੀ ਤੇ ਜਾਣਾ ਹੁੰਦਾ, ਕੰਸਟੀਚੁਐਂਟਸ ਹੁੰਦੇ ਆ ਸਾਰੇ ਨਾ ਉੱਥੇ ਤਾਂ, ਕਿਉਂਕਿ ਉੱਥੇ ਰੇੜਕਾ ਕੋਈ ਨਹੀਂ ਨਾ, ਉੱਥੇ ਦਾ ਗੇੜਾ ਗੂੜਾ ਕੱਢਣਾ ਬਸ, ਕੁਛ ਨਹੀਂ ਹੈ। ਆਮ ਇਹ ਗੱਲ ਚੱਲ ਰਹੀ ਹੈ ਟਰੱਕਿੰਗ ਵਾਲੇ, ਉਸ ਤੋਂ ਬਾਅਦ ਟੈਕਸੀ ਵਾਲੇ, ਉਸ ਤੋਂ ਬਾਅਦ ਹੈਲਥ ਕੇਅਰ ਵਰਕਰਸ, ਫਾਰਮਰਸ, ਹੋਰ ਸਭ ਉਹ ਕਹਿੰਦੇ ਯਾਰ ਕੱਖ ਨਹੀਂ ਹੁੰਦਾ ਸਾਡਾ, ਸਾਨੂੰ ਕੋਈ ਨਹੀਂ ਪੁੱਛਦਾ। ਕਿੰਨੇ ਮੈਨੂੰ ਲੱਗਦਾ ਪਿਛਲੇ 8-9 ਸਾਲਾਂ ਦੇ ਆਪਾਂ ਪ੍ਰੋਗਰਾਮ ਕੱਢ ਲਈਏ, ਕਿੰਨੇ ਇਸ਼ੂ ਜਿਹੜੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਰਹੇ ਹੈ ਕਿਸੇ ਨੇ। ਉਹ ਤਾਂ ਉੱਥੇ ਉਹਨਾਂ ਨੇ ਕਰਨਾ ਜਿੱਥੇ ਉਹਨਾਂ ਨੂੰ ਬੈਨੀਫਿਟ, ਫਿਰ ਉਹਨਾਂ ਨੇ ਉਹਦਾ ਇਨੀਸ਼ੀਏਟਿਵ ਲੈਣਾ। ਲੋਕਾਂ ਦਾ ਮੋਹ ਭੰਗ ਹੋ ਰਿਹਾ ਇਸ ਗੱਲ ਤੋਂ ਕਿ ਨੋ ਆਪਣਾ ਪਰਾਏ ਵਾਲੀ ਕਹਾਣੀ ਕੋਈ ਨਹੀਂ, ਕੰਮ ਕਰਨ ਵਾਲਾ ਬੰਦਾ ਚਾਹੀਦਾ। ਹਰਮੀਤ ਸਿੰਘ ਜੀ ਲਾਈਨ ਨੰਬਰ 3। ਅਮਰਜੀਤ ਸਿੰਘ ਜੀ ਲਾਈਨ ਨੰਬਰ 5। ਸਰਦਾਰ ਹਰਜੀਤ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਗੱਲਾਂ ਕਾਲਰ ਤੇ ਮੈਂ ਥੋੜੇ ਸੁਣੇ ਨੇ, ਪਰ ਏਦਾਂ ਮਹਿਸੂਸ ਹੁੰਦਾ ਕਿ ਅਸੀਂ ਸਾਰੇ ਚੋਰ ਹੀ ਹਾਂ। ਸੋ ਮੈਂ ਇੱਥੇ ਕਹਾਂਗਾ ਵੀ ਇਹ ਤੇ ਹੈ ਨਹੀਂ ਕਿ ਮੈਨੂੰ ਜਾਂ ਤੁਹਾਨੂੰ ਜਾਂ ਕੋਈ ਆਮ ਵਿਅਕਤੀ ਦੀ ਸੀਟ ਹੈਗੀ ਆ ਜਾਂ ਕੋਈ ਇੰਡੀਆ ਤੋਂ ਲਿਆ ਕੇ ਬਿਠਾਲ ਦੇਣਾ। ਇੱਥੋਂ ਦਾ ਪੜ੍ਹਿਆ ਲਿਖਿਆ ਜਾਂ ਸੂਝਵਾਨ ਵਿਅਕਤੀ ਜਿਹੜਾ ਹੋਏਗਾ, ਜਿਹਨੂੰ ਨੌਲੇਜ ਹੋਏਗੀ। ਫਿਰ ਦੂਸਰੀ ਗੱਲ ਇਹ ਤੇ ਹੈ ਨਹੀਂ ਕਿ ਜੋ ਬਣ ਜਾਏਗਾ ਚੀਫ ਤੇ ਉਹਨੂੰ ਲਾਇਆ ਨਹੀਂ ਜਾਏਗਾ। ਸੋ ਗੱਲ ਇਹ ਮੇਰਾ ਖਿਆਲ ਨਹੀਂ ਕਿ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਗੱਲਾਂ ਇਹ ਕਰਨੀਆਂ ਚਾਹੀਦੀਆਂ ਕਿ ਵਿਅਕਤੀ ਨੌਲੇਜ ਵਾਲਾ ਹੋਵੇ, ਪਾਰਦਰਸ਼ੀ ਵਾਲਾ ਹੋਵੇ ਤੇ ਚੰਗਾ ਹੋਵੇ, ਤੇ ਨੌਲੇਜ ਉਹਨੂੰ ਕਾਫੀ ਹੋਣੀ ਚਾਹੀਦੀ ਆ ਕਿ ਜਿਹੜਾ ਉਹ ਸੀਟ ਦੇ ਬੈਠੇ ਤੇ ਉਹ ਸਾਰਿਆਂ ਨਾਲ ਨਿਆਂ ਕਰੇ। ਜੇ ਜ਼ਿਆਦੀਆਂ ਲੈਂਗੁਏਜ ਆਉਣਗੀਆਂ ਤੇ ਮੇਰਾ ਖਿਆਲ ਹੈ ਕਿ ਆਮ ਲੋਕ ਗੱਲ ਕਰ ਸਕਣਗੇ। ਕੁਆਲਿਟੀ ਸਾਰੀ ਹੋਵੇ ਅਖੀਰ 'ਚ। ਇਹ ਵੀ ਨਾਲ ਇਹ ਕਹਿਣਾ ਚਾਹੀਦਾ ਵੀ ਕੋਈ ਵੀ ਹੋਵੇ, ਫਿਰ ਸਾਰੀਆਂ ਕੁਆਲਿਟੀਆਂ ਹੋਣ, ਫਿਰ ਕੋਈ ਵੀ ਹੋਵੇ। ਹਾਂ ਬਿਲਕੁਲ ਬਿਲਕੁਲ, ਉਹ ਕੋਈ ਵੀ ਵਿਅਕਤੀ ਇਹ ਹੋਵੇ, ਉਹ ਕਲਰ ਨਾ ਆਪਾਂ ਵੇਖੀਏ, ਆਪਾਂ ਇਹ ਵੇਖਿਓ ਵਿਅਕਤੀ ਦੇ ਵਿੱਚ ਗੁਣ ਹੋਣ ਤੇ ਉਹ ਵਿਅਕਤੀ ਉਸ ਸੀਟ ਨੂੰ ਸਾਂਭ ਸਕਦਾ ਹੋਵੇ ਤੇ ਹੈਂਡਲ ਕਰ ਸਕਦਾ ਹੋਵੇ। ਸੋ ਜੀ ਮੈਂ ਤੇ ਇਹ ਕਹਾਂਗਾ ਵੀ ਇਹ ਹੋਣਾ ਚਾਹੀਦਾ। ਥੈਂਕ ਯੂ ਜੀ, ਧੰਨਵਾਦ। ਬਿਲਕੁਲ ਠੀਕ ਹੈ। ਜਦ ਸਾਰਾ ਕੁਝ ਕਹਿ ਦਿੱਤਾ, ਅਖੀਰ 'ਚ ਇਹ ਵੀ ਕਹਿਣਾ ਚਾਹੀਦਾ ਹੈ ਕਿ ਉਹ ਕਿਸੇ ਕਮਿਊਨਿਟੀ ਦਾ ਵੀ ਹੋਵੇ। ਇਹ ਜਿਹੜੀ ਗੱਲ ਚੱਲ ਰਹੀ ਹੈ ਇਹਦੇ ਨੇ ਆਪਣੀ ਕਮਿਊਨਿਟੀ ਦਾ ਬਨੋ, ਆਪਣੀ ਪਰਾਈ ਦਾ ਵਿੱਚ ਕੋਈ ਇਸ਼ੂ ਨਹੀਂ। ਆਪਣਾ ਤੇ ਪਰਾਇਆ ਆਪਾਂ ਬਹੁਤ ਵੇਖ ਲਿਆ, ਇਹ 'ਚ ਕੋਈ ਇਸ਼ੂ ਨਹੀਂ। ਕੰਮ ਕਰਨ ਵਾਲਾ ਹੋਵੇ, ਕੋਈ ਹੋ। ਸੁਖੀ ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਗਿਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਨੂੰ ਨਾ ਇਸ ਤਰ੍ਹਾਂ ਫੀਲ ਹੁੰਦਾ ਕਿ ਜਿਹੜੇ ਜਿੰਨੇ ਵੀ ਆਪਣੇ ਕਾਲਰ ਸੁਣੇ ਹੈਗੇ ਕਿ ਆਪਾਂ ਨਾ ਜਿੱਦਾਂ ਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ, ਕਿਉਂਕਿ ਆਪਣੇ ਨਾਲ ਇਹ ਸਾਰਾ ਕੁਝ ਹੋ ਚੁੱਕਾ। ਕਿਉਂਕਿ ਦੇਖੋ ਕੋਈ ਵੀ ਬਣੇ, ਜਿਹੜਾ ਵੀ ਇੰਟੈਲੀਜੈਂਟ ਹੋਊਗਾ, ਜਿਹੜਾ ਕੋਈ ਉਸ ਪਦਵੀ ਦੇ ਕੱਲ੍ਹ ਕਾਬਲ ਹੋਊਗਾ, ਉਸੇ ਬੰਦੇ ਨੂੰ ਬਣਾਉਣਗੇ, ਐਵੇਂ ਤਾਂ ਕਿਸੇ ਨੂੰ ਬਣਾ ਨਹੀਂ ਦੇਣਗੇ। ਪਰ ਹਾਂ, ਜਿਹੜੇ ਸਾਡੇ ਬੰਦੇ ਹੁੰਦੇ ਨੇ ਥੋੜਾ ਖਰਚਾ ਜ਼ਰੂਰ ਰਹਿੰਦਾ ਕਿ ਜਿਸ ਤਰ੍ਹਾਂ ਹੁਣ ਅੱਜ ਦਾ ਆਪਣੇ ਮੰਤਰੀ ਸੰਤਰੀ ਹੁਣ ਵੀ ਬਣਾਏ ਹੋਏ ਹੈਗੇ ਆ, ਜਿਹੜੇ ਲੋਕਾਂ ਦੀ ਦੁਰਦਸ਼ਾ ਹੁਣ ਵੀ ਹੋਈ ਹੈਗੀ ਇੰਡੀਆ ਦੇ ਵਿੱਚ, ਉਹ ਸਾਰਿਆਂ ਦੇ ਸਾਹਮਣੇ ਹੈਗੀ ਆ। ਪਰ ਗਿਲ ਸਾਹਿਬ ਸੋਚਣ ਵਾਲੀ ਗੱਲ ਇਹ ਹੈਗੀ ਕਿ ਆਪਾਂ ਇਸ ਕੰਟਰੀ ਵਿੱਚ ਆਏ ਕਾਹਤੋਂ ਸੀਗੇ। ਪਹਿਲਾਂ ਤਾਂ ਇਹ ਸੀ ਕਿ ਪੈਸਾ ਕਮਾਉਣਾ, ਠੀਕ ਹੈ ਨਾ, ਪੈਸਾ ਕਮਾਉਣ ਲਈ ਆਏ ਸੀ। ਫਿਰ ਹੁਣ ਆਪਾਂ ਇੱਥੋਂ ਦੇ ਬਸ਼ਿੰਦੇ ਬਣ ਗਏ, ਆਪਣੇ ਬੱਚੇ ਵੀ ਇੱਥੇ ਦੇ ਜੰਪਲ ਹੋ ਗਏ, ਗਾਹਾਂ ਦੂਜੀ ਜਾਂ ਤੀਜੀ ਪੀੜ੍ਹੀ ਵੀ ਚੱਲ ਪਈ ਹੈਗੀ ਆ। ਤੇ ਜੇ ਆਪਾਂ ਇਸ ਕੰਟਰੀ ਨੂੰ ਕਲੀਨ ਰੱਖਣਾ ਹੈਗਾ ਤਾਂ ਜਿਹੜਾ ਪਹਿਲਾਂ ਲੋਕੀ ਇੱਥੇ ਰਹਿੰਦੇ ਸੀਗੇ, ਜਿਹਨਾਂ ਨੂੰ ਤੁਸੀਂ ਆਪਾਂ ਕਹਿੰਦੇ ਗੋਰੇ ਕਹਿੰਦੇ ਆ, ਉਹ ਕੰਟਰੀ ਬੜੀ ਇਮਾਨਦਾਰੀ ਨਾਲ ਚਲਾ ਰਹੇ ਸੀਗੇ। ਉਹਨਾਂ ਦੇ ਜਿਹੜੇ ਅਸੂਲ ਸੀ ਜਾਂ ਜੋ ਵੀ ਸੀਗਾ ਉਹ ਬਹੁਤ ਵਧੀਆ ਚਲਾ ਰਹੇ ਸੀ। ਆ ਜੋਨ ਦੇ ਹੁਣ ਦੇ ਆਪਣੇ ਬੰਦੇ ਆ ਕੇ, ਸਪੈਸ਼ਲੀ ਮੈਂ ਕਹੂੰਗਾ ਜਿਹੜੇ ਇੰਡੀਆ ਦੇ ਬੋਰਨ, ਮੈਂ ਵੀ ਇੰਡੀਆ ਦਾ ਬੋਰਨ, ਜਿਹੜੇ ਉੱਥੋਂ ਦੇ ਮੰਤਰੀ ਸੰਤਰੀ ਇੱਥੇ ਬਣ ਕੇ ਆ ਕੇ ਉਹਨੇ ਇੰਨਾ ਖਲਾਰਾ ਪਾਤਾ, ਇੰਨਾ ਗੰਦ ਪਾਤਾ, ਇੰਨਾ ਗੰਦਲਾ ਸਿਸਟਮ ਕਰ ਦਿੱਤਾ। ਉਹ ਸਾਰਿਆਂ ਦੇ ਸਾਹਮਣੇ ਹੈਗਾ, ਕੋਈ ਦੱਸਣ ਵਾਲੀ ਲੋੜ ਨਹੀਂ ਹੈਗੀ ਕਿਸੇ ਨੂੰ ਵੀ। ਪਰ ਆਪਾਂ ਨੂੰ ਸੋਚਣਾ ਚਾਹੀਦਾ ਫਿਰ ਇਸ ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ। ਮੇਰੇ ਤਾਂ ਇੱਕੋ ਹੀ ਬੇਨਤੀ ਹੈ, ਪਲੀਜ਼ ਆਉਣ ਵਾਲੇ ਸਮੇਂ ਜੇ ਹੋ ਸਕਦਾ ਇਹ ਆਪਣੇ ਮੰਤਰੀ ਸੰਤਰੀ ਆਪਾਂ ਨੂੰ ਚੇਂਜ ਕਰਨ ਦੀ ਤਾਂ ਬੈਟਰ ਰਵਾਂਗੇ। ਨਹੀਂ ਤਾਂ ਆਪਣੇ ਬੱਚਿਆਂ ਨੇ ਵੀ ਆਪਾਂ ਨੂੰ ਕਹਿ ਲਓ ਕਿ ਬਿਠਾ ਕੇ ਪੁੱਛਿਆ ਕਰਨਾ ਕਿ ਤੁਸੀਂ ਕੀ ਕਰ ਦਿੱਤਾ ਸਾਡੇ ਲਈ। ਆਪਾਂ ਕੰਡੇ ਬੀਜ ਰਹੇ ਹਾਂ। ਇਹ ਲੋਕੀ ਕਰਦੇ ਕੀ ਹੈਗੇ, ਕੋਈ ਕੰਮ ਕਰਦੇ ਹੈਗੇ ਆ। ਸਿਰਫ ਇਹਨਾਂ ਦਾ ਤਾਂ ਮਨੋਰਥ ਇੱਕੋ ਹੀ ਆ ਕਿ ਸਾਡੀਆਂ ਪੈਨਸ਼ਨਾਂ ਲੱਗ ਜਾਣ, ਬਸ ਸਾਡੀ ਜੋਬ ਆ। ਇੱਥੋਂ ਤੱਕ ਸੋਚਣੀ ਇਹਨਾਂ ਦੀ ਹੈਗੀ। ਸਾਡੇ ਬੰਦਿਆਂ ਤਾਂ ਭਾਈ ਕੋਈ ਕੰਪਨੀ ਵਾਲੇ ਨਾ ਬੜਾ ਸੁਪਰਵਾਈਜ਼ਰ ਬਣਾ ਦੇਣ,
ਉਹ ਬੰਦਾ ਤੁਹਾਡੇ ਨਾਲ ਪਹਿਲਾਂ ਕੰਮ ਕਰਦਾ ਹੁੰਦਾ, ਫਿਰ ਤੁਹਾਨੂੰ ਕਹੂਗਾ ਵੀ ਹੁਣ ਮੈਂ ਸੁਪਰਵਾਈਜ਼ਰ ਬਣ ਗਿਆ, ਹੁਣ ਧਿਆਨ ਦੇ ਨਾਲ ਆਇਓ। ਇਹ ਸਾਡੇ ਲੋਕਾਂ ਦੀ ਸੋਚਣੀ ਹੈਗੀ ਆ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਸਾਡੇ ਵਿੱਚ ਮਾੜੇ ਹੈਗੇ ਆ, ਪਰ ਮੈਜੋਰਟੀ ਲੋਕਾਂ ਦਾ ਇਹੋ ਜਿਹਾ ਐਕਸਪੀਰੀਅੰਸ ਹੋ ਚੁੱਕਾ ਹੈਗਾ। ਜੇ ਆਪਣੇ ਮੰਤਰੀ ਸੰਤਰੀ ਚਾਹੀਦੇ ਹੁੰਦੇ ਤਾਂ ਜਿਹੜੀ ਸਾਡੇ ਹੁਣ ਬਜ਼ੁਰਗਾਂ ਦੀ ਦੁਰਦਸ਼ਾ ਹੋਈ ਇੰਡੀਆ ਦੇ ਵਿੱਚ ਉਹ ਹੁੰਦੀ। ਬਸ ਐਵੇਂ ਹੀ ਕਹਿ ਲਓ ਕਿ ਆ ਕੇ ਜੀ ਬਸ ਰੇਡੀਓ ਆ ਕੇ ਕਰੀ ਜਾਂਦੇ, ਅਸੀਂ ਆਹ ਕਰ ਦੇਣਾ, ਅਸੀਂ ਉਹ ਕਰ ਦਿੱਤਾ। ਇਸ ਕਰਕੇ ਲੋਕੀ ਡਰਦੇ ਹੈਗੇ ਆ ਕਿ ਠੀਕ ਆ ਕਿ ਦੇਖੋ RCM ਵੀ ਪੁਲਿਸ ਮਾੜੀ ਨਹੀਂ ਹੈਗੀ, ਗੱਲ ਇਹ ਨਹੀਂ ਸੀਗੀ। ਜੇ ਪੁਲਿਸ ਸਰੀ ਦੀ ਵੀ ਆ ਰਹੀ ਹੈਗੀ ਆ, ਜੇ ਉਹ ਕੰਮ ਕਰੂਗੀ ਆ ਕੇ, ਜਿਹੜੀ ਕਹਿ ਲਓ ਕਿ ਇੱਥੇ ਜੋ ਵੀ ਹੋ ਰਿਹਾ ਹੈਗਾ ਸਟਰੀਟਾਂ ਉੱਤੇ, ਜਿੰਨਾ ਵੀ ਕਹਿ ਲਓ ਕਿ ਗੈਂਗ ਵਾਇਲੈਂਸ ਜਾਂ ਜੋ ਵੀ ਡਰੱਗ ਵਿਕ ਰਹੀ ਹੈਗੀ ਆ, ਜੇ ਉਸ ਨੂੰ ਨੱਥ ਪਾਊਗੀ ਆ ਕੇ ਫੇਰ ਹੀ ਫਾਇਦਾ ਹੋਊਗਾ। ਜੇ ਪਹਿਲਾਂ ਵਾਲਾ ਵੀ ਉਹੀ ਕੰਮ ਹੋਈ ਜਾਣਾ, ਫਿਰ ਜੇ ਹੋਰ ਵੀ ਪੁਲਿਸ ਬਣ ਗਈ ਫਿਰ ਉਹਦਾ ਫਾਇਦਾ ਤਾਂ ਕੁਛ ਨਹੀਂ ਹੋਣਾ ਹੈਗਾ। ਹਾਂ, ਇੱਥੇ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਹੈਗਾ। ਜਿਹੜਾ ਵੀ ਬਣੇ, ਕਿਸੇ ਕਮਿਊਨਿਟੀ ਦਾ ਬਣੇ, ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ, ਪਰ ਉਹ ਬੰਦਾ ਪਾਰਦਰਸ਼ੀ ਦੇ ਨਾਲ ਕੰਮ ਕਰੇ, ਲੋਕਾਂ ਨੂੰ ਕੰਮ ਦੱਸਣੇ ਚਾਹੀਦੇ ਹੈਗੇ ਆ। ਪਰ ਹਾਂ, ਸਾਡੇ ਮੰਤਰੀਆਂ ਸੰਤਰੀਆਂ ਦੇ ਪ੍ਰਭਾਵ ਤੋਂ ਪਰੇ ਰਹਿਣਾ ਚਾਹੀਦਾ ਉਹ ਬੰਦਾ। ਥੈਂਕ ਯੂ ਜੀ। ਹੁਣ ਸਿੰਘ ਜੀ, ਲਾਈਨ ਨੰਬਰ 4, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਕਿੱਦਾਂ ਹਾਲ ਚਾਲ? ਠੀਕ ਗਿੱਲ ਸਾਹਿਬ, ਤੁਸੀਂ ਸੁਣਾਓ ਜੀ। ਬਹੁਤ ਵਧੀਆ। ਹਾਂਜੀ, ਮੇਰਾ ਆਪ ਦਾ ਵਿਚਾਰ ਪਿਛਲੇ ਜਿਹੜੇ 2 ਕਾਲਰ ਆ ਉਹਨਾਂ ਦੇ ਨਾਲ ਤਕਰੀਬਨ ਮੈਂ ਸਹਿਮਤ ਆ। ਜਾਣੀ ਬਈ ਬੰਦੇ ਦੀ ਲਿਆਕਤ ਦੇਖਣੀ ਚਾਹੀਦੀ ਆ। ਹਾਂ, ਜਿੱਦਾਂ ਕੈਸ਼ ਹੀਡ ਵੈਨਕੂਵਰ ਪੁਲਿਸ ਦੇ ਵਿੱਚ ਸੀਗਾ, ਉਹ ਬੜਾ ਵਧੀਆ ਆਪਣੇ ਵੀ ਕੰਮ ਨਿਭਾਉਂਦਾ ਸੀਗਾ ਉਹ, ਤੇ ਉੱਦਾਂ ਦੇ ਬੰਦੇ ਚਾਹੀਦੇ ਆ। ਦੇਸੀ ਜਿਹੜੇ ਆ ਇੱਦਾਂ ਦੇ ਤਾਂ ਨਹੀਂ ਚਾਹੀਦੇ ਆ ਜਿਹੜੇ ਹੁਣ ਵਿੱਚੇ ਭੋਗ ਮੰਤਰੀ ਹੋਇਆ, ਬੱਚੇ ਆਪਣੇ MLA ਹੋਏ, MP ਹੋਏ, ਇਹ ਇੱਦਾਂ ਦੇ ਬੰਦੇ ਨਹੀਂ ਚਾਹੀਦੇ। ਇਹ ਸਿਰਫ ਤੇ ਸਿਰਫ ਆਉਂਦੇ ਆਪ ਦੀ ਪੈਨਸ਼ਨ ਲਈ, ਹੋਰ ਇਹਨਾਂ ਨੂੰ ਕੋਈ ਨਹੀਂ। ਤੁਹਾਨੂੰ ਸਾਰਾ ਕੁਛ ਪਤਾ ਸਾਡੀ ਆਪਣੀ ਸਟੋਰੀ ਦਾ ਵੀ ਕਿੱਦਾਂ ਕੀ ਗੱਲ ਹੈਗੀ ਆ, ਹੈ ਨਾ। ਪਰ ਇੱਦਾਂ ਦੇ ਬੰਦੇ ਨਹੀਂ ਆਉਣੇ ਚਾਹੀਦੇ। ਇਹ ਸਿਰਫ ਪੈਨਸ਼ਨ ਲਈ ਆਉਂਦੇ ਆ ਤੇ ਤਨਖਾਹ ਇਹਨਾਂ ਨੂੰ ਮੁਫਤ ਮਿਲ ਜਾਂਦੀ। ਬਾਕੀ ਸਾਰੀਆਂ ਕੰਟਰੀਆਂ ਘੁੰਮਣ ਲਈ ਹੀ ਆਉਂਦੇ ਆ। ਇਹਨਾਂ ਨੂੰ ਕਿਉਂ ਰਹਿਣੀ ਬਹਿਣੀ ਇਹਨਾਂ ਦੀ ਸਾਰੀ ਫ੍ਰੀ ਆ। ਇੱਦਾਂ ਦੇ ਬੰਦੇ ਨਹੀਂ ਚਾਹੀਦੇ। ਇੰਨੇ ਮੇਰੇ ਵਿਚਾਰ। ਧੰਨਵਾਦ ਜੀ। ਸਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ ਜੀ। ਸਾਹਿਬ ਮਹਿੰਦਰ ਸਿੰਘ ਜੀ, ਲਾਈਨ ਨੰਬਰ 2। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿੱਲ ਸਾਹਿਬ, ਸਾਰਾ ਕੁਝ ਸੁਣਨ ਤੋਂ ਬਾਅਦ ਮੈਨੂੰ ਤਾਂ ਉਹ ਗੱਲ ਯਾਦ ਆ ਗਈ ਕਿ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਰਣਜੀਤ ਸਿੰਘ ਤੇ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ। ਕਿੱਥੇ ਹੁੰਦਾ ਸੀ ਆ ਗਏ ਨਿਹੰਗ ਬੂਹੇ ਖੋਲ ਦਿਓ ਨਿਸੰਗ, ਤੇ ਅੱਜ ਸਾਡੇ ਲੋਕ ਕਹਿੰਦੇ ਆ ਉਹ ਜਿੰਨੇ ਕਸ਼ਹਿਰੇ 'ਚ ਵਲ ਓਨੇ ਇਹਨਾਂ 'ਚ ਵਲ। ਦੂਜੇ ਪਾਸੇ ਜਦੋਂ ਅਸੀਂ ਇਸ ਵੈਸਟਰਨ ਕਲਚਰ ਨੂੰ ਸਟੱਡੀ ਕੀਤਾ, ਉਹ ਪੜ੍ਹਦੇ ਹਾਂ, ਉਹ ਜਿਹੜੇ ਸ਼ਬਦ ਕਰੋਕਡ ਤੇ ਕਰੁੱਕ ਤੋਂ ਅੱਜ ਉਹ ਇੱਥੇ ਪਹੁੰਚ ਗਏ ਕਿ ਵਟ ਐਵਰ ਇਜ਼ ਲੇਬਲਡ ਯੂ ਵਿਲ ਫਾਈਂਡ ਐਵਰੀਥਿੰਗ ਇਨਸਾਈਡ। ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਅਸੀਂ ਇਹ ਕੰਪੈਰੀਜ਼ਨ ਕਿਹੜਾ ਕਰ ਰਹੇ ਹਾਂ। ਸਾਡੇ ਸਾਰੇ ਕਾਲਰਸ ਤੋਂ ਮੈਨੂੰ ਉਸੇ ਕੰਪੈਰੀਜ਼ਨ ਦੀ ਝਲਕ ਲੱਭੀ ਹੈ। ਪਰ ਜਿਹੜੀ ਗੱਲ ਹੁਣ ਪੁੱਛੀ ਹੈ ਕਿ ਜੇ ਪੁਲਿਸ ਬਣ ਰਹੀ ਹੈ ਤੇ ਮੁਖੀ ਕਿਹੜਾ ਹੋਵੇ, ਤੇ ਮੈਂ ਤਾਂ ਇੱਕੋ ਗੱਲ ਹੀ ਕਹਿਣਾ ਵੀ ਹੋਵੇ ਬੰਦਾ, ਭਾਵੇਂ ਕਿੰਨਾ ਬੰਦਿਆਂ ਚੋਂ ਵੀ ਹੋਵੇ, ਜਿਹੜਿਆਂ ਬੰਦਿਆਂ ਚੋਂ ਮਰਜ਼ੀ ਹੋਵੇ, ਪਰ ਹੋਵੇ ਰੱਬ ਦਾ ਅਸਲ ਬੰਦਾ। ਜੇ ਉਹ ਰੱਬ ਦਾ ਅਸਲ ਬੰਦਾ ਇੱਥੇ ਆ ਜਾਏ, ਭਾਵੇਂ ਜਿਹੜਿਆਂ ਬੰਦਿਆਂ ਚੋਂ ਮਰਜ਼ੀ ਲੈ ਲਓ, ਫਿਰ ਤਾਂ ਸਾਡੀਆਂ ਆਸਾਂ ਉਮੀਦਾਂ ਤੇ ਪੂਰਾ ਉਤਰੂਗਾ। ਤੇ ਜੇ ਬਈ ਉਹ ਜਿਹੜਿਆਂ ਤੋਂ ਮਰਜ਼ੀ ਲੈ ਲਓ ਤੇ ਰੱਬ ਦਾ ਬੰਦਾ ਹੀ ਨਾ ਹੋਵੇ, ਅਸਲ ਬੰਦਾ ਹੀ ਨਾ ਹੋਵੇ, ਇਹ ਹੁਣ ਮੈਂ ਇੱਕ ਸਿੰਬਲ ਵਰਤ ਰਿਹਾ, ਤੇ ਫਿਰ ਕੀ ਕਰਾਂਗੇ ਅਸੀਂ। ਬਹੁਤ ਬਹੁਤ ਧੰਨਵਾਦ, ਤੁਸੀਂ ਵਧੀਆ ਇਸ਼ੂ ਲਿਆਂਦਾ। ਇਹਦੇ ਨਾਲ ਹੋ ਸਕਦਾ ਹੈ ਵੀ ਜਿਹੜੇ ਅਧਿਕਾਰੀ ਆ ਚੋਣ ਕਰਨ ਵਾਲੇ, ਉਹਨਾਂ ਨੂੰ ਕੋਈ ਹੈਲਪ ਮਿਲ ਸਕੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਆਖਰੀ ਕਾਲ ਦਲਵੀਰ ਸਿੰਘ ਜੀ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਚਲੋ ਬੰਦਾ ਤਾਂ ਅਖੀਰ ਦੇ ਵਿੱਚ ਕੋਈ ਨਾ ਕੋਈ ਇਮਾਨਦਾਰ ਹੀ ਹੋਣਾ ਚਾਹੀਦਾ ਜੀ। ਬਾਕੀ ਡਾਇਵਰਸਿਟੀ ਹੋਣੀ, ਉਹਦੇ ਵਿੱਚ ਕੋਈ ਮਾੜੀ ਗੱਲ ਵੀ ਕੋਈ ਹੈ ਨਹੀਂ। ਇੱਦਾਂ ਨਹੀਂ ਹੈ ਵੀ ਆਪਣੇ ਬੰਦਿਆਂ 'ਚ ਨਿਆਣਿਆਂ 'ਚ ਜਿਹੜੇ ਨਵੇਂ ਸਪੈਸ਼ਲੀ ਇੱਧਰਲੇ ਬੋਰਨ ਹੈਗੇ, ਉਹਨਾਂ ਨੂੰ ਲਿਆਕਤ ਕਾਫੀ ਆ, ਕਾਫੀ ਉੱਚੀਆਂ ਪੋਸਟਾਂ 'ਤੇ ਹੈਗੇ ਨੇ, ਉਹ ਨਿਆਣੇ ਜ਼ਰੂਰ ਮੋਹਰੇ ਲਿਆਉਣੇ ਚਾਹੀਦੇ ਜੀ। ਸਪੈਸ਼ਲੀ ਜਿਹੜੇ ਆਪਣੇ ਇੰਡੀਅਨ ਬੰਦੇ ਹੈਗੇ ਆ ਜਿਹੜੇ ਉਹਨਾਂ ਦਾ ਤੁਹਾਨੂੰ ਪਤਾ ਵੀ ਉਹਦਾ ਕੀ ਬਾਅਦ 'ਚੋਂ ਕਰਦੇ ਆ। ਤੇ ਓਵਰਆਲ ਮੈਂ ਤੁਹਾਨੂੰ ਇਹ ਕਹਾਂ ਵੀ ਅਰਨੋ, ਚਲੋ ਬਾਕੀ ਦਾ ਟਾਈਮ ਦੱਸੂਗਾ। ਤੇ ਮੇਅਰ ਸਾਹਿਬ ਨੂੰ ਜਿਤਾਇਆ ਵੀ ਆ, ਇਹਨਾਂ ਨੂੰ ਸਾਰਾ ਕੁਛ ਕੀਤਾ ਵੀ ਆ। ਪਰ ਇਹ ਜਿਹੜੇ ਤੁਹਾਨੂੰ ਹੁਣ ਜਦ ਮੈਂ ਬੜਾ ਵਾਲੀ ਕ੍ਰਿਟਿਸਿਜ਼ਮ ਕਰੂੰਗਾ, ਜਿਹੜੇ ਪਹਿਲਾਂ ਤੁਹਾਨੂੰ ਪਤਾ ਹੈ ਜੀ ਵੀ ਇਹ ਜਿੰਨੇ ਵੀ ਆ ਪੋਲੀਟਿਕਸ ਇਸ ਵੇਲੇ ਘੁੰਮ ਰਹੇ ਨਾ ਜੀ ਸਰੀ ਦੇ ਵਿੱਚ, ਇਸੇ ਮੇਅਰ ਦੇ ਘੁੰਮ ਰਹੇ ਆ ਜੀ।
ਇਸੇ ਮੇਅਰ ਨੇ ਸਾਰਾ ਕੁਝ ਜੋ ਕੁਝ ਜਿਹੜਾ ਅੱਜ ਤੁਸੀਂ ਅਸੀਂ ਸੋਚਦੇ ਪਏ ਨਾ ਹੋਵੇ ਇੱਥੇ ਇਹਦੇ ਹੁੰਦਿਆ ਵੀ ਰਿਹਾ। ਚਲੋ ਐਨੀਵੇ ਨੂੰ ਹੁਣ ਲਾਸਟ ਚਾਂਸ ਸਾਨੂੰ ਦਿੱਤਾ ਜੀ, ਸ਼ਾਇਦ ਹੁਣ ਬੁੱਢੇ ਬਾਰੇ ਕੁਝ ਜਾਣ ਲੱਗਾ ਕਰ ਜਾਵੇ, ਪਰ ਓਵਰਆਲ ਉਹਨੂੰ ਦੱਸਿਆ ਵੀ ਡਾਇਵਰਸਿਟੀ ਜ਼ਰੂਰ ਹੋਣੀ ਚਾਹੀਦੀ ਹੈ ਜੀ, ਤੇ ਆਪਣੇ ਨਿਆਣਿਆਂ ਨੂੰ ਮੋਰੇ ਪਹਿਲ ਮਿਲਣੀ ਚਾਹੀਦੀ ਹੈ। ਹਾਂ, ਜਿਹੜਾ ਡਿਜ਼ਰਵ ਕਰਦਾ, ਹਾਂ ਰੇਸ ਦਾ ਕੋਈ ਵੀ ਹੋਵੇ, ਪਰ ਤੁਹਾਨੂੰ ਦੱਸਿਆ ਵੀ ਇੱਦਾਂ ਵੀ ਨਹੀਂ ਹੋ ਸਕਦੀ ਵੀ ਹੁਣ ਸਰੀ ਦੇ ਵਿੱਚ 100% ਜਾਂ 75 ਜਾਂ 50% ਪਾਪੂਲੇਸ਼ਨ ਆਪਣੀ ਹੋਵੇ ਤਾਂ ਸਾਰੇ ਦੇ ਸਾਰੇ ਜਿਹੜੇ ਉੱਚੇ ਅਹੁਦਿਆਂ ਦੇ ਗੋਰੇ ਹੀ ਹੋਣ। ਤੇ ਇਹ ਤੁਹਾਨੂੰ ਦੱਸਿਆ ਵੀ ਜਿਹੜੇ ਆਪਣੇ ਕਿਆਸ਼ੀਰ ਉਹਨਾਂ ਦੀ ਗੱਲ ਕਰਦੇ ਆ ਜਾਂ ਵਾਲੀ ਉੱਪਰ ਸਾਹਿਬ ਦੀ ਗੱਲ ਕਰਦੇ ਆ, ਇਹਨਾਂ ਬੰਦਿਆਂ ਨੂੰ ਫਿਨਿਸ਼ ਕਰਨ ਵਾਲੇ ਵੀ ਇਹੀ ਆ ਬੰਦੇ ਜੀ, ਜਿਹੜੇ ਗੋਰੇ ਹੀ ਉਹੀ ਉਹਨਾਂ ਨੂੰ ਪੱਟ ਕੇ ਲਿਆ ਸੀ। ਤਾਂ ਉਹੀ ਫਿਰ ਤੁਹਾਨੂੰ ਹੁਣ ਚੇਤਾ ਹੋਣਾ, ਜਿਹੜਾ ਵਾਲੀ ਉੱਪਰ ਸਾਹਿਬ ਨੂੰ ਚੰਗਾ ਭਲਾ ਬੰਦਾ ਸੀ, ਜੱਜ ਲੱਗਾ ਆ, ਚਲੋ ਅਟਾਰਨੀ ਜਨਰਲ ਬਣਾ ਕੇ ਬਾਅਦ ਚੋਂ ਕਿਹੜੀ ਜਗ੍ਹਾ ਤੋਂ ਇਹਨੂੰ ਵਿੱਕੀ ਹਰਟਿੰਗਟਨ ਤੇ ਫਿਰ ਉੱਥੋਂ ਕੀਤਾ ਸੀ ਆਪਣੇ ਟਬਾਸਨ ਤੋਂ ਖੜਾ, ਜਿੱਥੇ ਪਤਾ ਸੀ ਵੀ ਇਹਨੇ ਹਰਨਾ ਹੀ ਹਰਨਾ ਹੈ। ਸੋ ਇਸ ਕਰਕੇ ਇਹ ਜਿਹੜੀ ਇੱਦਾਂ ਦੀਆਂ ਗੱਲਾਂ ਵੀ ਖਾਸ ਧਿਆਨ 'ਚ ਰੱਖਣਾ ਚਾਹੀਦਾ ਆਪਾਂ ਨੂੰ। ਸਾਨੂੰ ਲੱਗਦਾ ਹੈ ਵੀ ਇੱਥੇ ਰੇਸਿਜ਼ਮ ਨਹੀਂ ਹੋ ਰਿਹਾ ਜੀ, ਹਰੇਕ ਪਾਸੇ ਹੋ ਰਿਹਾ। ਇਹ ਆਪਣੇ ਬੰਦੇ ਨੂੰ ਟਰਾਈ ਵੀ ਨਹੀਂ ਕਰ ਰਹੇ ਵੀ ਮੋਰ ਇਹ ਆਉਣ। ਸੋ ਮੇਰੀ ਤਾਂ ਇਹੀ ਬੇਨਤੀ ਹੈਗੀ ਆ ਵੀ ਡਾਇਵਰਸਿਟੀ ਜ਼ਰੂਰ ਹੋਣੀ ਚਾਹੀਦੀ ਆ। ਹੁਣ ਮੇਅਰ ਚਲੋ ਅੱਜ ਤਾਂ ਚੰਗਾ ਹੋਊਗਾ, ਉਹਦੇ ਹੱਥ ਪਾਵਰ ਹੋ ਗਈ, ਪੁਲਿਸ ਬੋਰਡ ਸਾਰਾ ਕੁਝ ਹੋ ਗਿਆ। ਕੱਲ ਨੂੰ ਇਸੇ ਮੇਅਰ ਦੇ ਜਿਹਦੇ ਕੋਈ ਹੋਰ ਮੇਅਰ ਆ ਗਿਆ ਜਿਹੜਾ ਕੋਈ ਨਾ ਚੰਗਾ ਹੋਇਆ ਜਾਂ ਕਰਪਟ ਹੋਇਆ, ਉਸ ਬੰਦੇ ਨੇ ਇਸ ਚੀਜ਼ ਨੂੰ ਮਿਸਯੂਜ਼ ਵੀ ਕਰਨਾ। ਬਸ ਇਹੀ ਮੈਂ ਕਹਿਣਾ ਚਾਹੁੰਦਾ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਖੈਰ ਅਖੀਰ ਦੇ ਵਿੱਚ ਇਸ ਨੂੰ ਸਮ ਅਪ ਕਰਾਂ, ਮਿਊਨਿਸਪਲ ਫੋਰਸਿਸ ਪੁਲਿਸ ਆਲੇ ਦੁਆਲੇ ਹੈਗੀ ਆ ਆਪਣੇ। ਇਸ ਤਰ੍ਹਾਂ ਨਹੀਂ ਹੈ ਕਿ ਕੋਈ ਇਹ ਕਰ ਸਕਦਾ ਹੈ ਵੀ ਕੋਈ ਇਹਦੇ ਕੋਲ ਪਾਵਰ ਹੋ ਤਾਂ ਆਪਣੇ ਧੱਕੇ ਨਾਲ ਪੰਜਾਬ ਵਾਂਗੂ ਵੀ ਕੋਈ ਚਲੋ ਜੀ ਕੇਸ ਪਾ ਦਿਓ, ਇਹ ਪਾ ਦਿਓ। ਇਸ ਤਰ੍ਹਾਂ ਨਹੀਂ ਹੁੰਦਾ। ਆਪਾਂ ਕਿਉਂਕਿ ਨਵੇਂ ਆ, ਇਸ ਵਾਰ ਆਪਾਂ ਸੋਚਦੇ ਹਾਂ। ਪਰ ਇਹ ਕਹਿਣਾ ਵੀ ਆਪਣਾ ਤੇ ਪਰਾਇਆ, ਇਹ ਵੀ ਇੱਕ ਰੇਸਿਜ਼ਮ ਦਾ ਹੀ ਸਬੂਤ ਹੈ। ਦਲਵੀਰ ਗਹਿਲੋਂ ਨਹੀਂ ਕਹਿੰਦੇ ਆਪਣਾ ਤੇ ਪਰਾਏ ਦਾ ਕੀ ਮਤਲਬ। ਜਦ ਅਸੀਂ ਇਹ ਦੇਸ਼ 'ਚ ਆ ਗਏ, ਸਾਰਾ ਕੁਝ ਠੀਕ ਹੈ, ਆਪਣੀ ਤਰੱਕੀ ਕਰੇ ਬੰਦਾ, ਜਿਹਦੇ 'ਚ ਕੁਆਲਿਟੀ ਹੋਊਗੀ ਅੱਗੇ ਆ ਜਾਊ ਉਹ। ਪਰ ਇਹ ਨਹੀਂ ਕੋਈ ਹੈ ਕਿ ਆਪਣਾ ਹੀ ਪੁਲਿਸ ਚੀਫ ਵਧੀਆ ਹੋ। ਇੱਥੇ ਸਾਨੂੰ ਖੜਨਾ ਚਾਹੀਦਾ। ਐਪਲੀਕੇਸ਼ਨ ਆਉਣ, ਜਿਹਦਾ ਉਹਨਾਂ 'ਚ ਕੁਆਲੀਫਾਈ ਕਰੇ ਉਹਨੂੰ ਨੌਕਰੀ ਮਿਲੇ, ਪਰ ਬਰਾਬਰ ਸਭ ਨੂੰ ਰੱਖੇ, ਸਾਨੂੰ ਵੱਧ ਨਾ ਰੱਖੇ, ਕਿਸੇ ਨੂੰ ਘੱਟ ਨਾ ਰੱਖੇ। ਹਾਂ, ਬਿਲਕੁਲ ਉੱਥੋਂ ਦੇ ਅਸੀਂ ਡਰੇ ਹੋਏ। ਸਾਡੇ ਮਨ ਦੇ ਵਿੱਚ ਹੈ ਵੀ ਜਦ ਜਿਹੜਾ ਬੋਰਡ ਨੂੰ ਹੀ ਸਿਰਫ ਤੇ ਮੇਅਰ ਨੂੰ ਇਹ ਜਵਾਬਦੇਹ ਪੁਲਿਸ ਹੋਣੀ ਹੈ ਤੇ ਸ਼ਾਂਤੀ ਹੋਵੇ ਸਾਡੇ ਜਵਾਕਾਂ ਦੀ, ਸਾਨੂੰ ਅਸੀਂ ਜਦ ਬਾਹਰ ਨਿਕਲੀਏ ਤਾਂ ਸਾਨੂੰ ਡਰਨਾ ਹੋਵੇ। ਇਹ ਗੱਲ ਜ਼ਰੂਰੀ ਹੈ। ਇਹ ਬੇਨਤੀ ਆ ਅਖੀਰ 'ਚ ਜੀ ਕਿ ਪਲੀਜ਼ ਆਪਣੇ ਹੱਕਾਂ ਦੇ ਲਈ ਲੜਿਆ ਕਰੋ। ਕੋਈ ਤੁਹਾਡਾ ਇਮੀਡੀਏਟ ਜਿਹੜਾ ਕੋਈ ਇੰਚਾਰਜ ਆ, ਸੁਪਰਵਾਈਜ਼ਰ ਆ, ਉਹ ਆਖਰੀ ਨਹੀਂ ਹੈ। ਉੱਪਰ ਮੈਨੇਜਰ ਨੇ, ਮਾਲਕ ਨੇ, ਲੇਬਰ ਬੋਰਡ ਹੈ, ਹੋਰ ਮੈਨੇਜਮੈਂਟ ਆ। ਆਪਣੇ ਹੱਕਾਂ ਦੇ ਖੜੋ। ਜੇ ਕਿਸੇ ਯੂਨੀਅਨ 'ਚ ਯੂਨੀਅਨ ਦਾ ਕੰਸਟੀਟਿਊਸ਼ਨ ਪੜ੍ਹੋ, ਤੁਹਾਡੀ ਯੂਨੀਅਨ ਦਾ ਕੀ ਹੱਕ ਹੈ। ਤੁਹਾਡਾ ਰੈਪ ਜਿਹੜਾ ਯੂਨੀਅਨ ਦਾ ਨਹੀਂ ਕੰਮ ਕਰਦਾ ਤਾਂ ਵੀ ਯੂਨੀਅਨ ਦੀ ਉੱਪਰ ਹਾਇਰ ਅਥਾਰਟੀ ਆ, ਉਹਨੂੰ ਕਹੋ। ਇਹ ਝੁੱਕ ਕੇ ਕਾਹਦੇ ਲਈ ਜਿਉਂਦੇ ਹੋ? ਗੁਲਾਮੀ ਕਿਉਂ ਕਰਨੀ ਆਪਾਂ ਕਿਸੇ ਦੀ? ਜਦ ਕਰਕੇ ਖਾਣਾ, ਕਿਸੇ ਦਾ ਕੋਈ ਅਹਿਸਾਨ ਨਹੀਂ। ਤੁਸੀਂ ਕੰਮ ਕਰਦੇ ਹੋ ਤਾਂ ਬੋਝੇ $4 ਪੈਂਦੇ ਆ। ਜ਼ਿੰਦਗੀ ਵਧੀਆ ਜਿਉ, ਆਪਣੇ ਹੱਕਾਂ ਲਈ ਖੜੋ, ਸੱਚ ਖੜੋ, ਚੁਗਲੀ ਨਾ ਕਰੋ, ਪਿੱਠ ਤੇ ਕਿਸੇ ਦੇ ਬੋਲੋ ਨਾ। ਜੇ ਜੁਰਤਾ ਤਾਂ ਮੂੰਹ ਤੇ ਬੋਲੋ ਕਿ ਆਹ ਗੱਲ ਤੇਰੀ ਗਲਤ ਹੈ, ਆਹ ਗਲਤ ਹੈ, ਠੀਕ ਹੈ ਤਾਂ ਠੀਕ ਹੈ। ਬਹੁਤ ਔਖੀ ਅਸੀਂ ਗੁਲਾਮੀ ਕੱਢੀ ਹੈ, ਛੱਡ ਦਿਓ। ਦੇਸ਼ਾਂ ਦੇ ਮਾਲਕ ਸੀ ਤੁਸੀਂ, ਸਰਕਾਰੇ ਖਾਲਸਾ 'ਚ ਅਸੀਂ ਬਸਣ ਵਾਲੇ ਲੋਕ ਹਾਂ। 1850 ਸਾਡਾ ਰਾਜ ਮੁੱਕਿਆ, 150 ਸਾਲ ਪਹਿਲਾਂ। ਹਾਲ ਕਾਇਮ ਹੋਵੋ ਥੋੜਾ ਜਿਹਾ, ਕਮਰੋੜ ਨੂੰ ਸਿੱਧੀ ਕਰਕੇ ਰਿਹਾ ਕਰੋ। ਗੁਰੂ ਅੰਗਦ ਸਿੰਘ ਹੈ, ਮੋਦੀ ਵਾਲਾ ਤਾਰਾ ਸੁਣਾਉਣਾ ਅਖੀਰ 'ਚ ਸੁਣੋ ਤੇ ਕੱਲ ਨੂੰ 11 ਵਜੇ ਮੁੜਦਾ। ਕੋਸ਼ਿਸ਼ ਕਰਦੇ ਜੇ ਕੱਲ ਦੀ ਛੁੱਟੀ ਹੋ ਜਾਵੇ, ਜੇ ਨਾ ਛੁੱਟੀ ਹੋਈ ਫਿਰ ਸੇਵਾ ਕਰਾਂਗੇ। ਨੌਕਰੀਆਂ ਤਾਂ ਨਖਰਾ ਕਿਆ ਹੈ, ਇਹ ਵੀ ਗੱਲ ਨਾਲ ਰੱਬ ਰੱਖ।